Hey guys, what's up? This is Shubham presenting in front of you detailed analysis of test series for Polity for Master Career. Okay then, let's start. First question, a new chapter, a new part, sorry, a new part आएगा यहाँ पे. A new part 4A on fundamental duties was inserted in Indian Constitution in the year which year देखो फंडामेंटल ड्यूटीज़ कदों ऐड ਕੀਤੇ ਸੀਗੇ ਸਵਰਨ ਸਿੰਘ ਕਮੇਟੀ ਬਿਠਾਈ ਸੀ ਆਪਾਂ ਨੇ ਹਨਾ ਗਵਰਨਮੈਂਟ ਨੇ ਸਵਰਨ ਸਿੰਘ ਕਮੇਟੀ ਉਸਨੇ ਰਿਕਮੈਂਡ ਕੀਤੇ ਸੀ ਕਿ ਫੰਡਾਮੈਂਟਲ ਡਿਊਟੀਜ਼ ਵੀ ਹੋਣੇ ਚਾਹੀਦੇ ਨੇ ਠੀਕ ਹੈ ਤੇ ਕਦੋਂ ਐਡ ਹੋਏ ਸੀਗੇ ਇਹ 1976 ਦੇ ਵਿੱਚ 42nd ਅਮੈਂਡਮੈਂਟ ਦੇ ਨਾਲ 42nd ਕੰਸਟੀਟਿਊਸ਼ਨਲ ਅਮੈਂਡਮੈਂਟ ਸੀਗੀ 1976 ਦੀ ਉਸ ਦੇ ਨਾਲ ਇਹ ਜਿਹੜੇ ਫੰਡਾਮੈਂਟਲ ਡਿਊਟੀਜ਼ ਨੇ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਐਡ ਹੋਏ ਪਾਰਟ 4A ਦੇ ਅੰਡਰ ਦੇਖੋ ਕਨਸਟੀਟਿਊਸ਼ਨ ਦੀ ਗੱਲ ਕਰੀਏ ਜੇ ਆਪਾਂ ਕਨਸਟੀਟਿਊਸ਼ਨ ਦੀ ਗੱਲ ਕਰੀਏ ਕਨਸਟੀਟਿਊਸ਼ਨ ਆਫ ਇੰਡੀਆ ਇੱਕ ਬੁੱਕ ਹੈ ਸਿੰਪਲੀ ਹੈ ਨਾ ਬੁੱਕ ਫਾਰਮ ਦੇ ਵਿੱਚ ਹੈਗੀ ਹੈ ਤਾਂ ਜਿਵੇਂ ਕਿ ਨੋਰਮਲ ਬੁੱਕ ਹੁੰਦੀ ਹੈ ਡਿਫਰੈਂਟ ਸੈਕਸ਼ਨ ਦੇ ਵਿੱਚ ਡਿਵਾਈਡਡ ਹੁੰਦੀ ਹੈ ਡਿਫਰੈਂਟ ਪਾਰਟਸ ਦੇ ਵਿੱਚ ਡਿਵਾਈਡਡ ਹੁੰਦੀ ਹੈ ਫਿਰ ਅੱਗੇ ਪਾਰਟਸ ਜਿਹੜੇ ਚੈਪਟਰਸ ਦੇ ਵਿੱਚ ਡਿਵਾਈਡਡ ਹੁੰਦੇ ਨੇ ਉਸੇ ਤਰ੍ਹਾਂ ਜਿਹੜੇ ਕਨਸਟੀਟਿਊਸ਼ਨ ਦੀ ਬੁੱਕ ਹੈਗੀ ਹੈ ਕਨਸਟੀਟਿਊਸ਼ਨ ਹੈਗਾ ਉਹ ਵੀ ਡਿਫਰੈਂਟ ਪਾਰਟਸ ਦੇ ਵਿੱਚ ਡਿਵਾਈਡਡ ਹੈ ਠੀਕ ਹੈ ਆਪਣੀ ਕਨਸਟੀਟਿਊਸ਼ਨ ਦੇ ਵਿੱਚ 25 ਪਾਰਟਸ ਨੇ ਠੀਕ ਹੈ ਪਾਰਟ 1 ਪਾਰਟ 2 ਇਸ ਤਰ੍ਹਾਂ ਪਾਰਟ 1 ਪਾਰਟ 2 ਪਾਰਟ 3 ਲਾਈਕ ਦਿਸ ਇੱਦਾਂ 25 ਪਾਰਟਸ ਨੇ ਠੀਕ ਹੈ ਤੇ ਜਿਹੜੇ ਇੱਥੇ ਆਪਾਂ ਪਾਰਟ ਦੀ ਗੱਲ ਕਰ ਰਹੇ ਹਾਂ ਪਾਰਟ 4A ਦੀ ਗੱਲ ਕਰ ਰਹੇ ਹਾਂ ਇਹ ਹੈ ਸਾਡਾ ਫੰਡਾਮੈਂਟਲ ਡਿਊਟੀਜ਼ ਉੱਪਰ ਲਿਖ ਦਿੰਦਾ ਮੈਂ ਪਾਰਟ 4A ਹੈ ਜਿਹੜਾ ਉਹ ਫੰਡਾਮੈਂਟਲ ਡਿਊਟੀਜ਼ ਹੈ ਠੀਕ ਹੈ ਕਿਸੇ ਨਾਰਮਲ ਬੁੱਕ ਦੀ ਤਰ੍ਹਾਂ ਕਨਸਟੀਟਿਊਸ਼ਨ ਵੀ ਡਿਫਰੈਂਟ ਪਾਰਟਸ ਦੇ ਵਿੱਚ ਡਿਵਾਈਡਡ ਹੈ ਠੀਕ ਹੈ ਪਾਰਟ 3 ਕੀ ਹੁੰਦਾ ਫੰਡਾਮੈਂਟਲ ਰਾਈਟਸ ਪਾਰਟ 4 ਕੀ ਹੁੰਦਾ DPS ਇਸ ਤਰ੍ਹਾਂ ਠੀਕ ਹੈ ਤੇ ਅੱਛਾ ਆਪਾਂ ਨੇ ਬੋਰੋ ਕਿੱਥੋਂ ਕੀਤੇ ਨੇ ਫੰਡਾਮੈਂਟਲ ਡਿਊਟੀਜ਼ USSR ਤੋਂ ਠੀਕ ਹੈ ਯਾਨੀ ਕਿ ਰਸ਼ੀਆ ਤੋਂ ਕਹਿ ਸਕਦੇ ਤੁਸੀਂ ਠੀਕ ਹੈ ਸੋਵੀਅਤ ਰਿਪਬਲਿਕ ਸੀ ਜਿਹੜੀ ਇਹ ਰਸ਼ੀਆ ਅਸੀਂ ਫੰਡਾਮੈਂਟਲ ਡਿਊਟੀਜ਼ ਉੱਥੋਂ ਬੋਰੋ ਕੀਤੇ ਨੇ ਚਲੋ ਸੈਕਿੰਡ ਕੁਐਸਚਨ ਹੈ ਜਿਹੜੀ ਆਪਣਾ ਜੱਜਿਸ ਆਫ ਹਾਈ ਕੋਰਟ ਧਿਆਨ ਦੇਣਾ ਹਾਈ ਕੋਰਟ ਦੀ ਗੱਲ ਹੋ ਰਹੀ ਹੈ ਹਾਈ ਕੋਰਟ ਆਰ ਅਪੋਇੰਟਡ ਬਾਏ ਹੋਮ ਪ੍ਰੈਸੀਡੈਂਟ ਵਾਈਸ ਪ੍ਰੈਸੀਡੈਂਟ ਚੀਫ ਜਸਟਿਸ ਗਵਰਨਰ ਹਾਂਜੀ ਤਾਂ ਜਿਹੜੇ ਜੱਜਿਸ ਹੋਣਗੇ ਜੀ ਹਾਈ ਕੋਰਟ ਦੇ ਜੱਜਿਸ ਕੋਈ ਵੀ ਹੋਏ ਹਾਈ ਕੋਰਟ ਦੇ ਹੋਏ ਜਾਂ ਸੁਪਰੀਮ ਕੋਰਟ ਦੇ ਹੋਏ ਉਹਨਾਂ ਨੂੰ ਪ੍ਰੈਜ਼ੀਡੈਂਟ ਹੀ ਅਪੋਇੰਟ ਕਰਨਗੇ ਠੀਕ ਹੈ ਇਹ ਬੜੀ ਧਿਆਨ ਦੇਣ ਵਾਲੀ ਗੱਲ ਹੈ ਦੇਖੋ ਆਪਾਂ ਕਨਫਿਊਜ਼ਨ ਹੋ ਸਕਦੀ ਹੈ ਕਿ ਜਿਹੜੇ ਹਾਈ ਕੋਰਟ ਦੇ ਜੱਜਿਸ ਨੇ ਹੋ ਸਕਦਾ ਉਹਨਾਂ ਨੂੰ ਗਵਰਨਰ ਅਪੋਇੰਟ ਕਰਦਾ ਪਰ ਨਹੀਂ ਜੱਜਿਸ ਚਾਹੇ ਸੁਪਰੀਮ ਕੋਰਟ ਦੇ ਹੋਣ ਚਾਹੇ ਹਾਈ ਕੋਰਟ ਦੇ ਹੋਣ ਪ੍ਰੈਜ਼ੀਡੈਂਟ ਹੀ ਅਪੋਇੰਟ ਕਰੇਗਾ ਠੀਕ ਹੈ ਨਾ ਅੱਛਾ ਇੱਥੇ ਕੈਚ ਇੱਥੇ ਕੀ ਆ ਜਾਂਦਾ ਹੈ ਪ੍ਰੈਜ਼ੀਡੈਂਟ ਸਿਰਫ ਉਦੋਂ ਅਪੋਇੰਟ ਕਰੇਗਾ ਆਫਟਰ ਕੰਸਲਟੇਸ਼ਨ ਫਰੋਮ ਕੰਸਲਟ ਕਰਨਾ ਪਏਗਾ ਉਹਨੂੰ ਇੱਕ ਤਾਂ ਕਿਸ ਤੋਂ ਇੱਕ ਤਾਂ ਗਵਰਨਰ ਤੋਂ ਜਿਹੜੇ ਸਟੇਟ ਦੇ ਹਾਈ ਕੋਰਟ ਦੇ ਵਿੱਚ ਅਪੋਇੰਟ ਕਰਨਾ ਜੱਜ ਉਸ ਸਟੇਟ ਦੇ ਗਵਰਨਰ ਨੂੰ ਕੰਸੀਡਰ ਕਰਨਾ ਪਏਗਾ ਰਿਕਮੈਂਡੇਸ਼ਨ ਲੈਣੀ ਪਏਗੀ ਉਹਦੀ ਅਤੇ ਨਾਲ ਹੀ ਚੀਫ ਜਸਟਿਸ ਆਫ ਇੰਡੀਆ ਦੀ ਜਿਹੜੀ ਰਿਕਮੈਂਡੇਸ਼ਨ ਹੈ ਉਹ ਰਿਕੁਆਇਰਡ ਹੈਗੀ ਹੈ ਠੀਕ ਹੈ ਨਾ ਇੱਕ ਹੁੰਦਾ ਆਪਣੇ ਕੋਲ ਮੈਮੋਰੈਂਡਮ ਆਫ ਪ੍ਰੋਸੀਜਰ MOP ਮੈਮੋਰੈਂਡਮ ਆਫ ਪ੍ਰੋਸੀਜਰ ਇਹ ਇੱਕ ਸਿਸਟਮ ਬਣਾਇਆ ਹੋਇਆ ਆਪਣੇ ਜੁਡੀਸ਼ਰੀ ਅਤੇ ਆਪਣੇ ਐਗਜ਼ੈਕਟਿਵ ਨੇ ਕਿ ਜੱਜਿਸ ਦੀ ਅਪੋਇੰਟਮੈਂਟ ਕਿੱਦਾਂ ਕਰਨੀ ਹੈ ਠੀਕ ਹੈ ਰੀਸੈਂਟਲੀ ਵੀ ਹੁਣ ਕੁਛ ਨਾ ਕੁਛ ਚੇਂਜਿਸ ਹੋਏ ਨੇ ਇਸ ਦੇ ਵਿੱਚ ਅਤੇ ਹੋਰ ਐਵੋਲੂਸ਼ਨ ਹੋ ਰਹੀ ਹੈ ਇਹਦੀ ਕਿ ਜਿਸ ਨਾਲ ਕਿ ਜਿਹੜਾ ਜੱਜ ਰਿਕਰੂਟਮੈਂਟ ਦਾ ਪ੍ਰੋਸੈਸ ਹੈ ਉਹ ਹੋਰ ਸਮੂਥ ਹੋ ਜਾਵੇ ਐਟ ਪ੍ਰੈਜ਼ੈਂਟ ਤੁਸੀਂ ਕੀ ਸਮਝੋ ਸਿੰਪਲੀ ਕਿ ਜਿਹੜੇ ਹਾਈ ਕੋਰਟ ਦੇ ਜੱਜਿਸ ਨੇਗੇ ਉਹਨਾਂ ਦੀ ਅਪੋਇੰਟਮੈਂਟ ਕਿਹਦੇ ਦੁਆਰਾ ਹੁੰਦੀ ਹੈ ਪ੍ਰੈਜ਼ੀਡੈਂਟ ਦੁਆਰਾ ਹੁੰਦੀ ਹੈ ਆਫਟਰ ਕੰਸਲਟੇਸ਼ਨ ਬਾਏ ਫਰੋਮ ਗਵਰਨਰ ਅਤੇ ਚੀਫ ਜਸਟਿਸ ਆਫ ਇੰਡੀਆ ਠੀਕ ਹੈ ਅੱਛਾ ਕਿਹਨੂੰ ਆਪਾਂ ਹਾਈ ਕੋਰਟ ਦਾ ਜੱਜ ਅਪੋਇੰਟ ਕਰ ਸਕਦੇ ਹਾਂ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ ਉਸ ਬੰਦੇ ਦੀ ਦੇਖੋ ਇੱਕ ਤਾਂ ਇੰਡੀਅਨ ਸਿਟੀਜ਼ਨ ਆਫਿਸ ਦੀ ਗੱਲ ਹੈ ਜਿਹੜੀ ਹੋਰ ਕੁਆਲੀਫਿਕੇਸ਼ਨ ਨੇ ਉਹ ਹੈਗੀਆਂ ਨੇ ਇੱਕ 10 ਈਅਰਸ ਦਾ ਐਟਲੀਸਟ ਜਿਹੜਾ ਉਹਨਾਂ ਨੂੰ ਹੈਗਾ ਕੋਈ ਜੁਡੀਸ਼ੀਅਲ ਆਫਿਸ ਦੇ ਵਿੱਚ ਓਕੂਪਾਈ ਹੋਣਾ ਚਾਹੀਦਾ ਉਹਨਾਂ ਨੂੰ ਮਤਲਬ ਕੋਈ ਜੁਡੀਸ਼ੀਅਲ ਮੈਜਿਸਟਰੇਟ ਹੋਣੇ ਚਾਹੀਦੇ ਨੇ ਕੋਈ ਫਸਟ ਕਲਾਸ ਦੇ ਜਾਂ ਹੋਰ ਕਿਸੇ ਵੀ ਕੋਰਟ ਦੇ ਵਿੱਚ ਕੋਈ ਜੁਡੀਸ਼ੀਅਲ ਫੰਕਸ਼ਨ ਆਫੀਸ਼ੀਅਲ ਹੋਣੇ ਚਾਹੀਦੇ ਨੇਗੇ 10 ਸਾਲ ਦੇ ਲਈ ਐਟਲੀਸਟ ਜਾਂ ਫਿਰ 10 ਸਾਲ ਦੇ ਲਈ ਹਾਈ ਕੋਰਟ ਦੇ ਕਿਸੇ ਹਾਈ ਕੋਰਟ ਦੇ ਵਿੱਚ ਐਡਵੋਕੇਟ ਹੋਣੇ ਚਾਹੀਦੇ ਨੇ ਐਡਵੋਕੇਟ ਠੀਕ ਹੈ ਤਾਂ ਇਹਨਾਂ ਦੋਨਾਂ ਦੇ ਵਿੱਚ ਕੋਈ ਵੀ ਜਿਹੜੀ ਹੈਗੀ ਹੈ ਰਿਕੁਆਇਰਮੈਂਟ ਪੂਰੀ ਹੋ ਜੇ ਤਾਂ ਜਿਹੜੇ ਪ੍ਰੈਸੀਡੈਂਟ ਨੇ ਉਸ ਨੂੰ ਹਾਈ ਕੋਰਟ ਦਾ ਜੱਜ ਅਪੋਇੰਟ ਕਰ ਸਕਦੇ ਨੇ ਠੀਕ ਹੈ ਨਾ ਦੋ ਚੀਜ਼ਾਂ ਰਹੀਆਂ ਇੱਕ ਤਾਂ ਜੁਡੀਸ਼ੀਅਲ ਆਫਿਸ 10 ਸਾਲ ਦੇ ਲਈ ਜਾਂ ਫਿਰ ਕਿਸੇ ਹਾਈ ਕੋਰਟ ਦਾ ਐਡਵੋਕੇਟ 10 ਸਾਲ ਦੇ ਲਈ ਠੀਕ ਹੈ ਜ਼ਰੂਰੀ ਨਹੀਂ ਕਿ ਇੱਕੋ ਹੀ ਹਾਈ ਕੋਰਟ ਦਾ ਹੋ ਸਕਦਾ ਦੋ ਤਿੰਨ ਹਾਈ ਕੋਰਟਸ ਹੋਣ ਮਿਲਾ ਕੇ 10 ਸਾਲ ਪੂਰੇ ਹੋਣੇ ਚਾਹੀਦੇ ਨੇ ਠੀਕ ਹੈ ਦੈਟਸ ਇਟ ਚਲੋ ਵਿਚ ਆਰਟੀਕਲ ਆਫ ਦ ਇੰਡੀਅਨ ਕਨਸਟੀਟਿਊਸ਼ਨ ਸੇ ਦੇਅਰ ਸ਼ੈਲ ਬੀ ਅ ਪਾਰਲੀਮੈਂਟ ਹੋਣੀ ਚਾਹੀਦੀ ਹੈ ਫॉर द यूनियन विच शैल कंसिस्ट ऑफ प्रेसीडेंट देखो पार्लीमेंट के विच की कुछ आ रहा है प्रेसीडेंट 2 हाउसेज किहड़े एक तो काउंसल ऑफ स्टेट्स ठीक है तो एक हाउस ऑफ पीपल यानी कि हाउस ऑफ पीपल की होंगे लोक सभा काउंसल ऑफ स्टेट्स की होंगे राज्य सभा तो पार्लीमेंट देखो पार्लीमेंट की आंदा है पार्लीमेंट ये तीनों चीज़ां आउंदियां नेगियां जे मैं पार्लीमेंट की गल करा
ਵਟ ਡਜ਼ ਪਾਰਲੀਮੈਂਟ ਕੌਂਸਟੀਟਿਊਟ? ਤਿੰਨ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਨੇ, ਇੱਕ ਪ੍ਰੈਜ਼ੀਡੈਂਟ ਆਉਂਦਾ, ਇੱਕ ਲੋਕ ਸਭਾ ਆਉਂਦਾ, ਇੱਕ ਰਾਜ ਸਭਾ ਆਉਂਦਾ, ਠੀਕ ਹੈ। ਜਿਹੜਾ ਪ੍ਰੈਜ਼ੀਡੈਂਟ ਹੈ ਉਹ ਪਾਰਲੀਮੈਂਟ ਦਾ ਪਾਰਟ ਨਹੀਂ, ਪਾਰਲੀਮੈਂਟ ਦਾ ਮੈਂਬਰ ਨਹੀਂ ਹੈ, ਪਾਰਲੀਮੈਂਟ ਦਾ ਪਾਰਟ ਹੈਗਾ, ਠੀਕ ਹੈ, ਪਾਰਲੀਮੈਂਟ ਦਾ ਪਾਰਟ ਹੈਗਾ। ਜਿਹੜੇ ਐਮਪੀਜ਼ ਆਪਾਂ ਗੱਲ ਕਰਦੇ ਹਾਂ ਮੈਂਬਰ ਆਫ ਪਾਰਲੀਮੈਂਟ, ਉਹ ਤਾਂ ਓਬਵੀਅਸਲੀ ਗੱਲ ਮੈਂਬਰਸ ਨੇ, ਪਾਰਲੀਮੈਂਟ ਦੇ ਨਾਮ ਦੇ ਵਿੱਚ ਵੀ ਮੈਂਬਰ ਆਉਂਦਾ, ਠੀਕ ਹੈ, ਉਹ ਪਾਰਲੀਮੈਂਟ ਦੇ ਮੈਂਬਰਸ ਨੇ। ਜਿਹੜਾ ਪ੍ਰੈਸੀਡੈਂਟ ਹੈ ਉਹ ਮੈਂਬਰ ਨਹੀਂ ਹੈ, ਸੀਟਿੰਗ ਦੇ ਵਿੱਚ ਨਹੀਂ ਬੈਠਦਾ, ਠੀਕ ਹੈ ਨਾ, ਕੋਈ ਸੰਸਦ ਦੇ ਵਿੱਚ ਜਿਹੜੀ ਸੀਟਿੰਗਸ ਹੋ ਰਹੀਆਂ ਨੇ, ਪ੍ਰੈਸੀਡੈਂਟ ਉਹਦੇ ਵਿੱਚ ਨਹੀਂ ਬੈਠਦੇ। ਪ੍ਰੈਸੀਡੈਂਟ ਇਜ਼ ਐਨ ਇੰਟੀਗਰਲ ਪਾਰਟ ਆਫ ਦ ਪਾਰਲੀਮੈਂਟ, ਪਾਰਟ ਨੇ, ਠੀਕ ਹੈ ਨਾ। ਪਾਰਲੀਮੈਂਟ ਦੀ ਗੱਲ ਕਰੀਏ ਆਪਾਂ, ਅਗੇਨ ਪ੍ਰੈਸੀਡੈਂਟ, ਲੋਕ ਸਭਾ ਅਤੇ ਰਾਜ ਸਭਾ, ਤਿੰਨ ਚੀਜ਼ਾਂ ਦੇ ਨਾਲ ਪਾਰਲੀਮੈਂਟ ਬਣਦੀ ਹੈ ਆਪਣੀ। ਅੱਛਾ, ਇੱਦਾਂ ਕਿਉਂ ਕਿਹਾ ਜਾਂਦਾ ਕਿ ਪਾਰਟ ਨੇਗੇ ਇਹ? ਕਿਉਂਕਿ ਦੇਖੋ ਤੁਹਾਨੂੰ ਲੈਜਿਸਲੇਸ਼ਨ ਦਾ ਪਤਾ ਹੈ, ਕੋਈ ਵੀ ਲਾਅ ਮੇਕਿੰਗ ਪ੍ਰੋਸੈਸ ਦਾ ਪਤਾ ਹੈ, ਕੋਈ ਕਾਨੂੰਨ ਬਣਾਉਣਾ ਹੈਗਾ ਤਾਂ ਉਹ ਤਦ ਹੀ ਬਣੇਗਾ ਜਦੋਂ ਇੱਕ ਹਾਊਸ ਨੇ ਦੂਸਰੇ ਹਾਊਸ ਨੇ ਪਾਸ ਕਰਤਾ, ਅਤੇ ਉਸ ਤੋਂ ਬਾਅਦ ਦੋਨੇ ਹਾਊਸਿਸ ਦੇ ਪਾਸ ਕਰਨ ਤੋਂ ਬਾਅਦ ਪ੍ਰੈਸੀਡੈਂਟ ਦਾ ਜਿਹੜਾ ਕੰਸੈਂਟ ਹੈ, ਪ੍ਰੈਸੀਡੈਂਟ ਦੇ ਸਿਗਨੇਚਰ ਬਹੁਤ ਜ਼ਰੂਰੀ ਨੇ ਕਿ ਉਸ ਲਾਅ ਨੂੰ ਇੰਪਲੀਮੈਂਟ ਕਰ, ਲਾਅ ਨੂੰ ਐਕਟ ਬਣਾਉਣ ਵਾਸਤੇ, ਠੀਕ ਹੈ ਨਾ। ਦੋਨੇ ਹਾਊਸਿਸ ਨੇ ਬਿੱਲ ਪਾਸ ਕਰਤਾ ਅਤੇ ਉਸ ਬਿੱਲ ਨੂੰ ਫਿਰ ਪ੍ਰੈਸੀਡੈਂਟ ਦੇ ਸਾਈਨ ਜ਼ਰੂਰੀ ਨੇ, ਠੀਕ ਹੈ ਨਾ, ਲਾਅ ਬਣਨ ਵਾਸਤੇ। ਇਸੇ ਕਰਕੇ ਕਿਹਾ ਜਾਂਦਾ ਕਿ ਪ੍ਰੈਸੀਡੈਂਟ ਜਿਹੜੇ ਪਾਰਲੀਮੈਂਟ ਦਾ ਇੰਟੀਗਰਲ ਪਾਰਟ ਨੇ। ਚਲੋ ਹੁਣ ਕੁਐਸਚਨ 'ਤੇ ਆਈਏ ਜੀ ਆਪਾਂ। ਕੁਐਸਚਨ ਦਾ ਕਿਹੜਾ ਆਰਟੀਕਲ ਹੈ ਜਿਹੜਾ ਪਾਰਲੀਮੈਂਟ ਬਾਰੇ ਦੱਸ ਰਿਹਾ ਆਪਾਂ ਨੂੰ? ਉਹ ਹੈਗਾ ਆਰਟੀਕਲ 79, ਆਰਟੀਕਲ 79, ਠੀਕ ਹੈ ਨਾ। ਦੇਖੋ ਕੁਛ ਇੱਕ ਟ੍ਰਿਕਸ ਹੁੰਦੀਆਂ ਨੇ ਆਰਟੀਕਲਸ ਯਾਦ ਕਰਨ ਵਾਸਤੇ, ਹੈ ਨਾ, ਜਿਵੇਂ ਕਿ ਜੇ ਆਪਾਂ ਪ੍ਰੈਸੀਡੈਂਟ ਦੀ ਗੱਲ ਕਰੀਏ, ਪ੍ਰੈਸੀਡੈਂਟ ਦੇ ਕਿਹੜੇ ਆਰਟੀਕਲਸ ਨੇ? ਲਗਭਗ ਆਰਟੀਕਲ 52 ਤੋਂ ਲੈ ਕੇ ਆਰਟੀਕਲ 62, ਠੀਕ ਹੈ। ਉਸ ਤੋਂ ਬਾਅਦ 'ਚੋਂ ਵਾਈਸ ਪ੍ਰੈਸੀਡੈਂਟ ਦੇ ਸਟਾਰਟ ਹੋ ਜਾਂਦੇ ਨੇ 63 ਤੋਂ ਲੈ ਕੇ, ਠੀਕ ਹੈ ਨਾ, 63 ਤੋਂ ਲੈ ਕੇ ਮੇਬੀ 70 ਜਾਂ ਕੁਛ ਇੱਦਾਂ ਤੱਕ, ਠੀਕ ਹੈ ਨਾ। ਅਤੇ ਜਿਹੜਾ ਪਾਰਲੀਮੈਂਟ ਦੇ ਜਿਹੜੇ ਆਰਟੀਕਲਸ ਨੇਗੇ ਉਹ ਲਗਭਗ 75 ਤੋਂ ਬਾਅਦ 74, 75 ਇਹ ਸਾਰੇ ਆਰਟੀਕਲਸ ਨੇ ਜਿਹੜੇ ਪਾਰਲੀਮੈਂਟ ਦੇ ਨਾਲ ਰਿਲੇਟਡ ਨੇ, ਠੀਕ ਹੈ ਨਾ। ਤਾਂ ਆਪਾਂ ਨੂੰ ਇਹ ਛੋਟੀਆਂ ਟ੍ਰਿਕਸ ਨੇਗੀਆਂ, ਛੋਟੇ ਪੈਟਰਨ ਨੇ ਜਿਹੜੇ ਬਣ ਜਾਣਗੇ ਵਿਦ ਟਾਈਮ। ਜਦੋਂ ਆਪਾਂ ਹੋਰ ਚੀਜ਼ਾਂ ਪੜ੍ਹਾਂਗੇ ਤਾਂ ਆਪਣੇ ਆਟੋਮੈਟਿਕਲੀ ਚੀਜ਼ਾਂ ਯਾਦ ਹੋਣ ਲੱਗ ਜਾਣਗੀਆਂ। ਤਾਂ ਜਿਹੜਾ ਹੁਣ ਆਰਟੀਕਲ 69 ਹੈ ਆਪਾਂ ਆਟੋਮੈਟਿਕਲੀ ਇਹਨੂੰ ਐਲੀਮੀਨੇਟ ਕਰ ਦਾਂਗੇ ਕਿ ਇਹ ਤਾਂ ਹੋ ਹੀ ਨਹੀਂ ਸਕਦਾ, ਠੀਕ ਹੈ ਨਾ। ਤਾਂ ਇੱਦਾਂ ਦੇ ਜਿਹੜੇ ਆਰਟੀਕਲਸ ਨੇ, ਆਰਟੀਕਲ 99 ਨੂੰ ਵੀ ਐਲੀਮੀਨੇਟ ਕਰ ਦਾਂਗੇ ਆਪਾਂ, ਠੀਕ ਹੈ। ਅਤੇ ਬਾਕੀ ਇਹ ਕਾਮਨ ਆਰਟੀਕਲ ਹੈ 79 ਪਾਰਲੀਮੈਂਟ ਬਾਰੇ, ਠੀਕ ਹੈ ਨਾ। ਤਾਂ ਇਹ ਈਜ਼ੀ ਕੁਐਸਚਨ ਹੈ, ਕੋਈ ਜ਼ਿਆਦਾ ਔਖਾ ਨਹੀਂ ਹੈਗਾ। ਚਲੋ, ਅਕੋਰਡਿੰਗ ਟੂ ਵਿਚ ਆਰਟੀਕਲ ਇੰਡੀਅਨ ਕੌਨਸਟੀਟਿਊਸ਼ਨ ਇਜ਼ ਹਿੰਦੀ ਇਨ ਦੇਵਨਾਗਰੀ ਸਕ੍ਰਿਪਟ ਦ ਓਫੀਸ਼ੀਅਲ ਲੈਂਗੁਏਜ ਆਫ ਦ ਯੂਨੀਅਨ? ਦੇਖੋ ਕਿਹੜਾ ਆਰਟੀਕਲ ਇਹ ਕਹਿ ਰਿਹਾ ਕਿ ਆਪਣੀ ਓਫੀਸ਼ੀਅਲ ਲੈਂਗੁਏਜ ਹੈਗੀ ਹੈ। ਪਹਿਲੀ ਗੱਲ ਤਾਂ ਦੇਖੋ ਓਫੀਸ਼ੀਅਲ ਲੈਂਗੁਏਜ ਅਤੇ ਇੱਕ ਨੈਸ਼ਨਲ ਲੈਂਗੁਏਜ ਹੁੰਦੀ ਹੈ, ਫਰਕ ਹੁੰਦਾ। ਆਪਣੇ ਦੇਸ਼ ਦੀ ਕੋਈ ਨੈਸ਼ਨਲ ਲੈਂਗੁਏਜ ਨਹੀਂ ਹੈ ਐਜ਼ ਸੱਚ, ਠੀਕ ਹੈ। ਓਫੀਸ਼ੀਅਲ ਲੈਂਗੁਏਜ ਹੈਗੀ ਆ, ਉਹ ਕਿਹੜੀ ਹੈ? ਹਿੰਦੀ ਹੈਗੀ ਹੈ, ਠੀਕ ਹੈ, ਲੈਂਗੁਏਜ ਹਿੰਦੀ ਹੈ। ਸਕ੍ਰਿਪਟ ਕਿਹੜੇ ਵਿੱਚ? ਦੇਵਨਾਗਰੀ ਸਕ੍ਰਿਪਟ, ਠੀਕ ਹੈ। ਤਾਂ ਉਹ ਜਿਹੜਾ ਆਰਟੀਕਲ ਹੈ ਉਹ ਆਰਟੀਕਲ ਹੈਗਾ 343, ਠੀਕ ਹੈ, 343 ਪਾਰਟ 17 ਦੇ ਵਿੱਚ ਆਉਂਦਾ ਹੈਗਾ, ਪਾਰਟ 17। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਆਪਣੇ ਕੌਨਸਟੀਟਿਊਸ਼ਨ ਦੇ 25 ਪਾਰਟਸ ਨੇਗੇ, ਤਾਂ ਉਸ ਦੇ ਵਿੱਚ ਜਿਹੜਾ ਪਾਰਟ 17 ਹੈ ਉਸ ਦੇ ਵਿੱਚ ਲੈਂਗੁਏਜਿਸ ਦੀ ਗੱਲ ਕੀਤੀ ਗਈ ਹੈ, ਓਫੀਸ਼ੀਅਲ ਲੈਂਗੁਏਜਿਸ, ਰੀਜਨਲ ਲੈਂਗੁਏਜਿਸ, ਇਹ ਸਭ, ਠੀਕ ਹੈ। ਤਾਂ ਉਸ ਦੇ ਵਿੱਚ ਹੀ ਇੱਕ ਆਰਟੀਕਲ ਆਉਂਦਾ ਆਰਟੀਕਲ 343, ਜਿਹੜਾ ਕਿ ਕਹਿੰਦਾ ਕਿ ਸਾਡੇ ਦੇਸ਼ ਦੀ ਜਿਹੜੀ ਓਫੀਸ਼ੀਅਲ ਲੈਂਗੁਏਜ ਹੈ ਦੈਟ ਵੁੱਡ ਬੀ ਹਿੰਦੀ ਇਨ ਦੇਵਨਾਗਰੀ ਸਕ੍ਰਿਪਟ। ਦੇਖੋ ਸਕ੍ਰਿਪਟ ਅਤੇ ਲੈਂਗੁਏਜ ਦੇ ਵਿੱਚ ਡਿਫਰੈਂਸ ਪਤਾ ਨਾ ਤੁਹਾਨੂੰ। ਲੈਂਗੁਏਜ ਤਾਂ ਦੇਖੋ ਆਪਾਂ ਬੋਲ ਸਕਦੇ ਹਾਂ, ਸਕ੍ਰਿਪਟ ਉਹ ਚੀਜ਼ ਹੁੰਦੀ ਹੈ ਜਿਹੜੀ ਲਿਖੀ ਜਾਵੇ, ਠੀਕ ਹੈ ਨਾ। ਦੇਵਨਾਗਰੀ ਕੀ ਹੋਇਆ ਜੀ, ਜਿਵੇਂ ਕੈ, ਖੈ, ਗੈ, ਇਹ ਦੇਵਨਾਗਰੀ ਸਕ੍ਰਿਪਟ ਹੈਗੀ। ਊੜਾ, ਐੜਾ, ਇਹ ਗੁਰਮੁਖੀ ਸਕ੍ਰਿਪਟ ਹੈਗੀ, ਠੀਕ ਹੈ ਨਾ, ਇਹ ਸਕ੍ਰਿਪਟ ਹੈਗੀ, ਠੀਕ ਹੈ। ਰਾਮ, ਇਹ ਰਾਮ ਗਾ ਰਿਹਾ ਹੈ, ਇਹ ਜਿਹੜਾ ਮੈਂ ਬੋਲ ਰਿਹਾ ਇਹ ਲੈਂਗੁਏਜ ਹੈਗੀ, ਠੀਕ ਹੈ ਨਾ। ਜਦੋਂ ਮੈਂ ਇਸੇ ਚੀਜ਼ ਨੂੰ ਲਿਖਣਾ ਹੋਇਆ ਤਾਂ ਮੈਂ ਗੁਰਮੁਖੀ ਸਕ੍ਰਿਪਟ ਦੇ ਵਿੱਚ ਲਿਖੂੰਗਾ। ਆਪਣੀ ਭਾਸ਼ਾ ਦਾ ਨਾਮ ਪੰਜਾਬੀ ਹੈ, ਜਿਹੜੀ ਆਪਣੀ ਸਕ੍ਰਿਪਟ ਹੈ ਉਹਦਾ ਨਾਮ ਗੁਰਮੁਖੀ ਹੈ, ਠੀਕ ਹੈ। ਉਸੇ ਤਰ੍ਹਾਂ ਜਿਹੜੀ ਦੇਵਨਾਗਰੀ ਹੈ ਉਹ ਸਕ੍ਰਿਪਟ ਹੈਗੀ ਅਤੇ ਜਿਹੜੀ ਲੈਂਗੁਏਜ ਹੈ ਉਹ ਹਿੰਦੀ ਹੈ, ਠੀਕ ਹੈ। ਤਾਂ ਆਰਟੀਕਲ 343 ਕਹਿ ਰਿਹਾ ਕਿ ਆਪਣੇ ਭਾਰਤ ਦੀ ਹਿੰਦੀ ਜਿਹੜੀ ਹੈ ਲੈਂਗੁਏਜ ਹੈ ਓਫੀਸ਼ੀਅਲ ਅਤੇ ਦੇਵਨਾਗਰੀ ਸਕ੍ਰਿਪਟ ਦੇ ਵਿੱਚ ਹੈਗੀ ਹੈ, ਠੀਕ ਹੈ। ਅੱਛਾ, ਇਸ ਤੋਂ ਇਲਾਵਾ ਹੋਰ ਆਪਣੇ ਕੋਲ ਇੱਕ 8th ਸ਼ਡਿਊਲ ਆਉਂਦਾ ਹੈਗਾ, ਠੀਕ ਹੈ। ਆਪਣੇ 12 ਸ਼ਡਿਊਲ ਨੇਗੇ, ਤੁਹਾਨੂੰ ਪਤਾ ਹੈ। 8th ਸ਼ਡਿਊਲ ਹੈ ਜਿਹੜਾ, ਉਹ ਕੀ ਕਹਿ ਰਿਹਾ ਹੈਗਾ, ਉਸ ਦੇ ਵਿੱਚ ਲੈਂਗੁਏਜਿਸ ਨੇ ਕੁਛ। ਇਨੀਸ਼ੀਅਲੀ ਲੈਂਗੁਏਜਿਸ ਕਿੰਨੀਆਂ ਸੀਗੀਆਂ? 14 ਸੀਗੀਆਂ। ਐਟ ਪ੍ਰੈਜ਼ੈਂਟ ਵੱਧ ਕੇ ਉਹ ਬਣ ਗਿਆ 22 ਲੈਂਗੁਏਜਿਸ ਬਣ ਗਈਆਂ 8th ਸ਼ਡਿਊਲ ਦੇ ਵਿੱਚ। ਬਾਕੀ ਸ਼ਡਿਊਲ ਵਾਲਾ ਚੈਪਟਰ ਕਾਫੀ ਇੰਪੋਰਟੈਂਟ ਹੈਗਾ, ਠੀਕ ਹੈ, ਉਹ ਅੱਛੀ ਤਰ੍ਹਾਂ ਪੜ੍ਹਨ ਵਾਲਾ ਹੈਗਾ ਕਿ ਸਾਰੇ ਸ਼ਡਿਊਲ ਦੇ ਵਿੱਚ ਕੀ ਕੁਛ ਹੈਗਾ, ਠੀਕ ਹੈ ਨਾ। ਡਾਇਰੈਕਟ ਕੁਐਸਚਨ, ਸਿੰਪਲ ਕੁਐਸਚਨਸ ਆ ਜਾਂਦੇ ਨੇ ਉਹਦੇ ਵਿੱਚੋਂ, ਅਤੇ ਬੜੀ ਈਜ਼ੀ ਹੁੰਦਾ ਕਿ ਉਹਨੂੰ ਕੁਐਸਚਨ ਸੋਲਵ ਕਰਨਾ, ਠੀਕ ਹੈ। ਤਾਂ 14 ਤੋਂ 22 ਲੈਂਗੁਏਜਿਸ ਐਟ ਪ੍ਰੈਜ਼ੈਂਟ ਹੈਗੀਆਂ ਨੇ 8th ਸ਼ਡਿਊਲ ਦੇ ਵਿੱਚ, ਠੀਕ ਹੈ। ਚਲੋ, ਠੀਕ ਹੈ ਜੀ। ਹਾਊ ਮੈਨੀ ਮੈਂਬਰਸ ਆਰ ਨੋਮੀਨੇਟਡ ਟੂ ਦ ਰਾਜ ਸਭਾ? ਨੋਮੀਨੇਟਡ, ਦੇਖੋ ਇਲੈਕਸ਼ਨ ਅਤੇ ਨੋਮੀਨੇਸ਼ਨ ਦੇ ਵਿੱਚ ਫਰਕ ਹੁੰਦਾ ਹੈ। ਇਲੈਕਸ਼ਨ ਦਾ ਮਤਲਬ ਕੀ ਹੈ? ਕੋਈ ਬੰਦੇ ਚੁਣ ਕੇ ਆਏ, ਕੁਛ 100 ਬੰਦਿਆਂ ਨੇ ਇੱਕ ਬੰਦਾ ਚੁਣਿਆ, ਜਾਂ ਹੈ ਨਾ 1000 ਬੰਦਿਆਂ ਨੇ ਇੱਕ ਬੰਦਾ ਚੁਣਿਆ, ਮਤਲਬ ਉਹ ਲੋਕਾਂ ਨੇ ਵੋਟਾਂ ਪਾਈਆਂ, ਠੀਕ ਹੈ। ਨੋਮੀਨੇਸ਼ਨ ਦਾ ਕੀ ਮਤਲਬ ਹੁੰਦਾ ਹੈ ਵੀ ਕਿਸੇ ਇੱਕ ਵੱਡੇ ਬੰਦੇ ਨੇ ਸਿਰਫ ਆਪਣੀ ਮਰਜ਼ੀ ਦੇ ਨਾਲ, ਦੇਖੋ ਕਿ ਮੈਂ ਕੋਈ ਟੈਕਨੀਕਲ ਲੈਂਗੁਏਜ ਯੂਜ਼ ਨਹੀਂ ਕਰ ਰਿਹਾ, ਮੈਂ ਜਸਟ ਸਮਝਾਉਣ ਲਈ ਇਹ ਗੱਲ ਕਹਿ ਰਿਹਾ ਕਿ ਕਿਸੇ ਬੰਦੇ ਨੇ ਆਪਣੀ ਮਰਜ਼ੀ ਨਾਲ ਕਿਸੇ ਦੂਸਰੇ ਬੰਦੇ ਨੂੰ ਬਿਠਾਤਾ, ਨੋਮੀਨੇਟ ਕਰਤਾ ਸਿੰਪਲੀ। ਕਈ ਲੋਕਾਂ ਨੇ ਚੁਣ ਕੇ ਨਹੀਂ ਬਿਠਾਇਆ ਉਹਨੂੰ, ਸਿੰਪਲੀ ਨੋਮੀਨੇਟ ਹੋ ਗਿਆ, ਠੀਕ ਹੈ ਨਾ। ਤਾਂ ਇਹ ਚੀਜ਼ ਹੈਗੀ।
ਇਸੇ ਤਰ੍ਹਾਂ ਪ੍ਰੈਸੀਡੈਂਟ ਕੋਲੇ ਪਾਵਰਸ ਹੁੰਦੀਆਂ ਨੇਗੀਆਂ। ਪ੍ਰੈਸੀਡੈਂਟ ਕੋਲੇ ਪਾਵਰ ਹੈ ਕਿ ਉਹ ਰਾਜ ਸਭਾ ਦੇ ਵਿੱਚ ਕੁਛ ਮੈਂਬਰਸ ਨੇ, ਕੁਛ ਨੰਬਰ ਆਫ ਮੈਂਬਰਸ ਨੇ ਜਿਹੜੇ ਨੋਮੀਨੇਟ ਕਰ ਸਕਦਾ ਹੈ। ਦੇਖੋ ਰਾਜ ਸਭਾ ਦੀ ਮੈਕਸਿਮਮ ਸਟਰੈਂਥ ਕਿੰਨੀ ਦਿੱਤੀ ਹੋਈ ਹੈ ਆਪਣੀ ਕਨਸਟੀਟਿਊਸ਼ਨ ਦੇ ਵਿੱਚ, 250, ਠੀਕ ਹੈ ਨਾ। ਇਹਦੇ ਵਿੱਚ 230 ਜਿਹੜੇ ਮੈਂਬਰਸ ਨੇ ਉਹ ਤਾਂ ਹੈਗੇ ਨੇ ਇਲੈਕਟਡ, ਅਤੇ 12 ਮੈਂਬਰਸ ਨੇ ਜਿਹੜੇ ਉਹ ਪ੍ਰੈਸੀਡੈਂਟ ਨੋਮੀਨੇਟ ਕਰ ਸਕਦਾ ਹੈ, ਠੀਕ ਹੈ ਨਾ। ਤਾਂ ਇਸ ਕੁਐਸਚਨ ਦਾ ਆਨਸਰ ਆਏਗਾ ਜੀ ਆਪਣਾ 12। ਹੁਣ ਇਹ 12 ਮੈਂਬਰਸ ਕਿਹੜੇ ਹੋ ਸਕਦੇ ਨੇ, ਕੌਣ ਹੋ ਸਕਦੇ ਨੇ? ਦੇਖੋ ਉਹ ਸਿਟੀਜ਼ਨਸ ਆਫ ਇੰਡੀਆ ਜਿਹੜੇ ਜਿਨ੍ਹਾਂ ਨੇ ਕਿ ਡਿਫਰੈਂਟ ਫੀਲਡਸ ਦੇ ਵਿੱਚ ਕੋਈ ਵਧੀਆ ਕੰਮ ਕੀਤਾ, ਕੋਈ ਆਰਟਸ ਦੇ ਵਿੱਚ ਕੰਮ ਕੀਤਾ, ਸਪੋਰਟਸ ਦੇ ਵਿੱਚ ਕੰਮ ਕੀਤਾ, ਕੋਈ ਲਿਟਰੇਚਰ ਦੇ ਵਿੱਚ ਕੰਮ ਕੀਤਾ, ਮਤਲਬ ਇੱਦਾਂ ਦੇ ਡਾਈਵਰਸ ਫੀਲਡਸ ਨੇ ਉਹਨਾਂ ਦੇ ਵਿੱਚ ਕੋਈ ਕੰਮ ਕੀਤਾ ਹੈ। ਤਾਂ ਐਸੇ ਜਿਹੜੇ ਪ੍ਰੋਮੀਨੈਂਟ ਪਰਸਨੈਲਿਟੀਜ਼ ਨੇ ਇੰਡੀਆ ਦੀਆਂ, ਉਹ ਜਿਹੇ ਲੋਕਾਂ ਨੂੰ ਪ੍ਰੈਸੀਡੈਂਟ ਰਾਜ ਸਭਾ ਦੇ ਵਿੱਚ ਨੋਮੀਨੇਟ ਕਰ ਸਕਦਾ ਹੈ, ਠੀਕ ਹੈ ਨਾ। ਤਾਂ ਮੈਕਸਿਮਮ 12 ਬੰਦਿਆਂ ਨੂੰ ਨੋਮੀਨੇਟ ਕਰ ਸਕਦਾ ਹੈ ਪ੍ਰੈਸੀਡੈਂਟ, ਠੀਕ ਹੈ। ਇਹ ਚੀਜ਼ ਹੈਗੀ। ਅੱਛਾ, ਇੱਕ ਚੀਜ਼ ਹੋਰ, ਲੋਕ ਸਭਾ ਦੇ ਵਿੱਚ ਵੀ ਪਹਿਲਾਂ ਪ੍ਰੋਵੀਜ਼ਨ ਸੀਗੀ ਕਿ 2 ਮੈਂਬਰਸ ਨੇ ਜਿਹੜੇ ਐਂਗਲੋ ਇੰਡੀਅਨਸ ਮੈਂਬਰਸ, ਉਹ ਨੋਮੀਨੇਟ ਪ੍ਰੈਸੀਡੈਂਟ ਕਰ ਸਕਦਾ ਸੀਗਾ। ਬਟ ਹੁਣ ਇੱਕ ਅਮੈਂਡਮੈਂਟ ਆਈ ਹੈਗੀ, ਠੀਕ ਹੈ, 104 ਕਨਸਟੀਟਿਊਸ਼ਨਲ ਅਮੈਂਡਮੈਂਟ ਆਈ ਹੈ, ਠੀਕ ਹੈ। ਉਸ ਦੇ ਨਾਲ ਕੀ ਹੋਇਆ ਹੈ ਕਿ ਹੁਣ ਐਂਗਲੋ ਇੰਡੀਅਨਸ ਨਹੀਂ ਹੁੰਦੇ ਹੈਗੇ, ਠੀਕ ਹੈ ਨਾ। ਤਾਂ ਹੁਣ ਲੋਕ ਸਭਾ ਦੇ ਵਿੱਚ ਕੋਈ ਨੋਮੀਨੇਟਡ ਮੈਂਬਰਸ ਨਹੀਂ ਹੈਗੇ ਐਟ ਪ੍ਰੈਜ਼ੈਂਟ, ਠੀਕ ਹੈ। ਸਿਰਫ ਔਰ ਸਿਰਫ ਹੁਣ ਰਾਜ ਸਭਾ ਦੇ ਵਿੱਚ ਨੋਮੀਨੇਟਡ ਮੈਂਬਰਸ ਨੇ, ਠੀਕ ਹੈ ਨਾ। ਤੁਸੀਂ ਨੋਟ ਕਰ ਸਕਦੇ ਹੋ 104 ਅਮੈਂਡਮੈਂਟ ਹੈਗੀ, ਉਸ ਦੇ ਨਾਲ ਹੁਣ ਅਸੀਂ ਲੋਕ ਸਭਾ ਦੇ ਵਿੱਚ ਕੋਈ ਐਂਗਲੋ ਇੰਡੀਅਨ ਜਿਹੜੇ ਨੋਮੀਨੇਸ਼ਨ ਨਹੀਂ ਹੁੰਦੀ ਹੈਗੀ, ਠੀਕ ਹੈ। ਇਨ ਯੂਨੀਅਨ ਗਵਰਨਮੈਂਟ ਕਾਊਂਸਲ ਆਫ ਮਿਨਿਸਟਰਸ ਇਜ਼ ਕਲੈਕਟਿਵਲੀ ਰਿਸਪੋਂਸੀਬਲ ਟੂ ਹੋਮ। ਦੇਖੋ ਕਾਊਂਸਲ ਆਫ ਮਿਨਿਸਟਰਸ ਕੀ ਹੁੰਦਾ ਹੈਗਾ, ਸਿੰਪਲੀ ਇਹੀ ਗਵਰਨਮੈਂਟ ਹੈਗੀ, ਹੈ ਨਾ, ਠੀਕ ਹੈ। ਮੰਨ ਲਓ 550 ਜੀ ਆਪਣੀ ਲੋਕ ਸਭਾ ਦੀ ਸਟਰੈਂਥ ਹੈਗੀ, ਠੀਕ ਹੈ। ਤਾਂ ਜੇ ਆਪਾਂ 15% ਲਗਾਈਏ 1575, ਤਾਂ 80 to 90 ਜਿਹੜੇ ਬਣਦੇ ਨੇ ਆਪਣੇ ਕਾਊਂਸਲ ਆਫ ਮਿਨਿਸਟਰਸ ਬਣਦੇ ਨੇ, ਹੈ ਨਾ। 80 to 90 ਤੁਸੀਂ 100 ਮੇ ਵੀ ਬਣਦੇ ਹੋਣ, ਤਾਂ ਇੰਨੇ ਕਾਊਂਸਲ ਆਫ ਮਿਨਿਸਟਰ ਬਣਦੇ ਨੇ। ਮਤਲਬ ਮਿਨਿਸਟਰ ਕੀ ਹੋਇਆ, ਇਹ ਸਾਰੇ ਮੰਤਰਾਲੇ, ਫਾਈਨਾਂਸ ਮਿਨਿਸਟਰ, ਹੋਮ ਮਿਨਿਸਟਰ, ਠੀਕ ਹੈ, ਟੈਕਸਟਾਈਲ ਮਿਨਿਸਟਰ, ਜਿੰਨੇ ਵੀ ਮਿਨਿਸਟਰੀਜ਼ ਨੇਗੀਆਂ, ਉਹ ਸਾਰੇ ਦੈਟ ਕੌਂਸਟੀਟਿਊਟ ਕਾਊਂਸਲ ਆਫ ਮਿਨਿਸਟਰਸ। ਸਿੰਪਲੀ ਸਰਕਾਰ, ਜਿਹਨੂੰ ਆਪਾਂ ਸਰਕਾਰ ਕਹਿੰਦੇ ਹਾਂ, ਦੈਟ ਇਜ਼ ਬੇਸਿਕਲੀ ਦਾ ਕਾਊਂਸਲ ਆਫ ਮਿਨਿਸਟਰਸ, ਠੀਕ ਹੈ। ਹੁਣ ਜਿਹੜੀ ਇਹ ਸਰਕਾਰ ਹੈ, ਇਹ ਕਾਊਂਸਲ ਆਫ ਮਿਨਿਸਟਰ ਹੈ, ਦੈਟ ਇਜ਼ ਕਲੈਕਟਿਵਲੀ ਰਿਸਪੋਂਸੀਬਲ ਟੂ ਹੋਮ, ਦੈਟ ਇਜ਼ ਕਲੈਕਟਿਵਲੀ ਰਿਸਪੋਂਸੀਬਲ ਟੂ ਲੋਕ ਸਭਾ, ਦਾ ਲੋਅਰ ਹਾਊਸ ਆਫ ਪੀਪਲ, ਠੀਕ ਹੈ ਨਾ। ਇਹ ਚੀਜ਼ ਜ਼ਰੂਰੀ ਹੈਗੀ। ਦੇਖੋ ਕਿਉਂ ਰਿਸਪੋਂਸੀਬਲ ਹੈਗੀ ਹੈ। ਹੁਣ ਦੇਖੋ ਜਿਹੜੀ ਸਰਕਾਰ ਹੈ ਉਹ ਵੀ ਪਾਰਲੀਮੈਂਟ ਦੇ ਵਿੱਚੋਂ ਚੁਣੀ ਜਾਂਦੀ ਹੈਗੀ, ਹੈ ਨਾ, ਠੀਕ ਹੈ। ਅਤੇ ਜਿਹੜੀ ਲੋਕ ਸਭਾ ਦੇ ਵਿੱਚ ਹੈ, ਲੋਕ ਸਭਾ ਦੇ ਜਿਹੜੇ ਮੈਂਬਰਸ ਬੈਠੇ ਨੇ ਉਹ ਡਾਇਰੈਕਟਲੀ ਇਲੈਕਟਡ ਨੇਗੇ, ਠੀਕ ਹੈ ਨਾ, ਆਪਣੇ ਦੁਆਰਾ ਚੁਣੇ ਹੋਏ। ਆਪਾਂ MPs ਆਪਣੇ ਭੇਜਦੇ ਹਾਂ, ਠੀਕ ਹੈ ਨਾ, ਆਪਣੀ ਕੌਂਸਟੀਟੂਐਂਸੀ ਦੇ ਵਿੱਚੋਂ ਜਦੋਂ ਜਨਰਲ ਇਲੈਕਸ਼ਨ ਹੁੰਦੇ ਨੇਗੇ, ਜਦੋਂ ਆਪਾਂ ਪ੍ਰਾਈਮ ਮਿਨਿਸਟਰ ਚੁਣਦੇ ਹਾਂ, ਉਦੋਂ ਆਪਾਂ MP ਚੁਣ ਕੇ ਭੇਜਦੇ ਹਾਂ, ਠੀਕ ਹੈ ਨਾ। ਤਾਂ ਉਹ ਲੋਕ ਸਭਾ ਦੇ ਵਿੱਚ ਜਾ ਕੇ ਬੈਠਦੇ ਨੇਗੇ। ਤਾਂ ਜਿਹੜੇ ਲੋਕ ਆਪਾਂ ਚੁਣ ਕੇ ਭੇਜਦੇ ਹਾਂ, ਸਿਰਫ ਉਹਨਾਂ ਨੂੰ ਹੀ ਰਿਸਪੋਂਸੀਬਲ ਹੋਊਗੀ ਨਾ। ਰਾਜ ਸਭਾ ਦੇ ਵਿੱਚ ਦੇਖੋ ਜਿਹੜੀ ਇਲੈਕਸ਼ਨ ਹੁੰਦਾ, ਇਨਡਾਇਰੈਕਟ ਇਲੈਕਸ਼ਨ ਹੁੰਦਾ ਹੈਗਾ, ਠੀਕ ਹੈ ਨਾ, ਡਾਇਰੈਕਟ ਇਲੈਕਸ਼ਨ ਨਹੀਂ ਹੁੰਦਾ ਹੈਗਾ। ਇਸ ਕਰਕੇ ਜਿਹੜੀ ਕਾਊਂਸਲ ਆਫ ਮਿਨਿਸਟਰ ਹੈ ਉਹਨਾਂ ਨੂੰ ਰਿਸਪੋਂਸੀਬਲ ਨਹੀਂ ਹੈਗੀ, ਸਿਰਫ ਔਰ ਸਿਰਫ ਲੋਕ ਸਭਾ ਨੂੰ ਰਿਸਪੋਂਸੀਬਲ ਹੈ, ਠੀਕ ਹੈ। ਤਾਂ ਪਾਰਲੀਮੈਂਟ ਇੱਥੇ ਆਨਸਰ ਨਹੀਂ ਆਏਗਾ, ਧਿਆਨ ਰੱਖਣਾ ਹੈ, ਬੜੀ ਕਨਫਿਊਜ਼ਨ ਹੁੰਦੀ ਹੈ ਕਈ ਵਾਰੀ ਇੱਥੇ। ਤਾਂ ਲੋਕ ਸਭਾ ਆਨਸਰ ਆਏਗਾ ਇੱਥੇ। ਹਾਂ, ਅਗਰ ਆਪਸ਼ਨ ਦੇ ਵਿੱਚ ਲੋਕ ਸਭਾ ਨਹੀਂ ਹੈ, ਇਕੱਲਾ ਪਾਰਲੀਮੈਂਟ ਹੈ, ਤਾਂ ਫਿਰ ਅਸੀਂ ਪਾਰਲੀਮੈਂਟ ਟਿਕ ਕਰਾਂਗੇ। ਧਿਆਨ ਨਾਲ ਸੁਣੋ, ਆਨਸਰ ਵੈਸੇ ਲੋਕ ਸਭਾ ਆਉਣਾ ਚਾਹੀਦਾ, ਠੀਕ ਹੈ। ਅਗਰ ਆਪਸ਼ਨ ਦੇ ਵਿੱਚ ਲੋਕ ਸਭਾ ਨਹੀਂ ਹੈ, ਇਕੱਲਾ ਸਿੰਪਲ ਸਿਰਫ ਔਰ ਸਿਰਫ ਪਾਰਲੀਮੈਂਟ ਹੀ ਆਪਸ਼ਨ ਦੇ ਵਿੱਚ ਹੈ, ਲੋਕ ਸਭਾ ਨਹੀਂ ਹੈ, ਫਿਰ ਅਸੀਂ ਪਾਰਲੀਮੈਂਟ ਵੀ ਟਿਕ ਕਰਾਂਗੇ, ਠੀਕ ਹੈ। ਇਹ ਥੋੜ੍ਹੀ ਜਿਹੀ ਚੀਜ਼ ਹੈ। ਅੱਛਾ, ਇਹਦਾ ਆਰਟੀਕਲ ਕਿਹੜਾ ਹੈ? ਆਰਟੀਕਲ 75, ਕਾਫੀ ਇੰਪੋਰਟੈਂਟ ਆਰਟੀਕਲ ਹੈ। ਆਪਣੇ ਦੇਸ਼ ਦੀ ਜਿਹੜੀ ਪਾਰਲੀਮੈਂਟਰੀ ਡੈਮੋਕ੍ਰੇਸੀ ਹੈ, ਉਸ ਦਾ ਇੱਕ ਬੇਸਿਕ ਆਰਟੀਕਲ 75 ਇਹੀ ਕਹਿੰਦਾ ਹੈਗਾ ਕਿ ਜਿਹੜੀ ਯੂਨੀਅਨ ਗਵਰਨਮੈਂਟ ਹੈ, ਦੈਟ ਸ਼ੁੱਡ ਬੀ ਦ ਕਾਊਂਸਲ ਆਫ ਮਿਨਿਸਟਰ ਸ਼ੁੱਡ ਬੀ ਕਲੈਕਟਿਵਲੀ ਰਿਸਪੋਂਸੀਬਲ ਟੂ ਦਾ ਹਾਊਸ ਆਫ ਪੀਪਲ। ਇਹ ਆਰਟੀਕਲ 75 ਕਹਿ ਰਿਹਾ, ਠੀਕ ਹੈ। ਇਹੀ ਆਪਣਾ ਪਾਰਲੀਮੈਂਟਰੀ ਡੈਮੋਕ੍ਰੇਸੀ ਦਾ ਬੈਡਰੋਕ ਹੈ, ਬੇਸਿਕ ਫਾਊਂਡੇਸ਼ਨ ਇਹੀ ਹੈਗੀ ਹੈ ਸਾਡੀ ਪਾਰਲੀਮੈਂਟਰੀ ਡੈਮੋਕ੍ਰੇਸੀ ਦੀ, ਠੀਕ ਹੈ। ਚਲੋ, ਬਾਈ ਵਿਚ ਕੌਂਸਟੀਟਿਊਸ਼ਨਲ ਅਮੈਂਡਮੈਂਟ ਆਫ ਦ ਪਾਵਰਸ ਆਫ ਪ੍ਰੈਸੀਡੈਂਟ ਦੀਆਂ ਪਾਵਰ ਕਟੇਲ ਕਰਤੀਆਂ ਸੀਗੀਆਂ, ਐਂਡ ਹੀ ਵਾਸ ਬਾਊਂਡ ਟੂ ਐਕਸੈਪਟ ਦ ਐਡਵਾਈਸ ਆਫ ਗਿਵਨ ਬਾਈ ਕਾਊਂਸਲ ਆਫ ਮਿਨਿਸਟਰ। ਦੇਖੋ ਆਪਾਂ ਨੂੰ ਪਤਾ ਵੀ ਜਿਹੜਾ ਪ੍ਰੈਸੀਡੈਂਟ ਹੈ ਖੁਦ ਆਪਣੇ ਆਪ ਤੋਂ ਕੁਝ ਵੀ ਨਹੀਂ ਕਰਦਾ। ਹੀ ਇਜ਼ ਦਾ ਪ੍ਰੈਸੀਡੈਂਟ ਕੀ ਹੈਗਾ, ਸਿਰਫ ਇੱਕ ਡੀ ਜੂਰੇ ਐਗਜ਼ੀਕਿਊਟਿਵ ਹੈਡ ਹੈ, ਮਤਲਬ ਸਿਰਫ ਨੋਮੀਨਲ ਹੈਡ ਹੈਗਾ, ਨੋਮੀਨਲ ਹੈਡ ਹੈ। ਜਿਹੜਾ ਰੀਅਲ ਐਗਜ਼ੀਕਿਊਟਿਵ ਉਹ ਕੌਣ ਨੇ? ਪ੍ਰਾਈਮ ਮਿਨਿਸਟਰ, ਡੀ ਫੈਕਟੋ ਉਹ ਕੌਣ ਨੇਗੇ? ਰੀਅਲ ਐਗਜ਼ੀਕਿਊਟਿਵ ਪ੍ਰਾਈਮ ਮਿਨਿਸਟਰ, ਠੀਕ ਹੈ ਨਾ। ਤਾਂ ਸਾਰੇ ਕੰਮ ਬੇਸਿਕਲੀ ਪ੍ਰਾਈਮ ਮਿਨਿਸਟਰ ਨਹੀਂ ਕਰਨੇ ਹੁੰਦੇ ਨੇ, ਸਰਕਾਰ ਨਹੀਂ ਕਰਨੇ ਹੁੰਦੇ ਨੇ। ਜਿਹੜੇ ਪ੍ਰੈਸੀਡੈਂਟ ਨੇ ਉਹ ਸਿਰਫ ਔਰ ਸਿਰਫ ਸਾਈਨ ਕਰਦੇ ਨੇ ਅਤੇ ਮੋਹਰ ਲਾਉਂਦੇ ਨੇ, ਠੀਕ ਹੈ ਨਾ। ਆਲ ਐਗਜ਼ੀਕਿਊਟਿਵ ਫੰਕਸ਼ਨਸ ਆਰ ਟੂ ਬੀ ਕੈਰੀਡ ਇਨ ਦ ਨੇਮ ਆਫ ਪ੍ਰੈਸੀਡੈਂਟ, ਆਪਾਂ ਪੜ੍ਹਦੇ ਆਪਾਂ, ਠੀਕ ਹੈ, ਪੋਲਿਟੀ ਦੇ ਵਿੱਚ। ਅਤੇ ਹੁਣ ਇਹ ਕੀ ਕਿਹਾ ਗਿਆ ਹੈਗਾ ਕਿ ਪ੍ਰੈਸੀਡੈਂਟ ਪਹਿਲਾਂ ਇੱਦਾਂ ਨਹੀਂ ਸੀਗੇ, ਪ੍ਰੈਸੀਡੈਂਟ ਕੋਲ ਪਹਿਲਾਂ ਕੁਛ ਨਾ ਕੁਛ ਪਾਵਰਸ ਸੀਗੀਆਂ, ਬਟ ਇਹ ਕਰਟੇਲ ਕਰਤੀਆਂ। ਕਰਟੇਲ ਮਤਲਬ ਹਟਾਤੀਆਂ ਜਾਂ ਰੋਕ ਲਗਾਤੀ, ਠੀਕ ਹੈ ਨਾ, ਪਲੱਗ ਕਰਤੀਆਂ ਜਿਹੜੀਆਂ ਪਾਵਰਸ ਸੀਗੀਆਂ। ਅਤੇ ਹੁਣ ਸਿਰਫ ਕਾਊਂਸਲ ਆਫ ਮਿਨਿਸਟਰ ਦੀ ਐਡਵਾਈਸ ਨਾਲ ਹੀ ਕੰਮ ਕਰਨਗੇ। ਕਿਹੜਾ ਆਰਟੀਕਲ ਹੈ? ਆਰਟੀਕਲ 74 ਕਹਿ ਰਿਹਾ ਇਹ, ਠੀਕ ਹੈ ਨਾ, ਕਿ ਜਿਹੜਾ ਪ੍ਰੈਸੀਡੈਂਟ ਹੈ ਉਹ ਸਿਰਫ ਔਰ ਸਿਰਫ ਕਾਊਂਸਲ ਆਫ ਮਿਨਿਸਟਰ ਦੀ ਏਡ ਐਂਡ ਐਡਵਾਈਸ ਨਾਲ ਹੀ ਕੰਮ ਕਰੂਗਾ। ਆਰਟੀਕਲ 74 ਅਤੇ 75 ਕਾਫੀ ਇੰਪੋਰਟੈਂਟ ਨੇਗੇ।
ਐਜ਼ ਫਾਰ ਐਜ਼ ਪਾਰਲੀਮੈਂਟਰੀ ਡੈਮੋਕ੍ਰੇਸੀ ਇਜ਼ ਕੰਸਰਨਡ, ਠੀਕ ਹੈ। ਆਰਟੀਕਲ 74 ਹੈ ਜਿਹੜਾ ਆਪਣਾ। ਹੁਣ ਕਿਹੜੀ ਅਮੈਂਡਮੈਂਟ ਦੇ ਨਾਲ ਇਹ ਪਾਵਰ ਕਰਟੇਲ ਕੀਤੀ ਸੀਗੀ? ਦੇਖੋ 42 ਅਮੈਂਡਮੈਂਟ, ਜਿਹੜੀ ਇੰਦਰਾ ਐਮਰਜੈਂਸੀ ਦੇ ਟਾਈਮ 'ਤੇ ਹੋਈ ਸੀ 1976 ਦੇ ਵਿੱਚ। ਤਾਂ ਇਸ ਅਮੈਂਡਮੈਂਟ ਦੇ ਨਾਲ ਜਿਹੜੀ ਪ੍ਰੈਸੀਡੈਂਟ ਦੀ ਜਿਹੜੀ ਪਾਵਰਸ ਨੇ ਉਹ ਕਰਟੇਲ ਕਰਤੀਆਂ ਸੀ, ਅਤੇ ਐਵੇਂ ਕਿਹਾ ਗਿਆ ਕਿ ਸਿਰਫ ਔਰ ਸਿਰਫ ਉਹ ਕਾਊਂਸਲ ਆਫ ਮਿਨਿਸਟਰ ਦੀ ਐਡਵਾਈਸ ਨਾਲ ਹੀ ਕੰਮ ਕਰਨਗੇ, ਠੀਕ ਹੈ ਨਾ। ਇੱਕ ਇਹਦੇ ਵਿੱਚ ਹੋਰ ਐਡੀਸ਼ਨ ਹੋਈ ਸੀ, ਹੋਰ ਚੇਂਜ ਹੋਇਆ ਸੀਗਾ 44th ਅਮੈਂਡਮੈਂਟ ਦੇ ਨਾਲ। 44th ਅਮੈਂਡਮੈਂਟ ਦੇ ਨਾਲ ਜਿਹੜੀ ਕਿ 1978 ਦੇ ਵਿੱਚ ਹੋਈ ਸੀ। ਉਹ ਕੌਣ ਲੈ ਕੇ ਆਏ ਸੀ? ਮੁਰਾਰਜੀ ਦੇਸਾਈ ਗਵਰਨਮੈਂਟ। ਮਤਲਬ ਕਿ ਐਮਰਜੈਂਸੀ ਤੋਂ ਬਾਅਦ ਜਦੋਂ ਇਲੈਕਸ਼ਨਸ ਹੋਈ ਸੀ ਉਦੋਂ ਸਰਕਾਰ ਬਦਲ ਗਈ ਸੀਗੀ, ਠੀਕ ਹੈ। ਇੰਦਰਾ ਗਾਂਧੀ ਤੋਂ ਬਾਅਦ ਮੁਰਾਰਜੀ ਦੇਸਾਈ ਦੀ ਗਵਰਨਮੈਂਟ ਆ ਗਈ ਸੀ, ਜੇਪੀ ਗਵਰਨਮੈਂਟ ਆ ਗਈ ਸੀਗੀ, ਠੀਕ ਹੈ। ਤਾਂ ਉਦੋਂ ਕੀ ਹੋਇਆ ਸੀ, ਜਨਤਾ ਪਾਰਟੀ ਦੀ ਗਵਰਨਮੈਂਟ ਆ ਗਈ ਸੀ, ਤਾਂ ਉਹਨਾਂ ਨੇ 44th ਅਮੈਂਡਮੈਂਟ ਲੈ ਕੇ ਆਂਦੀ। ਇਸ ਦੇ ਵਿੱਚ ਕੀ ਕੀਤਾ, ਇਸ ਦੇ ਵਿੱਚ ਸਰਕਾਰ ਨੇ ਕੀ ਕੀਤਾ ਜਾਂ ਪਾਰਲੀਮੈਂਟ ਨੇ ਕੀ ਕੀਤਾ, ਪ੍ਰੈਸੀਡੈਂਟ ਦੀ ਠੀਕ ਹੈ, ਪ੍ਰੈਸੀਡੈਂਟ ਵਿਲ ਐਕਟ ਵਿਦ ਦ ਏਡ ਐਂਡ ਐਡਵਾਈਸ ਆਫ ਕਾਊਂਸਲ ਮਿਨਿਸਟਰ, ਇਹ ਠੀਕ ਹੈ। ਬਟ ਉਸ ਤੋਂ ਬਾਅਦ ਇਹਨਾਂ ਨੇ ਕੀ ਪ੍ਰੋਵੀਜ਼ਨ ਦੇਤੀ ਕਿ ਪ੍ਰੈਸੀਡੈਂਟ ਇੱਕ ਵਾਰੀ, ਹੁਣ ਦੇਖੋ ਮੰਨ ਲਓ ਕਾਊਂਸਲ ਮਿਨਿਸਟਰ ਨੇ ਇੱਕ ਵਾਰੀ ਐਡਵਾਈਸ ਦੇਤੀ ਪ੍ਰੈਸੀਡੈਂਟ ਨੂੰ, ਠੀਕ ਹੈ, ਪ੍ਰੈਸੀਡੈਂਟ ਨੂੰ ਐਡਵਾਈਸ ਦੇਤੀ, ਹੁਣ ਪ੍ਰੈਸੀਡੈਂਟ ਕੋਲ ਇਹ ਰਾਈਟ ਹੈਗਾ ਕਿ ਇੱਕ ਵਾਰੀ ਕਾਊਂਸਲ ਆਫ ਮਿਨਿਸਟਰ ਨੂੰ ਦੁਬਾਰਾ ਕਹਿ ਦੇਣ, ਇੱਕ ਵਾਰੀ ਕੀ ਤੁਸੀਂ ਰੀਕਨਸੀਡਰ ਕਰਕੇ ਦੇਖ ਲਓ। ਕੋਈ ਵੀ ਐਡਵਾਈਸ ਹੈ, ਪ੍ਰੈਸੀਡੈਂਟ ਜਦੋਂ ਕਾਊਂਸਲ ਆਫ ਮਿਨਿਸਟਰ ਨੇ ਐਡਵਾਈਸ ਕਰਤੀ ਕਿ ਹਾਂ ਪ੍ਰੈਸੀਡੈਂਟ ਸਾਹਿਬ ਤੁਸੀਂ ਇਹ ਕੰਮ ਕਰੋ, ਹੁਣ ਪ੍ਰੈਸੀਡੈਂਟ ਇੱਕ ਵਾਰੀ ਕੀ ਕਰ ਸਕਦਾ ਹੈ ਕਿ ਇੱਕ ਵਾਰੀ ਕਾਊਂਸਲ ਆਫ ਮਿਨਿਸਟਰ ਨੂੰ ਦੁਬਾਰਾ ਕਹਿ ਸਕਦਾ ਹੈ ਕਿ ਸਰ ਮੈਡਮ ਤੁਸੀਂ ਇੱਕ ਵਾਰੀ ਰੀਕਨਸੀਡਰ ਕਰੋ, ਮੈਨੂੰ ਕੋਈ ਚੀਜ਼ ਠੀਕ ਨਹੀਂ ਲੱਗ ਰਹੀ ਹੈਗੀ, ਪ੍ਰੈਸੀਡੈਂਟ ਇਹ ਕਹਿ ਰਹੇ ਨੇ, ਠੀਕ ਹੈ। ਹੁਣ ਕਾਊਂਸਲ ਆਫ ਮਿਨਿਸਟਰ ਦੀ ਮਰਜ਼ੀ ਹੈਗੀ ਹੈ ਕਿ ਉਹ ਰੀਕਨਸੀਡਰ ਕਰਨ ਜਾਂ ਨਾ ਕਰਨ, ਠੀਕ ਹੈ ਨਾ, ਠੀਕ ਹੈ। ਹੁਣ ਕੁਛ ਉਸ 'ਚ ਫੇਰ ਬਦਲ ਕਰਨ ਰਿਕਮੈਂਡੇਸ਼ਨ ਜਾਂ ਨਾ ਕਰਨ। ਹੁਣ ਜਦੋਂ ਦੁਬਾਰਾ ਰਿਕਮੈਂਡ ਹੋਣ ਤੋਂ ਬਾਅਦ ਦੁਬਾਰਾ ਪ੍ਰੈਸੀਡੈਂਟ ਕੋਲ ਭੇਜਤੀ, ਹੁਣ ਪ੍ਰੈਸੀਡੈਂਟ ਨੂੰ ਉਹ ਕੰਸੀਡਰੇਸ਼ਨ ਮੰਨਣੀ ਪਊਗੀ, ਉਹ ਰੈਕਮੈਂਡੇਸ਼ਨ ਮੰਨਣੀ ਪਊਗੀ, ਠੀਕ ਹੈ ਨਾ। ਹੁਣ ਕੋਈ ਦੁਬਾਰਾ ਨਹੀਂ, ਵਾਪਸ ਨਹੀਂ ਭੇਜ ਸਕਦੇ ਪ੍ਰੈਸੀਡੈਂਟ, ਠੀਕ ਹੈ ਨਾ। ਇੱਕ ਵਾਰੀ ਉਹਨੇ ਆਪਣਾ ਫਰਜ਼ ਨਿਭਾਤਾ ਕਿ ਹਾਂ ਇੱਕ ਵਾਰੀ ਤੁਸੀਂ ਉਹਨੂੰ ਕਹਿ ਤਾ ਕਾਊਂਸਲ ਮਿਨਿਸਟਰ ਨੂੰ ਕਿ ਸਰ ਤੁਸੀਂ ਇੱਕ ਵਾਰੀ ਦੇਖ ਲਓ, ਮੈਨੂੰ ਠੀਕ ਨਹੀਂ ਲੱਗ ਰਹੀ ਚੀਜ਼। ਹੁਣ ਜੇ ਦੁਬਾਰਾ ਕਾਊਂਸਲ ਮਿਨਿਸਟਰ ਨੇ ਚਾਹੇ ਤਾਂ ਉਹੀ ਸੇਮ ਚੀਜ਼ ਭੇਜਤੀ, ਚਾਹੇ ਕੁਛ ਮਾੜਾ ਮੋਟਾ ਫੇਰ ਬਦਲ ਕਰਕੇ ਭੇਜਤਾ, ਨਾਓ ਦ ਪ੍ਰੈਸੀਡੈਂਟ ਇਜ਼ ਬਾਊਂਡ ਟੂ ਗਿਵ ਹਿਜ਼ ਰਿਕਮੈਂਡੇਸ਼ਨ, ਠੀਕ ਹੈ ਨਾ, ਗਿਵ ਹਿਜ਼ ਅਸੈਂਟ, ਠੀਕ ਹੈ। ਹੁਣ ਪ੍ਰੈਸੀਡੈਂਟ ਨੂੰ ਸਹਿਮਤੀ ਦੇਣੀ ਪਏਗੀ। ਤਾਂ ਜਿਹੜਾ 44th ਅਮੈਂਡਮੈਂਟ ਸੀ ਉਸਨੇ ਸਿਰਫ ਇਹ ਚੀਜ਼ ਰੀਕਨਸੀਡਰ ਵਾਲੀ ਚੀਜ਼ ਐਡ ਕੀਤੀ ਕਿ ਪ੍ਰੈਸੀਡੈਂਟ ਰੀਕਨਸੀਡਰ ਕਰਨ ਵਾਸਤੇ ਕਹਿ ਸਕਦੇ ਨੇ ਇੱਕ ਵਾਰੀ, ਠੀਕ ਹੈ। 44th ਅਮੈਂਡਮੈਂਟ ਦੇ ਨਾਲ ਇਹ ਚੀਜ਼ ਐਡ ਹੋਈ ਹੈ। ਬਟ ਅਗੇਨ ਉਸ ਤੋਂ ਬਾਅਦ ਉਹ ਪ੍ਰੈਸੀਡੈਂਟ ਨੂੰ ਸਿਰਫ ਔਰ ਸਿਰਫ ਉਹਨਾਂ ਦੀ ਕਾਊਂਸਲ ਮਿਨਿਸਟਰ ਦੀ ਐਡਵਾਈਸ ਨਾਲ ਹੀ ਕੰਮ ਕਰਨਾ ਪਊਗਾ, ਇਹ ਚੀਜ਼ ਹੈ। ਕੰਡੀਸ਼ਨ ਆਫ ਸਰਵਿਸ ਐਂਡ ਟੈਨਿਓਰ। ਕੰਡੀਸ਼ਨ ਆਫ ਸਰਵਿਸ ਮਤਲਬ ਕੀ ਹੈ ਵੀ ਸਰਵਿਸ ਕੰਡੀਸ਼ਨਸ ਕਿੱਦਾਂ ਦੀਆਂ ਹੋਣੀਆਂ, ਹੈ ਨਾ, ਵੀ ਕੰਮ ਦੇ ਦੌਰਾਨ ਉਹਨਾਂ ਨੂੰ ਕੀ ਅਲਾਉੈਂਸਸ ਮਿਲਣਗੇ ਜਾਂ ਕੀ ਕੰਡੀਸ਼ਨਸ ਮਿਲਣਗੀਆਂ ਇਲੈਕਸ਼ਨ ਕਮਿਸ਼ਨ ਨੂੰ, ਠੀਕ ਹੈ ਨਾ। ਅਤੇ ਟੈਨਿਓਰ ਮਤਲਬ ਟਰਮ ਇਜ਼ ਪ੍ਰਸਕ੍ਰਾਈਬਡ ਬਾਏ, ਕੌਣ ਪ੍ਰਸਕ੍ਰਾਈਬ ਕਰਦਾ ਹੈਗਾ, ਠੀਕ ਹੈ। ਦੇਖੋ ਕੰਡੀਸ਼ਨ ਆਫ ਸਰਵਿਸ ਕੌਣ ਪ੍ਰਸਕ੍ਰਾਈਬ ਕਰੂਗਾ? ਪ੍ਰੈਸੀਡੈਂਟ ਕਰੂਗਾ ਇਲੈਕਸ਼ਨ ਕਮਿਸ਼ਨ ਦੇ, ਠੀਕ ਹੈ, ਇਲੈਕਸ਼ਨ ਕਮਿਸ਼ਨ ਦੇ। ਇਹ ਕਿੱਥੋਂ ਪਤਾ ਲੱਗਦਾ ਆਪਾਂ ਨੂੰ? ਆਰਟੀਕਲ 324 ਤੋਂ। ਆਰਟੀਕਲ 324 ਇੰਪੋਰਟੈਂਟ ਆਰਟੀਕਲ ਹੈ ਜੀ ਇਲੈਕਸ਼ਨ ਕਮਿਸ਼ਨ ਵਾਸਤੇ। ਇਲੈਕਸ਼ਨ ਕਮਿਸ਼ਨ ਦਾ ਆਰਟੀਕਲ ਜਿਹੜਾ ਹੈਗਾ ਉਹ 324 ਆਰਟੀਕਲ ਹੈਗਾ, ਠੀਕ ਹੈ। ਇਹੀ ਸਾਨੂੰ ਦੱਸਦਾ ਵੀ ਸਾਡੇ ਦੇਸ਼ ਦੇ ਵਿੱਚ ਇਲੈਕਸ਼ਨ ਕਮਿਸ਼ਨ ਹੋਣੀ ਚਾਹੀਦੀ ਹੈ। ਤਾਂ ਇੱਥੋਂ ਇੱਕ ਹੋਰ ਚੀਜ਼ ਕੀ ਪਤਾ ਲੱਗ ਰਹੀ ਹੈ ਕਿ ਇਲੈਕਸ਼ਨ ਕਮਿਸ਼ਨ ਇਜ਼ ਅ ਕੌਂਸਟੀਟਿਊਸ਼ਨਲ ਬੋਡੀ ਹੈਗੀ, ਠੀਕ ਹੈ ਨਾ। ਦੇਖੋ ਕੌਂਸਟੀਟਿਊਸ਼ਨਲ ਬੋਡੀ ਹੋਣ ਦਾ ਮਤਲਬ ਕੀ ਹੁੰਦਾ ਹੈਗਾ? ਸਿੰਪਲੀ ਕਿ ਉਸ ਬੋਡੀ ਦਾ ਨਾਮ ਕੌਂਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਹੋਵੇ, ਸੰਵਿਧਾਨ ਦੇ ਵਿੱਚ ਲਿਖਿਆ ਹੋਵੇ ਕਿਤੇ ਨਾ ਕਿਤੇ, ਦੈਟ ਇਜ਼ ਵਾਟ ਵੀ ਕਾਲ ਅ ਕੌਂਸਟੀਟਿਊਸ਼ਨਲ ਬੋਡੀ ਸਿੰਪਲੀ, ਠੀਕ ਹੈ। ਤਾਂ ਇਸੇ ਤਰ੍ਹਾਂ ਇਲੈਕਸ਼ਨ ਕਮਿਸ਼ਨ ਵੀ ਕੌਂਸਟੀਟਿਊਸ਼ਨਲ ਬੋਡੀ ਹੈਗੀ ਹੈ, ਠੀਕ ਹੈ। ਹਾਂ ਠੀਕ ਹੈ, ਉਹਦੇ ਵਿੱਚ ਇੱਕ ਇਹ ਚੀਜ਼ ਇਹੀ ਆਰਟੀਕਲ 324 ਦੇ ਵਿੱਚ ਇਹੀ ਚੀਜ਼ ਲਿਖੀ ਹੋਈ ਹੈ ਕਿ ਜਿਹੜੇ ਕੰਡੀਸ਼ਨ ਆਫ ਸਰਵਿਸ ਅਤੇ ਟੈਨਿਓਰ ਆ ਉਹ ਪ੍ਰੈਸੀਡੈਂਟ ਡਿਸਾਈਡ ਕਰਨਗੇ ਸਬਜੈਕਟ ਟੂ ਲਾਅ, ਠੀਕ ਹੈ ਨਾ। ਇਹ ਸਿਰਫ ਪ੍ਰੈਸੀਡੈਂਟ ਸਿਰਫ ਉਦੋਂ ਤੱਕ ਹੀ ਡਿਸਾਈਡ ਕਰਨਗੇ ਜਦੋਂ ਤੱਕ ਪਾਰਲੀਮੈਂਟ ਨੇ ਕੋਈ ਲਾਅ ਨਹੀਂ ਬਣਾਇਆ ਹੁੰਦਾ। ਥੋੜ੍ਹਾ ਜਿਹਾ ਸਮਝਣ ਵਾਲੀ ਚੀਜ਼ ਹੈ, ਥੋੜ੍ਹਾ ਧਿਆਨ ਦਿਓ ਇਸ ਚੀਜ਼ 'ਤੇ, ਠੀਕ ਹੈ ਨਾ। ਦੇਖੋ ਵੈਸੇ ਤਾਂ MCQ ਲਈ ਆਨਸਰ ਹਮੇਸ਼ਾ ਪ੍ਰੈਸੀਡੈਂਟ ਹੋਊਗਾ ਕਿ ਕੌਣ ਡਿਟਰਮਿਨ ਕਰੂਗਾ ਉਹਨਾਂ ਦੀ ਕੰਡੀਸ਼ਨ ਆਫ ਸਰਵਿਸ, ਹਮੇਸ਼ਾ ਪ੍ਰੈਸੀਡੈਂਟ ਹੋਊਗਾ ਆਨਸਰ। ਬਟ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੁੰਦਾ, ਜ਼ਿਆਦਾਤਰ ਲੋਕ ਪੜ੍ਹਦੇ ਵੀ ਨਹੀਂ ਹੈਗੇ ਇਸ ਚੀਜ਼ ਨੂੰ, ਤਾਂ ਤੁਸੀਂ ਉਹ ਥੋੜ੍ਹੀ ਜਿਹੀ ਸਮਝ ਲਓ, ਥੋੜ੍ਹੀ ਟਿਪੀਕਲ ਹੈ। ਹੀ ਵਿਲ ਪ੍ਰਸਕ੍ਰਾਈਬ ਦ ਕੰਡੀਸ਼ਨਸ, ਪ੍ਰੈਸੀਡੈਂਟ ਵਿਲ ਪ੍ਰਸਕ੍ਰਾਈਬ ਦ ਕੰਡੀਸ਼ਨਸ ਸਬਜੈਕਟ ਟੂ ਅ ਲਾਅ ਬਾਏ ਪਾਰਲੀਮੈਂਟ, ਠੀਕ ਹੈ। ਕਿ ਜਦੋਂ ਤੱਕ ਪਾਰਲੀਮੈਂਟ ਨੇ ਕੋਈ ਲਾਅ ਨਹੀਂ ਬਣਾਇਆ ਉਸ ਚੀਜ਼ 'ਤੇ ਉਦੋਂ ਤੱਕ ਹੀ ਪ੍ਰੈਸੀਡੈਂਟ ਜਿਹੜੇ ਡਿਟਰਮਿਨ ਕਰਨਗੇ। ਬਟ ਐਟ ਪ੍ਰੈਜ਼ੈਂਟ ਆਪਣੇ ਕੋਲ ਇੱਕ ਲਾਅ ਹੈਗਾ ਇਲੈਕਸ਼ਨ ਕਮਿਸ਼ਨ ਐਂਡ ਚੀਫ ਇਲੈਕਸ਼ਨ ਕਮਿਸ਼ਨਰ ਕੰਡੀਸ਼ਨਸ ਆਫ ਸਰਵਿਸ ਐਕਟ 1991, ਠੀਕ ਹੈ। ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ ਤੁਹਾਡੇ ਲਈ ਇਹ, ਵੈਸੇ ਤੁਹਾਨੂੰ ਨੌਲੇਜ ਲਈ ਦੱਸ ਰਿਹਾ, ਠੀਕ ਹੈ ਨਾ। ਇੱਕ ਐਕਟ ਹੈਗਾ, ਤਾਂ ਇਸ ਐਕਟ ਦੇ ਅੰਤਰਗਤ ਹੀ ਆਪਾਂ ਨੇ ਬਹੁਤ ਸਾਰੀਆਂ ਜਿਹੜੀਆਂ ਕੰਡੀਸ਼ਨ ਸਰਵਿਸ ਕੰਡੀਸ਼ਨਸ ਨੇਗੀਆਂ ਉਹ ਡਿਟਰਮਿਨ ਕੀਤੀਆਂ ਨੇ ਇਲੈਕਸ਼ਨ ਕਮਿਸ਼ਨਰਸ ਦੀਆਂ, ਠੀਕ ਹੈ। ਅਦਰਵਾਈਜ਼ MCQ ਵਾਸਤੇ ਆਪਣਾ ਜਿਹੜਾ ਆਨਸਰ ਹੋਏਗਾ ਉਹ ਪ੍ਰੈਸੀਡੈਂਟ ਰਹੇਗਾ, ਠੀਕ ਹੈ। ਚਲੋ, who among the following did not serve as vice president before becoming president?
ਮਤਲਬ ਇਹਨਾਂ ਵਿੱਚੋਂ ਕੌਣ ਐਸੇ ਪਰਸਨੈਲਿਟੀ ਸੀਗੇ, ਐਸੀ ਸ਼ਖਸੀਅਤ ਸੀਗੇ ਜਿਹੜੇ ਪ੍ਰੈਜ਼ੀਡੈਂਟ ਤਾਂ ਰਹੇ ਸੀਗੇ ਤੇ ਨਾਲ ਹੀ ਵਾਈਸ ਪ੍ਰੈਜ਼ੀਡੈਂਟ ਨਹੀਂ ਰਹੇ ਸੀਗੇ, ਠੀਕ ਹੈ ਨਾ। ਮਤਲਬ ਸਿਰਫ ਔਰ ਸਿਰਫ ਪ੍ਰੈਜ਼ੀਡੈਂਟ ਸੀ, ਵਾਈਸ ਪ੍ਰੈਜ਼ੀਡੈਂਟ ਨਹੀਂ ਸੀਗੇ। ਤਾਂ ਆਪਾਂ ਦੇਖੀਏ ਐਸ ਰਾਧਾ ਕ੍ਰਿਸ਼ਨਨ ਆਪਣੇ ਪਹਿਲੇ ਦੇਸ਼ ਦੇ ਪਹਿਲੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਸੀਗੇ। ਪਹਿਲੇ ਰਾਸ਼ਟਰਪਤੀ ਕੌਣ ਸੀਗੇ ਜੀ? ਰਜਿੰਦਰ ਪ੍ਰਸਾਦ। ਤਾਂ ਉਦੋਂ ਪਹਿਲੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਸੀ ਉਹ ਰਾਧਾ ਕ੍ਰਿਸ਼ਨਨ ਸੀਗੇ। ਉਸ ਤੋਂ ਬਾਅਦ 'ਚ ਵਾਈਸ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਇਹ ਫਿਰ ਪ੍ਰੈਜ਼ੀਡੈਂਟ ਬਣੇ। ਤਾਂ ਆਪਣੇ ਦੂਸਰੇ ਪ੍ਰੈਜ਼ੀਡੈਂਟ ਕਿਹੜੇ ਸੀਗੇ? ਰਾਧਾ ਕ੍ਰਿਸ਼ਨਨ ਸਾਹਿਬ, ਠੀਕ ਹੈ। ਉਸੇ ਤਰ੍ਹਾਂ ਜਿਹੜੇ ਜ਼ਾਕਿਰ ਹੁਸੈਨ ਸੀ ਇਹ ਵੀ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ, ਠੀਕ ਹੈ। ਆਰ ਵੈਂਕਟ ਰਮਨ ਵੀ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ। ਸਿਰਫ ਔਰ ਸਿਰਫ ਨੀਲਮ ਸੰਜੀਵਾ ਰੈੱਡੀ ਹੈ ਜਿਹੜੇ ਵਾਈਸ ਪ੍ਰੈਜ਼ੀਡੈਂਟ ਨਹੀਂ ਸੀਗੇ। ਤਾਂ ਆਪਣਾ ਆਨਸਰ ਇਹ ਬਣਦਾ ਹੈਗਾ ਇੱਥੇ, ਠੀਕ ਹੈ ਨਾ। ਸੰਜੀਵਾ ਰੈੱਡੀ ਵਾਈਸ ਪ੍ਰੈਜ਼ੀਡੈਂਟ ਨਹੀਂ ਸੀਗੇ, ਇਹ ਪ੍ਰੈਜ਼ੀਡੈਂਟ ਹੀ ਇਲੈਕਟ ਹੋਏ ਨੇ ਸਿੱਧਾ ਸਿੱਧਾ। ਔਰ ਇੱਕ ਹੋਰ ਚੀਜ਼ ਕਿ ਇਹ ਅਨਅਪੋਜ਼ਡ ਇਲੈਕਟ ਹੋਏ ਸੀਗੇ, ਇਹਨਾਂ ਦੇ ਖਿਲਾਫ ਕੋਈ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਖੜਾ ਨਹੀਂ ਹੋਇਆ ਸੀ ਉਸ ਟਾਈਮ 'ਤੇ, ਠੀਕ ਹੈ ਨਾ। ਇੱਥੋਂ ਆਪਾਂ ਯਾਦ ਰੱਖ ਸਕਦੇ ਹਾਂ। ਬਾਕੀ ਜਿਹੜੇ ਤਿੰਨੋਂ ਨੇਗੇ A, B ਅਤੇ D, ਇਹ ਦੋਨੋਂ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਨੇ ਅਤੇ ਪ੍ਰੈਜ਼ੀਡੈਂਟ ਵੀ ਰਹੇ ਨੇ, ਠੀਕ ਹੈ। ਅੱਛਾ, ਹੋਰ ਵੀ ਜਿਹੜੇ ਕੁਛ ਹੈਗੇ ਨੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਅਤੇ ਪ੍ਰੈਜ਼ੀਡੈਂਟ ਦੋਨੋਂ ਰਹੇ ਨੇ, ਉਹ ਕਿਹੜੇ ਕਿਹੜੇ ਨੇ? ਇੱਕ VV ਗਿਰੀ ਹੋਇਆ, ਠੀਕ ਹੈ। KR ਨਾਰਾਇਣਨ ਹੋਇਆ, ਠੀਕ ਹੈ। ਇੱਕ ਸ਼ੰਕਰ ਦਿਆਲ ਸ਼ਰਮਾ ਸਾਹਿਬ ਹੋਏ, SD ਸ਼ਰਮਾ, ਸ਼ੰਕਰ ਦਿਆਲ ਸ਼ਰਮਾ। ਤਾਂ ਇਹ ਵੀ ਜਿਹੜੇ ਤਿੰਨੋਂ ਬੰਦੇ ਨੇ ਇਹ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਨੇ ਅਤੇ ਪ੍ਰੈਜ਼ੀਡੈਂਟ ਵੀ ਰਹੇ ਨੇ, ਠੀਕ ਹੈ ਨਾ। ਜਿਹੜੇ ਨੀਲਮ ਸੰਜੀਵਾ ਰੈੱਡੀ ਨੇ ਇਹ ਸਿਰਫ ਔਰ ਸਿਰਫ ਪ੍ਰੈਜ਼ੀਡੈਂਟ ਰਹੇ ਨੇ, ਵਾਈਸ ਪ੍ਰੈਜ਼ੀਡੈਂਟ ਨਹੀਂ ਰਹੇ, ਠੀਕ ਹੈ। ਚਲੋ, ਟਰਮ ਆਫ ਮੈਂਬਰ ਆਫ ਰਾਜ ਸਭਾ ਦੇ ਮੈਂਬਰਸ ਦੀ ਟਰਮ ਕਿੰਨੀ ਹੁੰਦੀ ਹੈ, ਠੀਕ ਹੈ। ਦੇਖੋ, ਲੋਕ ਸਭਾ ਦੀ ਟਰਮ ਆਪਾਂ ਜਿਹੜੀ ਨੋਰਮਲ ਟਰਮ ਆਪਾਂ ਸੁਣਦੇ ਹਾਂ ਕਿ 5 ਸਾਲ ਦੀ ਹੁੰਦੀ ਹੈ, ਜਿਹੜੀ ਨੋਰਮਲ ਕੰਡੀਸ਼ਨ ਦੇ ਵਿੱਚ ਹੁੰਦੀ ਹੈ, ਮੈਕਸਿਮਮ ਕੰਡੀਸ਼ਨ ਆਪਾਂ ਮੰਨ ਸਕਦੇ ਹਾਂ, ਠੀਕ ਹੈ। ਬਟ ਰਾਜ ਸਭਾ ਦੀ ਜਿਹੜੀ ਟਰਮ ਹੈਗੀ, ਰਾਜ ਸਭਾ ਦੀ ਟਰਮ ਜੇ ਆਪਾਂ ਹਾਊਸ ਦੀ ਟਰਮ ਦੀ ਗੱਲ ਕਰੀਏ ਤਾਂ ਹਾਊਸ ਦੀ ਟਰਮ ਕੋਈ ਨਹੀਂ ਹੈਗੀ। ਹਾਊਸ ਇੱਕ ਪਰਮਾਨੈਂਟ ਬੋਡੀ ਹੈਗੀ। ਲੋਕ ਸਭਾ ਤਾਂ ਦੇਖੋ ਡਿਜ਼ੋਲਵ ਵੀ ਹੋ ਸਕਦੀ ਹੈ, ਬਟ ਰਾਜ ਸਭਾ ਕਦੇ ਵੀ ਡਿਜ਼ੋਲਵ ਨਹੀਂ ਹੋਈ। ਰਾਜ ਸਭਾ ਇੱਕ ਪਰਮਾਨੈਂਟ ਬੋਡੀ ਹੈਗੀ, ਠੀਕ ਹੈ ਨਾ। ਹਾਂ, ਜਿਹੜੇ ਉਹਨਾਂ ਦੇ ਮੈਂਬਰਸ ਨੇ ਰਾਜ ਸਭਾ ਦੇ, ਉਹਨਾਂ ਦੀ ਟਰਮ ਜ਼ਰੂਰ ਹੈਗੀ ਹੈ। ਉਹਨਾਂ ਦੀ ਟਰਮ ਕਿੰਨੀ ਹੈ ਜੀ? 6 ਈਅਰਸ। ਧਿਆਨ ਨਾਲ ਦੇਖਣਾ, ਠੀਕ ਹੈ ਨਾ। 6 ਈਅਰਸ ਹੈ, ਇਹ ਥੋੜ੍ਹਾ ਜਿਹਾ ਨੋਟ ਕਰਨ ਵਾਲੀ ਚੀਜ਼ ਹੈਗੀ। ਅੱਛਾ, ਇੱਕ ਚੀਜ਼ ਹੋਰ, ਜਿਹੜੀ 6 ਈਅਰ ਟਰਮ ਹੈਗੀ ਇਹ ਕੌਂਸਟੀਟਿਊਸ਼ਨ ਦੇ ਵਿੱਚ ਨਹੀਂ ਦਿੱਤੀ ਹੋਈ, ਰਾਦਰ ਇਹ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ 1951 ਦੇ ਨਾਲ ਦਿੱਤੀ ਗਈ ਹੈ। RPA ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ 1951 ਦੇ ਅੰਤਰਗਤ ਜਿਹੜੀ ਰਾਜ ਸਭਾ ਦੇ ਮੈਂਬਰਸ ਦੀ ਟਰਮ ਹੈ ਉਹ 6 ਸਾਲ ਦਿੱਤੀ ਗਈ ਹੈ। ਅਤੇ ਉਸ ਦੇ ਵਿੱਚ ਇਹ ਵੀ ਪ੍ਰੋਸੀਜਰ ਦਿੱਤਾ ਗਿਆ ਹੈਗਾ, ਇੱਕ ਇਹ ਵੀ ਪ੍ਰੋਸੀਜਰ ਹੈਗਾ ਕਿ ਜਿਹੜਾ 1/3 ਮੈਂਬਰਸ ਨੇ ਉਹ ਐਵਰੀ ਸੈਕਿੰਡ ਈਅਰ ਨੇ ਉਹ ਰਿਜ਼ਾਈਨ ਕਰਨਗੇ, ਉਹ ਰਿਮੂਵ ਕੀਤੇ ਜਾਣਗੇ, ਨਵੇਂ ਇਲੈਕਟ ਹੋਣਗੇ, ਠੀਕ ਹੈ ਨਾ, 1/3। ਤਾਂ ਇਸ ਤਰ੍ਹਾਂ ਨਾਲ ਕੀ ਹੋਊਗਾ, ਹਰ 6 ਸਾਲ ਬਾਅਦ ਲੋਕ ਜਿਹੜੇ ਬੰਦੇ ਨੇ ਉਹ ਬਦਲ ਜਾਇਆ ਕਰਨਗੇ, ਠੀਕ ਹੈ ਨਾ। ਇਸੇ ਤਰ੍ਹਾਂ ਜਿਹੜੀ ਕਿਹਾ ਜਾਂਦਾ ਕਿ ਜਿਹੜੀ ਟਰਮ ਹੈਗੀ ਮੈਂਬਰਸ ਦੀ ਟਰਮ ਹੈ ਉਹ 6 ਸਾਲ ਹੈਗੀ, ਠੀਕ ਹੈ ਨਾ। ਤਾਂ 1/3 ਜਿਹੜੇ ਮੈਂਬਰਸ ਨੇ ਉਹ ਹਰ ਦੂਜੇ ਸਾਲ ਚੇਂਜ ਹੋ ਜਾਣਗੇ, ਠੀਕ ਹੈ। ਇਹ ਚੀਜ਼ ਹੈਗੀ। ਅਗੇਨ ਤੋਂ ਦੱਸ ਰਿਹਾ ਮੈਂ, ਰਾਜ ਸਭਾ ਦੀ ਜਿਹੜੀ ਟਰਮ ਹੈਗੀ ਉਹ ਕੋਈ ਟਰਮ ਨਹੀਂ ਹੈਗੀ। ਹਾਊਸ ਦੀ ਤਾਂ ਪਰਮਾਨੈਂਟ ਬੋਡੀ। ਜਿਹੜੇ ਮੈਂਬਰਸ ਨੇ ਉਹਨਾਂ ਦੀ ਟਰਮ ਹੈਗੀ ਹੈ 6 ਸਾਲ ਬਸ। ਹੂ ਇਜ਼ ਦ ਚੇਅਰਮੈਨ ਆਫ ਲੋਕ ਸਭਾ? ਦੇਖੋ, ਆਹ ਵਰਡ ਥੋੜ੍ਹਾ ਜਿਹਾ ਗਲਤ ਲੱਗ ਰਿਹਾ, ਚੇਅਰਮੈਨ ਨਹੀਂ ਲਿਖਣਾ ਚਾਹੀਦਾ ਇੱਥੇ ਲਿਖਣਾ ਚਾਹੀਦਾ ਪ੍ਰੀਜ਼ਾਈਡਿੰਗ ਆਫਿਸਰ। ਹੂ ਇਜ਼ ਦ ਪ੍ਰੀਜ਼ਾਈਡਿੰਗ ਆਫਿਸਰ ਆਫ ਲੋਕ ਸਭਾ? ਕਿਉਂਕਿ ਚੇਅਰਮੈਨ ਆਪਾਂ ਸਪੈਸੀਫਿਕਲੀ ਰਾਜ ਸਭਾ ਦੇ ਜਿਹੜਾ ਪ੍ਰੀਜ਼ਾਈਡਿੰਗ ਆਫਿਸਰ ਉਹਨਾਂ ਲਈ ਯੂਜ਼ ਕਰਦੇ ਹਾਂ, ਠੀਕ ਹੈ ਨਾ, ਚੇਅਰਮੈਨ ਅਤੇ ਡਿਪਟੀ ਚੇਅਰਮੈਨ। ਤਾਂ ਪ੍ਰੀਜ਼ਾਈਡਿੰਗ ਆਫਿਸਰ ਕਹਾਂਗੇ ਆਪਾਂ। ਹੂ ਇਜ਼ ਦ ਪ੍ਰੀਜ਼ਾਈਡਿੰਗ ਆਫਿਸਰ ਲੋਕ ਸਭਾ? ਕੌਣ ਆਏਗਾ ਜੀ? ਸਪੀਕਰ, ਡੈਫੀਨੇਟਲੀ ਸਪੀਕਰ ਆਏਗਾ, ਠੀਕ ਹੈ ਨਾ। ਤਾਂ ਇੱਥੇ ਆਪਾਂ ਦੱਸ ਹੀ ਚੁੱਕੇ ਹਾਂ ਕਿ ਜਿਹੜੇ ਰਾਜ ਸਭਾ ਦੇ ਪ੍ਰੀਜ਼ਾਈਡਿੰਗ ਆਫਿਸਰ ਨੇ ਦੈਟ ਵੀ ਕਾਲ ਚੇਅਰਮੈਨ, ਠੀਕ ਹੈ। ਇਹ ਚੀਜ਼ ਹੈਗੀ, ਬਸ ਇਹ 'ਚ ਕੁਝ ਜ਼ਿਆਦਾ ਸਮਝਣ ਵਾਲਾ ਤਾਂ ਹੈ ਨਹੀਂ ਗਾ, ਸਿੰਪਲ ਹੀ ਹੈ। ਚਲੋ, ਸੁਪਰੀਮ ਕੋਰਟ ਆਫ ਇੰਡੀਆ ਡਿਸਪੈਂਸ ਜਸਟਿਸ ਪੁਟਿੰਗ ਇਟਸ ਰਿਲਾਇੰਸ ਔਨ ਦ ਪ੍ਰਿੰਸੀਪਲਸ ਆਫ ਦੇਖੋ, ਆਰਟੀਕਲ 21 ਆਪਣੇ ਕੋਲੇ ਰਾਈਟ ਟੂ ਲਾਈਫ ਹੈਗਾ, ਕਾਫੀ ਇੰਪੋਰਟੈਂਟ ਆਰਟੀਕਲ ਹੈ ਫੰਡਾਮੈਂਟਲ ਰਾਈਟਸ ਦੇ ਵਿੱਚ। ਫੰਡਾਮੈਂਟਲ ਰਾਈਟਸ ਆਪਣੇ ਆਰਟੀਕਲ 12 to 35 ਨੇਗੇ, ਆਰਟੀਕਲ 12 ਤੋਂ 35 ਆਪਣੇ ਕੋਲ ਫੰਡਾਮੈਂਟਲ ਰਾਈਟਸ ਨੇ। ਤਾਂ ਉਹਨਾਂ ਦੇ ਵਿੱਚੋਂ ਹੀ ਇੱਕ ਆਰਟੀਕਲ ਹੈਗਾ ਆਰਟੀਕਲ 21, ਦੈਟ ਇਜ਼ ਕਿ ਰਾਈਟ ਟੂ ਲਾਈਫ ਹੈਗਾ, ਠੀਕ ਹੈ। ਰਾਈਟ ਟੂ ਲਾਈਫ ਹੈ। ਹੁਣ ਇਹ ਆਰਟੀਕਲ ਕੀ ਕਹਿੰਦਾ ਹੈ ਕਿ ਕਿਸੇ ਵੀ ਬੰਦੇ ਦੀ ਰਾਈਟ ਟੂ ਲਾਈਫ ਨੂੰ ਤੁਸੀਂ ਖੋਹ ਨਹੀਂ ਸਕਦੇ, ਸਟੇਟ ਜਿਹੜੀ ਖੋਹ ਨਹੀਂ ਸਕਦੀ ਐਕਸੈਪਟ ਪ੍ਰੋਸੀਜਰ ਐਸਟੈਬਲਿਸ਼ਡ ਬਾਏ ਲਾਅ, ਠੀਕ ਹੈ ਨਾ। ਕਿ ਵੈਸੇ ਤਾਂ ਦੇਖੋ ਲਾਈਫ ਖੋਹਣ ਦਾ ਮਤਲਬ ਕੀ ਹੋਇਆ ਕਿ ਮੰਨ ਲਓ ਫਾਂਸੀ ਦੀ ਸਜ਼ਾ ਦੇਣੀ ਕਿਸੇ ਨੂੰ, ਠੀਕ ਹੈ ਨਾ। ਤਾਂ ਫਾਂਸੀ ਦੀ ਸਜ਼ਾ ਤੁਸੀਂ ਕਿਸੇ ਨੂੰ ਆਰਬਿਟਰਲੀ ਤਾਂ ਨਹੀਂ ਦੇ ਸਕਦੇ ਨਾ, ਐਵੇਂ ਮੂੰਹ ਚੱਕ ਕੇ ਤਾਂ ਨਹੀਂ ਦੇ ਸਕਦਾ ਕਿ ਉਹ ਬੰਦਾ ਸਾਹਮਣੇ ਖੜ੍ਹਾ ਉਹਨੂੰ ਚੱਕ ਕੇ ਫਾਂਸੀ ਦੇ ਦਿਓ ਉਹਨੂੰ, ਇੱਦਾਂ ਨਹੀਂ ਹੈਗਾ। ਤਾਂ ਇੱਕ ਪ੍ਰੋਪਰ ਲੋਸ ਨੇਗੇ ਕਿ ਪ੍ਰੋਸੀਜਰ ਫੋਲੋ ਕਰਨਾ ਪਊਗਾ ਆਪਾਂ ਨੂੰ, ਠੀਕ ਹੈ ਨਾ। ਕਿ ਆਪਣੇ ਲਾਅ ਬਣੇ ਹੋਏ ਨੇ ਕਿ ਕਿਸੇ ਨੇ ਕੋਈ ਮਰਡਰ ਕੀਤਾ ਜਾਂ ਕਿਸੇ ਨੇ ਕੋਈ N ਨੰਬਰ ਆਫ ਕ੍ਰਾਈਮ ਕੀਤਾ ਹੈਗਾ ਤਾਂ ਫਿਰ ਹੀ ਉਹਨੂੰ ਫਾਂਸੀ ਦੀ ਸਜ਼ਾ ਹੋਏਗੀ, ਹੈ ਨਾ। ਤਾਂ ਐਸੇ ਪ੍ਰੋਪਰ ਲਾਅ ਬਣੇ ਹੋਏ ਨੇਗੇ। ਤਾਂ ਇਹੀ ਆਰਟੀਕਲ ਕੀ ਕਹਿ ਰਿਹਾ ਕਿ ਤੁਸੀਂ ਬਿਨਾਂ ਮਤਲਬ ਤੋਂ ਕਿਸੇ ਦੀ ਲਾਈਫ ਨਹੀਂ ਖੋ ਸਕਦੇ,
ਸਿਰਫ ਕਿਸੇ ਪ੍ਰੋਸੀਜਰ ਨਾਲ ਹੀ ਖੋ ਸਕਦੇ ਹੋ, ਕਿਸੇ ਪ੍ਰੋਸੀਜਰ ਨਾਲ ਹੀ ਫਾਂਸੀ ਦੇ ਸਕਦੇ ਹੋ ਜਾਂ ਡੈਥ ਪੈਨਲਟੀ ਦੇ ਸਕਦੇ ਹੋ, ਠੀਕ ਹੈ ਨਾ। ਇਹ ਆਰਟੀਕਲ 21 ਕਹਿ ਰਿਹਾ ਹੈਗਾ। ਹੁਣ ਦੇਖੋ ਜੇ ਆਪਾਂ ਬਾਏ ਦਾ ਬੁੱਕ ਚੱਲੀਏ, ਜੇ ਆਪਾਂ ਸਿਰਫ ਵਰਡਸ 'ਤੇ ਫੋਕਸ ਕਰੀਏ ਤਾਂ ਉੱਥੇ ਕੀ ਲਿਖਿਆ ਹੋਇਆ ਹੈ, ਪ੍ਰੋਸੀਜਰ ਐਸਟੈਬਲਿਸ਼ਡ ਬਾਏ ਲਾਅ, ਜਿਹੜਾ ਕੌਂਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਆਰਟੀਕਲ 21 ਦੇ ਅੰਡਰ, ਠੀਕ ਹੈ। ਜੇ ਹੁਣ ਆਪਾਂ ਇਸ ਲਾਈਨ ਦੇ ਅੰਡਰ ਚੱਲੀਏ ਤਾਂ ਇਹਦੇ ਨਾਲ ਇੱਕ ਤੁਸੀਂ ਇੱਕ ਹਾਈਪੋਥੈਟੀਕਲ ਐਗਜ਼ਾਮਪਲ ਅਜ਼ਿਊਮ ਕਰੋ ਕਿ ਮੰਨ ਲਓ ਇੱਕ ਲਾਅ ਬਣ ਗਿਆ ਕਿ ਜਿਸ ਨੇ ਹੈਲਮਟ ਨਹੀਂ ਪਾਇਆ ਬੰਦੇ ਨੇ ਉਸ ਨੂੰ ਗੋਲੀ ਮਾਰ ਦਿਓ, ਠੀਕ ਹੈ। ਮੰਨ ਲਓ ਇਹ ਲਾਅ ਬਣਾਤਾ। ਹੁਣ ਦੇਖੋ ਲਾਅ ਤਾਂ ਬਣਾਤਾ, ਠੀਕ ਹੈ ਨਾ, ਇੱਕ ਪ੍ਰੋਸੀਜਰ ਫੋਲੋ ਕਰਕੇ ਬਣਾਇਆ ਲਾਅ, ਠੀਕ ਹੈ ਨਾ। ਲੋਕ ਸਭਾ ਨੇ ਪਾਸ ਕੀਤਾ, ਰਾਜ ਸਭਾ ਨੇ ਪਾਸ ਕੀਤਾ, ਪ੍ਰੈਜ਼ੀਡੈਂਟ ਨੇ ਅਸੈਂਟ ਕੀਤਾ, ਤਾਂ ਇੱਕ ਲਾਅ ਤਾਂ ਬਣਾਤਾ ਕਿ ਜਦੋਂ ਕਿਸੇ ਨੇ ਹੈਲਮਟ ਨਾ ਪਾਇਆ ਹੋਵੇ ਉਹਨੂੰ ਗੋਲੀ ਮਾਰ ਦਿਓ, ਠੀਕ ਹੈ। ਹੁਣ ਜੇ ਆਪਾਂ ਬਾਏ ਦਾ ਬੁੱਕ ਜਾਈਏ ਤਾਂ ਇਹ ਚੀਜ਼ ਹੋ ਸਕਦੀ ਹੈ, ਇਹੀ ਚੀਜ਼ ਆਰਟੀਕਲ 21 ਕਹਿ ਰਿਹਾ, ਠੀਕ ਹੈ ਨਾ। ਬਟ ਇਹ ਚੀਜ਼ ਪੋਸੀਬਲ ਹੈਗੀ ਐਕਚੁਅਲ ਦੇ ਵਿੱਚ, ਔਨ ਗਰਾਊਂਡ ਨਹੀਂ ਹੈਗੀ ਪੋਸੀਬਲ। ਤਾਂ ਇੱਥੇ ਆਪਣੇ ਕੋਲ ਦੋ ਸੁਪਰੀਮ ਕੋਰਟ ਦੇ ਕੇਸਿਸ ਆਉਂਦੇ ਨੇਗੇ। ਇੱਕ ਤਾਂ ਹੈਗਾ ਗੋਪਾਲਨ ਕੇਸ, ਬੜਾ ਪਿਆਰ ਨਾਲ ਸਮਝਣ ਵਾਲੀ ਚੀਜ਼ ਹੈਗੀ, ਠੀਕ ਹੈ, ਧਿਆਨ ਨਾਲ ਦਿਓ ਥੋੜ੍ਹਾ ਜਿਹਾ। ਗੋਪਾਲਨ ਕੇਸ 1950s ਦੇ ਵਿੱਚ, ਤਾਂ ਜਿਹੜਾ ਇਹ ਵਾਲਾ ਕੇਸ ਸੀਗਾ, ਇਸ ਨੇ ਨੈਰੋ ਇੰਟਰਪ੍ਰੀਟੇਸ਼ਨ ਹੀ ਸੋਚੀ। ਇਸ ਨੇ ਇਹ ਸੋਚਿਆ ਕਿ ਜਿਹੜਾ ਇਹ ਵਾਲਾ ਕੇਸ ਸੀ, ਇੱਥੇ ਸੁਪਰੀਮ ਕੋਰਟ ਨੇ ਜਿਹੜੀ ਜਜਮੈਂਟ ਦਿੱਤੀ, ਸੁਪਰੀਮ ਕੋਰਟ ਕਹਿੰਦਾ ਹਾਂ ਠੀਕ ਹੈ, ਇਹੀ ਸਟੇਟਮੈਂਟ ਠੀਕ ਹੈਗੀ, ਠੀਕ ਹੈ। ਤੁਸੀਂ ਇੱਦਾਂ ਦੇ ਲਾਅ ਬਣਾ ਸਕਦੇ ਹੋ ਵੀ ਹੈਲਮਟ ਨਾ ਪਾਇਆ ਹੋਵੇ ਗੋਲੀ ਮਾਰ ਦਿਓ, ਇੱਦਾਂ ਦਾ ਲਾਅ ਠੀਕ ਨੇ, ਬਣਾ ਸਕਦੇ ਹੋ ਤੁਸੀਂ, ਠੀਕ ਹੈ। ਕੋਈ ਪ੍ਰੋਟੈਕਸ਼ਨ ਨਹੀਂ ਦਿੱਤੀ ਜਿਹੜੀ ਸਿਟੀਜ਼ਨਸ ਨੂੰ ਹੈ, ਠੀਕ ਹੈ। ਬਟ ਇਹ ਕੋਈ ਬਹੁਤ ਵਧੀਆ ਗੱਲ ਨਹੀਂ ਸੀਗੀ। ਤਾਂ ਇਸ ਕਰਕੇ ਉਸ ਤੋਂ ਬਾਅਦ 'ਚੋਂ ਇੱਕ ਕੇਸ ਆਇਆ ਆਪਣੇ ਕੋਲ, ਮੇਨਕਾ ਕੇਸ 1978। ਜਿਹੜਾ ਇਹ ਵਾਲਾ ਕੇਸ ਸੀ, ਇਸ ਨੇ ਥੋੜ੍ਹੀ ਜਿਹੀ ਪ੍ਰੋਗਰੈਸਿਵ ਸੋਚ ਰੱਖ ਕੇ ਜਿਹੜਾ ਪ੍ਰੋਸੀਜਰ ਐਸਟੈਬਲਿਸ਼ ਬਾਏ ਲਾਅ ਹੈ, ਇਸ ਨੂੰ ਹੋਰ ਵਾਈਡਰ ਇੰਟਰਪ੍ਰੀਟੇਸ਼ਨ ਦਿੱਤੀ, ਠੀਕ ਹੈ। ਤਾਂ ਇਸ ਨੇ ਕਿਹਾ ਕਿ ਇਹ ਕੋਈ ਤਰੀਕਾ ਨਹੀਂ ਹੈਗਾ, ਤੁਸੀਂ ਇੱਦਾਂ ਦੇ ਲਾਅਜ਼ ਬਣਾ ਹੀ ਨਹੀਂ ਸਕਦੇ, ਠੀਕ ਹੈ। ਪਹਿਲਾਂ ਆਪਣੀ ਪੋਜੀਸ਼ਨ ਕੀ ਸੀ, ਤੁਸੀਂ ਲਾਅ ਬਣਾ ਦਿਓ, ਫਿਰ ਜਿਵੇਂ ਮਰਜ਼ੀ ਇੰਪਲੀਮੈਂਟ ਕਰ ਲਓ, ਕੋਈ ਚੱਕਰ ਨਹੀਂ, ਠੀਕ ਹੈ। ਬਿਨਾਂ ਲਾਅ ਬਣਾਏ ਨਹੀਂ ਕਰ ਸਕਦੇ, ਪਹਿਲਾਂ ਇਹ ਇੱਕ ਸਿਸਟਮ ਸੀਗਾ। ਹੁਣ ਜਿਹੜਾ ਮੇਨਕਾ ਕੇਸ ਦੇ ਵਿੱਚ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਤੁਸੀਂ ਇਹ ਜਿਹੇ ਲਾਅ ਹੀ ਨਹੀਂ ਬਣਾ ਸਕਦੇ, ਠੀਕ ਹੈ ਨਾ। ਤਾਂ ਮਤਲਬ ਵਧੀਆ ਚੀਜ਼ ਹੈ ਨਾ, ਇੱਦਾਂ ਹੀ ਹੋਣਾ ਚਾਹੀਦਾ ਹੈਗਾ। ਤਾਂ ਇਸੇ ਕਰਕੇ ਕੀ ਕਿਹਾ ਜਾਂਦਾ ਹੈਗਾ ਕਿ ਜਿਹੜਾ ਆਪਣਾ ਜਿਹੜੇ ਕੌਂਸਟੀਟਿਊਸ਼ਨ ਸੀ ਉਹਦੇ ਵਿੱਚ ਤਾਂ ਸਿਰਫ ਪ੍ਰੋਸੀਜਰ ਐਸਟੈਬਲਿਸ਼ ਬਾਏ ਲਾਅ ਸੀਗਾ, ਬਟ ਸੁਪਰੀਮ ਕੋਰਟ ਨੇ ਆਪਣੇ ਇੰਟਰਪ੍ਰੀਟੇਸ਼ਨ ਕਰਕੇ, ਵਾਈਡਰ ਇੰਟਰਪ੍ਰੀਟੇਸ਼ਨ ਕਰਕੇ ਡਿਊ ਪ੍ਰੋਸੈਸ ਆਫ ਲਾਅ ਲੈ ਕੇ ਆਂਦਾ, ਠੀਕ ਹੈ। ਡਿਊ ਪ੍ਰੋਸੈਸ ਆਫ ਲਾਅ ਕਿ ਜਿਹੜਾ ਲਾਅ ਹੈ ਉਹ ਵੀ ਡਿਊ ਪ੍ਰੋਸੈਸ ਨਾਲ ਹੋਣਾ ਚਾਹੀਦਾ ਹੈਗਾ, ਠੀਕ ਹੈ ਨਾ। ਤੁਸੀਂ ਆਰਬਿਟਰੀ ਲਾਅ ਨਹੀਂ ਬਣਾ ਸਕਦੇ ਕੋਈ, ਡਿਊ ਪ੍ਰੋਸੈਸ ਆਫ ਲਾਅ। ਤਾਂ ਇਸ ਦਾ ਆਨਸਰ ਆਏਗਾ ਜੀ ਆਪਣਾ ਡਿਊ ਪ੍ਰੋਸੈਸ ਆਫ ਲਾਅ। ਇਹ ਬੇਸਿਕਲੀ ਅਮੈਰੀਕਨ ਕਨਸੈਪਟ ਹੈਗਾ, ਅਮੈਰੀਕਨ ਕਨਸੈਪਟ ਹੈ। ਤਾਂ ਇਹੀ ਕਿਹਾ ਜਾਂਦਾ ਹੈ ਕਿ ਆਪਣੇ ਕੌਂਸਟੀਟਿਊਸ਼ਨ ਦੇ ਵਿੱਚ ਚਾਹੇ ਕੁਝ ਵੀ ਲਿਖਿਆ ਹੋਇਆ ਹੈ, ਠੀਕ ਹੈ, ਬਟ ਜਿਹੜਾ ਡਿਊ ਪ੍ਰੋਸੈਸ ਆਫ ਲਾਅ ਦਾ ਕਨਸੈਪਟ ਹੈ, ਦੈਟ ਫਾਊਂਡ ਅ ਬੈਕਡੋਰ ਐਂਟਰੀ ਮਿਲੀ ਹੈ ਕਿਸ ਦੇ ਦੁਆਰਾ, ਸੁਪਰੀਮ ਕੋਰਟ ਦੇ ਦੁਆਰਾ। ਕਿਉਂਕਿ ਸੁਪਰੀਮ ਕੋਰਟ ਨੇ ਕੌਂਸਟੀਟਿਊਸ਼ਨ ਦੇ ਵਿੱਚ ਅੱਜ ਵੀ ਇਹ ਚੀਜ਼ ਲਿਖੀ ਹੋਈ ਹੈ, ਪ੍ਰੋਸੀਜਰ ਐਸਟੈਬਲਿਸ਼ਡ ਬਾਏ ਲਾਅ, ਠੀਕ ਹੈ। ਬਟ ਬੈਕਡੋਰ ਐਂਟਰੀ ਦਾ ਕੀ ਮਤਲਬ ਹੈ ਕਿ ਸੁਪਰੀਮ ਕੋਰਟ ਨੇ ਹੁਣ ਕਹਿਤਾ ਕਿ ਅਸੀਂ ਡਿਊ ਪ੍ਰੋਸੈਸ ਆਫ ਲਾਅ ਹੀ ਦੀ ਫਿਲੋਸਫੀ ਨੂੰ ਮੰਨਾਂਗੇ, ਠੀਕ ਹੈ ਨਾ। ਇਹ ਚੀਜ਼ ਹੈ। ਮੇਨਕਾ ਕੇਸ 1978 ਦੇ ਵਿੱਚ ਇਹ ਚੀਜ਼ ਹੋਈ ਸੀਗੀ, ਠੀਕ ਹੈ। ਆਰਟੀਕਲ 21 ਦੇ ਨਾਲ ਸੰਬੰਧਿਤ ਹੈ ਇਹ ਚੀਜ਼। ਹੁਣ ਇਹੀ ਤੁਸੀਂ ਐਟਲੀਸਟ 12 ਨੰਬਰ ਕੁਐਸਚਨ ਹੈ ਜਿਹੜਾ ਉਹ ਪਲੀਜ਼ ਇੱਕ ਵਾਰ ਦੁਬਾਰਾ ਸੁਣ ਲਓ, ਠੀਕ ਹੈ, ਵੀਡੀਓ ਨੂੰ ਰਿਪੀਟ ਕਰਕੇ, ਰੀਪਲੇ ਕਰਕੇ। ਚਲੋ, ਵਿਚ ਦ ਫੋਲੋਇੰਗ ਸੈਟਸ ਆਫ ਬਿਲਸ ਇਜ਼ ਪ੍ਰੈਜ਼ੈਂਟਡ ਟੂ ਦ ਪਾਰਲੀਮੈਂਟ ਅਲੋਂਗ ਵਿਦ ਦ ਬਜਟ। ਦੇਖੋ ਬਜਟ ਦੀ ਗੱਲ ਹੋਈ ਹੈ, ਬਜਟ ਦਾ ਆਰਟੀਕਲ ਕਿਹੜਾ ਜੀ, ਆਰਟੀਕਲ 112, ਠੀਕ ਹੈ। ਅੱਛਾ ਇੱਕ ਚੀਜ਼ ਹੋਰ, ਬਜਟ ਨਾਮ ਦੀ ਕੋਈ ਚੀਜ਼ ਹੈ ਨਹੀਂ ਆਪਣੇ ਪਾਰਲੀਮੈਂਟ, ਆਪਣੇ ਕੌਂਸਟੀਟਿਊਸ਼ਨ ਦੇ ਵਿੱਚ। ਜਿਹਨੂੰ ਆਪਾਂ ਬਜਟ ਕਹਿੰਦੇ ਹਾਂ ਉਹ ਦੈਟ ਇਜ਼ ਐਕਚੁਅਲੀ ਅ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ। ਤਾਂ ਆਰਟੀਕਲ 112 ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਦੀ ਗੱਲ ਕਰਦਾ ਹੈ, ਠੀਕ ਹੈ। ਬਜਟ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਕੌਂਸਟੀਟਿਊਸ਼ਨ ਦੇ ਵਿੱਚ। ਜਿਹਨੂੰ ਆਪਾਂ ਬਜਟ ਕਹਿੰਦੇ ਹਾਂ ਉਹ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਹੈਗਾ ਐਕਚੁਅਲ 'ਚ ਕੌਂਸਟੀਟਿਊਸ਼ਨ ਦੇ ਅਕੋਰਡਿੰਗਲੀ, ਠੀਕ ਹੈ। ਇਹ ਚੀਜ਼ ਹੈ। ਚਲੋ ਹੁਣ ਕੁਐਸਚਨ 'ਤੇ ਆਈਏ ਆਪਾਂ। ਵਿਚ ਵਨ ਆਫ ਦ ਫੋਲੋਇੰਗ ਸੈਟ ਆਫ ਬਿਲਸ ਇਜ਼ ਪ੍ਰੈਜ਼ੈਂਟਡ ਟੂ ਦ ਪਾਰਲੀਮੈਂਟ ਅਲੋਂਗ ਵਿਦ ਦ ਬਜਟ। ਬਜਟ ਦੇ ਨਾਲ ਦੋ ਬਿਲਸ ਹੋਰ ਪੇਸ਼ ਕੀਤੇ ਜਾ ਰਹੇ ਨੇ, ਉਹ ਕਿਹੜੇ ਨੇ? ਡਾਇਰੈਕਟ ਟੈਕਸ ਬਿੱਲ, ਇੰਡਾਇਰੈਕਟ ਟੈਕਸ ਬਿੱਲ, ਨਹੀਂ ਇੱਦਾਂ ਕੁਛ ਨਹੀਂ ਹੈਗਾ। ਕੰਟੀਜੈਂਸੀ ਬਿੱਲ, ਅਪਰੋਪਰੀਏਸ਼ਨ ਬਿੱਲ, ਅਪਰੋਪਰੀਏਸ਼ਨ ਹੈਗਾ, ਬਿਲਕੁਲ ਹੈਗਾ, ਕੰਟੀਜੈਂਸੀ ਨਹੀਂ ਹੈਗਾ। ਫਾਈਨਾਂਸ ਬਿੱਲ ਹੈਗਾ, ਬਿਲਕੁਲ ਹੈਗਾ, ਕੰਟੀਜੈਂਸੀ ਨਹੀਂ ਹੈਗਾ ਅਗੇਨ, ਠੀਕ ਹੈ। ਤਾਂ ਫਾਈਨਾਂਸ ਬਿੱਲ ਅਤੇ ਅਪਰੋਪਰੀਏਸ਼ਨ ਇਹ ਆਪਣਾ ਜਿਹੜਾ ਆਪਸ਼ਨ ਹੈ ਬਿਲਕੁਲ ਸਹੀ ਬੈਠਦਾ ਹੈਗਾ, ਠੀਕ ਹੈ। ਫਾਈਨਾਂਸ ਬਿੱਲ ਅਤੇ ਅਪਰੋਪਰੀਏਸ਼ਨ ਬਿੱਲ, ਇਹ ਚੀਜ਼ ਹੈਗੀ। ਹੁਣ ਇਹਨਾਂ ਦੇ ਮੀਨਿੰਗ ਵੀ ਆਪਾਂ ਦੇਖ ਲੈਂਦੇ ਥੋੜ੍ਹੇ। ਫਾਈਨਾਂਸ ਬਿੱਲ ਅਤੇ ਅਪਰੋਪਰੀਏਸ਼ਨ ਬਿੱਲ ਦੇ ਕੀ ਹੁੰਦੇ ਨੇ ਮੀਨਿੰਗ। ਦੇਖੋ ਬਜਟ ਦਾ ਪ੍ਰੋਸੈਸ ਕੀ ਹੈਗਾ, ਇਨਕਮ ਹੋਈ, ਐਕਸਪੈਂਡੀਚਰ ਹੋਇਆ, ਐਕਸਪੈਂਡੀਚਰ, ਇਹ ਆਪਾਂ ਬਜਟ ਦੀ ਗੱਲ ਕਰ ਰਹੇ ਹਾਂ, ਆਪਾਂ ਬਜਟ ਬਣਾ ਰਹੇ ਹਾਂ ਆਪਾਂ, ਠੀਕ ਹੈ। ਇਨਕਮ ਹੋਈ ਕਿਸੇ ਪਾਸੋਂ, ਐਕਸਪੈਂਡੀਚਰ ਹੋਇਆ। ਹੁਣ ਜਿਹੜਾ ਬਜਟ ਆਪਾਂ ਪੇਸ਼ ਕਰਦੇ ਹਾਂ, ਫਾਈਨਾਂਸ ਮਿਨਿਸਟਰ ਬਜਟ ਪੇਸ਼ ਕਰਦਾ ਹੈ, ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਡਿਫਰੈਂਟ ਮਿਨਿਸਟਰੀਜ਼ ਨੇ ਜਿਹੜੀਆਂ, ਡਿਫਰੈਂਟ ਮੰਤਰਾਲੇ ਨੇਗੇ, ਉਹ ਆਪਣੀਆਂ ਰਿਕੁਆਇਰਮੈਂਟਸ ਦੱਸ ਦਿੰਦੇ ਨੇ ਫਾਈਨਾਂਸ ਮਿਨਿਸਟਰ ਨੂੰ ਕਿ ਸਰ ਮੈਨੂੰ ਇੰਨੇ ਪੈਸੇ ਚਾਹੀਦੇ ਨੇ ਮੇਰੀ ਮੰਤਰਾਲੇ ਵਾਸਤੇ, ਮੈਨੂੰ ਇੰਨੇ ਚਾਹੀਦੇ ਨੇ, ਮੈਨੂੰ ਲੱਖ ਕਰੋੜ ਰੁਪਏ ਚਾਹੀਦਾ, ਮੈਨੂੰ 10 ਲੱਖ ਕਰੋੜ ਰੁਪਏ ਚਾਹੀਦਾ। ਸੋ ਇੱਦਾਂ ਕੁਛ ਹੁੰਦਾ, ਠੀਕ ਹੈ ਨਾ। ਤਾਂ ਸਾਰੇ ਐਕਸਪੈਂਡੀਚਰਸ ਦਾ ਇੱਕ ਪਰਫੋਰਮਾ ਬਣਾਇਆ ਜਾਂਦਾ, ਇੱਕ ਡਾਟਾ ਬਣਾਇਆ ਜਾਂਦਾ, ਤਾਂ ਉਸ ਨੂੰ ਆਪਾਂ ਬਜਟ ਕਹਿ ਦਿੰਦੇ ਹਾਂ, ਠੀਕ ਹੈ ਨਾ, ਕਿ ਜਿਹੜੇ ਐਕਸਪੈਂਡੀਚਰਸ ਨੇਗੇ, ਠੀਕ ਹੈ। ਹੁਣ ਇਹ ਜਿਹੜੇ ਐਕਸਪੈਂਡੀਚਰ, ਇੱਕ ਵਾਰੀ ਆਪਣੇ ਬਜਟ ਜਿਹੜਾ ਵੋਟਿੰਗ ਹੋ ਗਈ ਲੋਕ ਸਭਾ ਦੇ ਵਿੱਚ, ਠੀਕ ਹੈ,
ਹੁਣ ਵੋਟਿੰਗ ਹੋਣ ਤੋਂ ਬਾਅਦ ਦੇਖੋ ਵੋਟਿੰਗ ਤਾਂ ਹੋਊਗੀ ਨਾ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਦੇ ਵਿੱਚ, ਕਿ ਜਦੋਂ ਸਰਕਾਰ ਕਹਿ ਰਹੀ ਹੈ ਕਿ ਹਾਂ ਸਾਨੂੰ ਇੰਨੇ ਪੈਸੇ ਚਾਹੀਦੇ ਨੇ, ਤਾਂ ਜਿਹੜੀ ਲੋਕ ਸਭਾ ਹੈਗੀ ਉਹ ਲੋਕ ਸਭਾ ਹੀ ਦੱਸੂਗੀ ਨਾ ਕਿ ਹਾਂ ਤੁਸੀਂ ਕਰ ਸਕਦੇ ਹੋ ਨਹੀਂ ਕਰ ਸਕਦੇ, ਇੰਨੇ ਪੈਸੇ ਲੈ ਸਕਦੇ ਹੋ ਕਿ ਨਹੀਂ ਲੈ ਸਕਦੇ। ਤਾਂ ਵੋਟਿੰਗ ਹੋਏਗੀ ਲੋਕ ਸਭਾ ਦੇ ਵਿੱਚ ਕਿ ਹਾਂ ਤੁਸੀਂ ਲੈ ਸਕਦੇ ਹੋ ਕਿ ਨਹੀਂ ਲੈ ਸਕਦੇ। ਵੋਟਿੰਗ ਹੋਣ ਤੋਂ ਬਾਅਦ ਇੱਕ ਬਿੱਲ ਹੋਰ ਪੇਸ਼ ਕੀਤਾ ਜਾਂਦਾ ਹੈ, ਐਪਰੋਪਰੀਏਸ਼ਨ ਬਿੱਲ। ਐਪਰੋਪਰੀਏਸ਼ਨ ਬਿੱਲ ਦੇਖੋ ਇੰਗਲਿਸ਼ ਦਾ ਵਰਡ ਆਪਾਂ ਸਮਝੀਏ ਅਪਰੋਪਰੀਏਟ ਕਰਨਾ, ਐਪਰੋਪਰੀਏਟ ਲੈਣਾ, ਠੀਕ ਹੈ ਨਾ, ਐਪਰੋਪਰੀਏਸ਼ਨ ਤੋਂ ਉੱਥੋਂ ਹੀ ਬਣਿਆ ਐਪਰੋਪਰੀਏਸ਼ਨ ਬਿੱਲ। ਜਦੋਂ ਸਾਰੀਆਂ ਡਿਮਾਂਡਸ 'ਤੇ ਵੋਟਿੰਗ ਹੋਊਗੀ ਉਸ ਤੋਂ ਬਾਅਦ ਐਪਰੋਪਰੀਏਸ਼ਨ ਬਿੱਲ ਇੱਕ ਪਾਸ ਕੀਤਾ ਜਾਂਦਾ ਹੈਗਾ, ਜਿਸ ਨਾਲ ਕਿ ਜਿਹੜੀ ਐਕਸਪੈਂਡੀਚਰ ਹੈ ਉਸ ਨੂੰ ਔਥੈਂਟੀਕੇਟ ਕੀਤਾ ਜਾ ਸਕੇ। ਦੇਖੋ ਤੁਸੀਂ ਚਾਹੇ ਵੋਟਿੰਗ ਕਰਵਾ ਲਈ ਪਹਿਲਾਂ ਐਕਸਪੈਂਡੀਚਰਸ 'ਤੇ, ਠੀਕ ਹੈ, ਕੋਈ ਦਿੱਕਤ ਨਹੀਂ, ਬਟ ਹੁਣ ਜਦੋਂ ਤੁਸੀਂ ਫਾਈਨਲੀ ਪੈਸਾ ਵਿਦਡਰੋ ਕਰਨਾ ਨਾ, ਵਿਦਡਰੋ ਕਰਨ ਤੋਂ ਪਹਿਲਾਂ ਐਪਰੋਪਰੀਏਸ਼ਨ ਬਿੱਲ ਰਿਕੁਆਇਰਡ ਹੈਗਾ। ਤੁਸੀਂ ਬਿਨਾਂ ਐਪਰੋਪਰੀਏਸ਼ਨ ਬਿੱਲ ਪਾਸ ਕੀਤੇ ਪੈਸਾ ਕਢਾ ਨਹੀਂ ਸਕਦੇ ਹੈਗੇ, ਵਿਦਡਰੋ ਨਹੀਂ ਕਰ ਸਕਦੇ ਹੈਗੇ, ਜਿਹੜਾ ਆਪਣਾ ਕੰਸੋਲੀਡੇਟਡ ਫੰਡ ਆਫ ਇੰਡੀਆ ਹੈਗਾ, ਠੀਕ ਹੈ, ਆਰਟੀਕਲ 266। ਤਾਂ CFI ਦੇ ਵਿੱਚੋਂ ਤੁਸੀਂ ਪੈਸਾ ਕੱਢ ਨਹੀਂ ਸਕਦੇ ਕਦੋਂ ਤੱਕ, ਜਦੋਂ ਤੱਕ ਤੁਸੀਂ ਐਪਰੋਪਰੀਏਸ਼ਨ ਬਿੱਲ ਨਹੀਂ ਪਾਸ ਕਰਦੇ ਹੈਗੇ। ਤਾਂ ਇਹ ਵੀ ਇੱਕ ਇੰਟੀਗਰਲ ਪਾਰਟ ਹੈ ਕਿ ਬਜਟ ਦੇ ਨਾਲ ਆਪਾਂ ਨੂੰ ਐਪਰੋਪਰੀਏਸ਼ਨ ਬਿੱਲ ਪਾਸ ਕਰਨਾ ਹੀ ਪਏਗਾ, ਠੀਕ ਹੈ। ਇੱਕ ਤਾਂ ਇਹ ਆ ਗਿਆ। ਹੁਣ ਦੇਖੋ ਐਕਸਪੈਂਡੀਚਰ ਹੋ ਰਿਹਾ ਹੈਗਾ, ਖਰਚੇ ਹੋ ਰਹੇ ਨੇ, ਤਾਂ ਫਿਰ ਜੇ ਇਨਕਮ ਹੋਊਗੀ ਫੇਰ ਹੀ ਖਰਚੇ ਕਰਾਂਗੇ ਨਾ ਆਪਾਂ, ਤਾਂ ਆਪਾਂ ਨੂੰ ਇਨਕਮ ਸੋਰਸ ਵੀ ਚਾਹੀਦਾ। ਇਨਕਮ ਸੋਰਸ ਕਿਹੜੇ ਹੁੰਦੇ ਨੇ, ਜਿਵੇਂ ਮੰਨ ਲਓ ਟੈਕਸੇਸ਼ਨ ਹੋਊਗੀ, ਹੈ ਨਾ, ਤਾਂ ਇਨਕਮ ਸੋਰਸ ਦੇ ਵਿੱਚ ਇੱਕ ਆਪਾਂ ਬਿੱਲ ਪਾਸ ਕਰਦੇ ਹਾਂ, ਫਾਈਨਾਂਸ ਬਿੱਲ। ਫਾਈਨਾਂਸ ਬਿੱਲ ਦੇ ਵਿੱਚ ਕੀ ਹੁੰਦਾ, ਇਹੀ ਸਭ ਹੁੰਦਾ, ਟੈਕਸੇਸ਼ਨ ਮੈਟਰਸ ਹੁੰਦੇ ਨੇ, ਠੀਕ ਹੈ ਨਾ, ਆਪਣੇ ਟੈਕਸੇਸ਼ਨ ਪ੍ਰਪੋਜ਼ਲਸ ਹੁੰਦੇ ਨੇਗੇ ਕਿ ਅਸੀਂ ਇਨਕਮ ਟੈਕਸ ਇੰਨਾ ਰੱਖਾਂਗੇ, ਸਲੈਬਸ ਇੰਨੀਆਂ ਰੱਖਾਂਗੇ, ਕਾਰਪੋਰੇਟ ਟੈਕਸ ਇੰਨਾ ਰੱਖਾਂਗੇ ਆਪਾਂ, ਠੀਕ ਹੈ ਨਾ। ਤਾਂ ਸਰਕਾਰ ਇਹ ਜਿਹੜੇ ਨੇਗੇ ਪ੍ਰਸਤਾਵ ਲੈ ਕੇ ਆਉਂਦੀ ਹੈ। ਤਾਂ ਇਹ ਜਿਹੜੇ ਪ੍ਰਸਤਾਵ ਨੇ ਇਨਕਮ ਸਾਈਡ ਨੇ, ਇਹ ਫਾਈਨਾਂਸ ਬਿੱਲ ਹੈ। ਹੁਣ ਦੇਖੋ ਜਦੋਂ ਇਨਕਮ ਵੀ ਹੋਗੀ ਫਿਰ ਐਕਸਪੈਂਡੀਚਰ ਹੋਊਗਾ, ਐਕਸਪੈਂਡੀਚਰ ਫਿਰ ਇਨਕਮ, ਠੀਕ ਹੈ। ਇਹ ਸਾਰਾ ਪ੍ਰੋਸੈਸ ਬਜਟ ਮੇਕਿੰਗ ਦਾ ਪ੍ਰੋਸੈਸ ਹੈ। ਤਾਂ ਇਸੇ ਲਈ ਕਿਹਾ ਜਾਂਦਾ ਹੈ ਕਿ ਜਿਹੜਾ ਫਾਈਨਾਂਸ ਬਿੱਲ ਹੈ ਉਹ ਬਜਟ ਮੇਕਿੰਗ ਦੇ ਪ੍ਰੋਸੈਸ ਨੂੰ ਪੂਰਾ ਕਰ ਦਿੰਦਾ ਹੈ, ਠੀਕ ਹੈ। ਦੇਖੋ ਐਕਸਪੈਂਡੀਚਰ ਤਾਂ ਕਰਤਾ ਆਪਾਂ ਨੇ, ਹੁਣ ਜੇ ਇਨਕਮ ਹੋਊਗੀ ਫਿਰ ਐਕਸਪੈਂਡੀਚਰ ਕਰਾਂਗੇ ਨਾ, ਤਾਂ ਫਾਈਨਾਂਸ ਬਿੱਲ ਜਿਹੜਾ ਫਾਈਨਾਂਸ ਬਿੱਲ ਹੈ ਉਹ ਇਨਕਮ ਸਾਈਡ ਨੂੰ ਕਵਰ ਕਰ ਲੈਂਦਾ ਹੈ, ਠੀਕ ਹੈ ਨਾ, ਟੈਕਸੇਸ਼ਨ ਮੈਟਰਸ ਨੂੰ ਕਵਰ ਕਰ ਲੈਂਦਾ ਹੈਗਾ। ਤਾਂ ਦੈਟ ਇਜ਼ ਆਲ ਵਾਟ ਵੀ ਕਾਲ ਅ ਬਜਟ ਮੇਕਿੰਗ ਪ੍ਰੋਸੈਸ। ਤਾਂ ਇਸੇ ਕਰਕੇ ਕਿਹਾ ਜਾਂਦਾ ਕਿ ਫਾਈਨਾਂਸ ਬਿੱਲ ਅਤੇ ਐਪਰੋਪਰੀਏਸ਼ਨ ਬਿੱਲ ਦੋਨੋਂ ਬਿੱਲ ਬਜਟ ਦੇ ਨਾਲ ਹੀ ਪੇਸ਼ ਕੀਤੇ ਜਾਂਦੇ ਨੇ, ਠੀਕ ਹੈ ਨਾ। ਇੱਕ ਹੋਰ ਬਿੱਲ ਹੁੰਦਾ ਮਨੀ ਬਿੱਲ। ਮਨੀ ਬਿੱਲ ਦਾ ਆਰਟੀਕਲ ਹੈਗਾ 110, ਠੀਕ ਹੈ। ਜਿਹੜਾ ਫਾਈਨਾਂਸ ਬਿੱਲ ਆਪਣਾ ਇਹ ਸਾਰੀਆਂ ਪ੍ਰੋਵੀਜ਼ਨ ਮਨੀ ਬਿੱਲ ਵਰਗੀਆਂ ਹੀ ਹੁੰਦੀਆਂ ਨੇਗੀਆਂ, ਠੀਕ ਹੈ। ਬਾਕੀ ਡਿਟੇਲ 'ਚ ਪਾਰਲੀਮੈਂਟ ਚੈਪਟਰ 'ਚ ਹੋਰ ਹੋ ਜਾਊਗਾ। ਸੈਂਟਰ ਸਟੇਟ ਫਾਈਨੈਂਸ਼ੀਅਲ ਡਿਸਟ੍ਰੀਬਿਊਸ਼ਨ ਟੇਕਸ ਪਲੇਸ ਫੋਲੋਇੰਗ ਰਿਕਮੈਂਡੇਸ਼ਨ ਮੇਡ ਬਾਈ ਸੈਂਟਰ ਸਟੇਟ ਫਾਈਨੈਂਸ਼ੀਅਲ ਡਿਸਟ੍ਰੀਬਿਊਸ਼ਨ ਟੇਕਸ ਪਲੇਸ ਸਟੇਟ ਅਤੇ ਸੈਂਟਰ ਅਤੇ ਸਟੇਟ ਦੇ ਫਾਈਨੈਂਸ਼ੀਅਲ ਡਿਸਟ੍ਰੀਬਿਊਸ਼ਨ ਕਿਹਦੇ ਰਿਕਮੈਂਡੇਸ਼ਨ ਨਾਲ ਹੁੰਦੀਆਂ ਨੇਗੀਆਂ, ਠੀਕ ਹੈ ਨਾ। ਦੇਖੋ ਆਪਾਂ ਨੂੰ ਪਤਾ ਸਿੰਪਲੀ ਫਾਈਨਾਂਸ ਕਮਿਸ਼ਨ ਹੁੰਦਾ ਹੈਗਾ, ਠੀਕ ਹੈ ਨਾ। ਫਾਈਨਾਂਸ ਕਮਿਸ਼ਨ ਪ੍ਰੈਸੀਡੈਂਟ ਅਪੋਇੰਟ ਕਰਦੇ ਨੇ, ਜਿਹੜਾ ਕਿ ਜਿਹੜਾ ਨੈੱਟ ਪ੍ਰੋਸੀਡਸ ਨੇ ਟੈਕਸਿਸ ਦੇ, ਮੰਨ ਲਓ ਟੈਕਸਿਸ ਜਿਹੜੇ ਸਾਰੇ ਕਵਰ ਕਰਕੇ ਆਪਣੇ ਕੋਲੇ ਕੁਛ ਐਕਸ ਅਮਾਊਂਟ ਆਪਣੇ ਕੋਲੇ ਹੋਊਗੀ ਯੂਨੀਅਨ ਗਵਰਨਮੈਂਟ ਕੋਲੇ। ਹੁਣ ਇਸ ਐਕਸ ਅਮਾਊਂਟ ਦੇ ਵਿੱਚੋਂ ਜਿਹੜੀ ਫਾਈਨਾਂਸ ਕਮਿਸ਼ਨ ਹੋਊਗੀ ਉਹ ਦੱਸੂਗੀ ਕਿ ਕਿੰਨੇ ਸਟੇਟਸ ਨੂੰ ਜਾਣਾ ਚਾਹੀਦਾ, ਠੀਕ ਹੈ, ਅਤੇ ਕਿੰਨਾ ਸੈਂਟਰ ਕੋਲ ਰਹਿਣਾ ਚਾਹੀਦਾ, ਯੂਨੀਅਨ ਕੋਲ ਰਹਿਣਾ ਚਾਹੀਦਾ ਹੈਗਾ, ਠੀਕ ਹੈ। ਹੁਣ ਤੁਹਾਨੂੰ ਪਤਾ ਹੋਏਗਾ ਕਿ ਜਿਹੜੀ ਆਪਣੀ ਆਰਟੀਕਲ ਕਿਹੜਾ ਅੱਛਾ ਫਾਈਨਾਂਸ ਕਮਿਸ਼ਨ ਦਾ, ਆਰਟੀਕਲ 280 ਆਰਟੀਕਲ ਆ ਫਾਈਨਾਂਸ ਕਮਿਸ਼ਨ ਦਾ, ਠੀਕ ਹੈ। ਹੁਣ ਜਿਹੜੀ ਆਪਣੀ ਐਟ ਪ੍ਰੈਜ਼ੈਂਟ ਫਾਈਨਾਂਸ ਕਮਿਸ਼ਨ ਰੀਸੈਂਟ ਹੈਗੀ ਆ ਉਹ 15th ਫਾਈਨਾਂਸ ਕਮਿਸ਼ਨ ਹੈਗੀ, ਜਿਨ੍ਹਾਂ ਦੇ ਚੇਅਰਮੈਨ ਹੈਗੇ ਨੇ ਐਨ ਕੇ ਸਿੰਘ 15th ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਨੇ। ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ, ਆ ਸਕਦਾ ਇਹ, ਠੀਕ ਹੈ, ਮੋਸਟ ਪ੍ਰੋਬੇਬਲ ਹੈਗਾ, ਠੀਕ ਹੈ। ਅਤੇ ਹੁਣ ਤੁਸੀਂ ਤੁਹਾਨੂੰ ਇਹ ਵੀ ਪਤਾ ਕਿ ਜਿਹੜੀ ਡਿਸਟਰੀਬਿਊਸ਼ਨ ਦਿੱਤੀ ਹੈਗੀ ਇਸ ਫਾਈਨਾਂਸ ਕਮਿਸ਼ਨ ਨੇ, ਉਹ ਦਿੱਤੀ ਹੈਗੀ ਕਿ ਸਟੇਟਸ ਨੂੰ 41% ਜਿਹੜਾ ਰੈਵਨਿਊ ਦਿੱਤਾ ਜਾਵੇ ਨੈੱਟ ਪ੍ਰੋਸੀਡ ਦਾ। 41% ਆਫ ਦਾ ਡਿਵਿਜ਼ੀਬਲ ਪੂਲ ਸ਼ੁੱਡ ਬੀ ਗਿਵਨ ਟੂ ਦਾ ਸਟੇਟਸ, ਠੀਕ ਹੈ। ਪਹਿਲਾਂ ਇਹ 42% ਸੀਗਾ, ਬਟ ਜਦੋਂ ਹੁਣ ਜੰਮੂ ਕਸ਼ਮੀਰ ਯੂਟੀ ਬਣ ਗਿਆ ਤਾਂ ਉਸ ਦਾ ਜਿਹੜਾ ਥੋੜ੍ਹਾ ਜਿਹਾ ਪੋਰਸ਼ਨ ਬਣਦਾ ਸੀ ਉਹ ਘਟਾਤਾ, ਠੀਕ ਹੈ, ਫਾਈਨਾਂਸ ਕਮਿਸ਼ਨ ਨੇ। ਤਾਂ ਜਿਹੜਾ ਨੈੱਟ ਰੈਵਨਿਊ ਹੈ ਉਹ ਨੈੱਟ ਡਿਸਟਰੀਬਿਊਸ਼ਨ ਹੈ ਉਹ ਸੇਮ ਹੀ ਰਹੀ ਆਲਮੋਸਟ। ਤਾਂ 41% ਜਿਹੜਾ ਨੈੱਟ ਪ੍ਰੋਸੀਡਸ ਨੇ ਉਹ ਸਟੇਟਸ ਨੂੰ ਦਿੱਤਾ ਜਾ ਰਿਹਾ ਅਕੋਰਡਿੰਗ ਟੂ 15th ਫਾਈਨਾਂਸ ਕਮਿਸ਼ਨ, ਠੀਕ ਹੈ। ਅੱਛਾ, ਇੰਟਰ ਸਟੇਟ ਕਾਊਂਸਲ ਦਾ ਆਰਟੀਕਲ ਕਿਹੜਾ ਹੈਗਾ, ਆਰਟੀਕਲ 263 ਇੰਟਰ ਸਟੇਟ ਕਾਊਂਸਲ। ਤਾਂ ਇੱਥੋਂ ਵੀ ਕੀ ਪਤਾ ਲੱਗਦਾ ਆਪਾਂ ਨੂੰ, ਇੰਟਰ ਸਟੇਟ ਕਾਊਂਸਲ ਵੀ ਇੱਕ ਕਨਸਟੀਟਿਊਸ਼ਨਲ ਬੋਡੀ ਹੈ, ਠੀਕ ਹੈ। ਪਲੈਨਿੰਗ ਕਮਿਸ਼ਨ ਤਾਂ ਹੁਣ ਹੈ ਨਹੀਂ, ਦੇਖੋ ਇਹਦੇ ਅਗੇਂਸਟ ਕੀ ਹੈਗਾ, ਨੀਤੀ ਆਯੋਗ ਆ ਗਿਆ। ਤਾਂ ਨੀਤੀ ਆਯੋਗ ਇੱਕ ਕਨਸਟੀਟਿਊਸ਼ਨ ਬੋਡੀ ਨਹੀਂ ਹੈਗੀ, ਇਹ ਸਿਰਫ ਇੱਕ ਐਗਜ਼ੈਕਟਿਵ ਬੋਡੀ ਹੈ, ਠੀਕ ਹੈ। ਚਲੋ ਪਾਰਲੀਮੈਂਟ ਦਾ ਪਤਾ ਹੀ ਆਪਾਂ ਨੂੰ, ਧਿਆਨ ਦੇਣਾ, ਨੀਤੀ ਆਯੋਗ ਕਨਸਟੀਟਿਊਸ਼ਨ ਬੋਡੀ ਨਹੀਂ ਹੈਗੀ, ਠੀਕ ਹੈ, ਫਾਈਨਾਂਸ ਕਮਿਸ਼ਨ ਹੈਗੀ ਹੈ। ਅੱਛਾ, ਇੱਕ ਆਪਣੇ ਕੋਲ ਹੋਰ ਬੋਡੀ ਹੈਗੀ ਹੈ GST ਕਾਊਂਸਲ। ਇਹਦਾ ਕਿਹੜਾ ਆਰਟੀਕਲ ਹੈ ਜੀ ਆਪਣਾ, ਆਰਟੀਕਲ 279A। ਇਹ ਵੀ ਇੰਪੋਰਟੈਂਟ ਹੈ ਜੀ ਕਾਫੀ। ਆਰਟੀਕਲ 279A ਹੈ ਜਿਹੜਾ ਉਹ GST ਕਾਊਂਸਲ ਦਾ ਆਰਟੀਕਲ ਹੈ। ਚਲੋ, ਦੇਰ ਇਜ਼ ਨੋ ਪ੍ਰੋਵੀਜ਼ਨ ਫॉर ਇੰਪੀਚਮੈਂਟ ਪ੍ਰੋਵੀਜ਼ਨ ਨਹੀਂ ਹੈਗੀ, ਠੀਕ ਹੈ, ਇੰਪੀਚਮੈਂਟ ਦੀ। ਵਾਈਸ ਪ੍ਰੈਜ਼ੀਡੈਂਟ ਦੀ ਹੈਗੀ ਹੈ,
ਕਿਉਂਕਿ ਆਪਾਂ ਕਰਦੇ ਹਾਂ ਕਿ ਪਹਿਲਾਂ ਰਾਜ ਸਭਾ ਮਤਾ ਪਾਸ ਕਰੂਗਾ, ਫਿਰ ਲੋਕ ਸਭਾ ਪਾਸ ਕਰੂਗਾ, ਹੈ ਨਾ, ਤਾਂ ਇਹ ਚੀਜ਼ ਕਰਦੇ ਹਾਂ ਆਪਾਂ। ਚੀਫ ਜਸਟਿਸ ਵੀ ਹੈਗੇ, ਬਿਲਕੁਲ ਹੈਗੀ ਆ, ਹਾਈ ਕੋਰਟ ਦਾ ਪਾਰਲੀਮੈਂਟਰੀ ਰਿਮੂਵਲ ਹੁੰਦਾ ਹੈ। ਜੱਜਿਸ ਕੋਈ ਵੀ ਹੋਵੇ, ਚਾਹੇ ਚੀਫ ਜਸਟਿਸ ਸੁਪਰੀਮ ਕੋਰਟ ਦਾ ਹੋਵੇ, ਚਾਹੇ ਹਾਈ ਕੋਰਟ ਦਾ ਹੋਵੇ, ਉਹਨਾਂ ਦਾ ਸੇਮ ਪ੍ਰੋਸੀਜਰ ਹੈ ਰਿਮੂਵਲ ਦਾ, ਠੀਕ ਹੈ। ਰਿਮੂਵਡ ਬਾਈ ਪ੍ਰੈਸੀਡੈਂਟ, ਬਟ ਇੱਕ ਪਾਰਲੀਮੈਂਟਰੀ ਅਪਰੂਵਲ ਲੈਣਾ ਪੈਂਦਾ, ਇੱਕ ਲੰਬਾ ਪ੍ਰੋਸੈਸ ਹੈ, ਕਾਫੀ ਔਖਾ ਪ੍ਰੋਸੈਸ ਹੈ, ਠੀਕ ਹੈ ਨਾ। ਕੋਈ ਵੀ ਕਿਸੇ ਵੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜ ਨੂੰ ਰਿਮੂਵ ਕਰਨ ਵਾਸਤੇ। ਅਗੇਨ ਇਹੀ ਵੀ ਆ ਗਿਆ, ਚੀਫ ਜਸਟਿਸ ਆਫ ਇੰਡੀਆ ਹੋਵੇ ਚਾਹੇ ਚੀਫ ਜਸਟਿਸ ਆਫ ਹਾਈ ਕੋਰਟ ਹੋਵੇ, ਸੇਮ ਪ੍ਰੋਸੀਜਰ ਹੈ ਦੋਨਾਂ ਦਾ, ਠੀਕ ਹੈ ਨਾ। ਤਾਂ ਇੰਪੀਚਮੈਂਟ ਦਾ ਪ੍ਰੋਸੀਜਰ ਬਿਲਕੁਲ ਹੈਗਾ ਇੱਕ ਪ੍ਰੋਪਰ, ਠੀਕ ਹੈ। ਗਵਰਨਰ ਹੈ, ਹੁਣ ਦੇਖੋ ਗਵਰਨਰ ਕੀ ਹੈ, ਸਿੰਪਲੀ ਇੱਕ ਨੋਮੀਨੀ ਹੈਗਾ, ਇੱਕ ਏਜੰਟ ਹੈ ਸੈਂਟਰ ਦਾ, ਜਿਹੜਾ ਕਿ ਸਟੇਟ ਦੇ ਵਿੱਚ ਬੈਠਾ ਹੈਗਾ। ਤਾਂ ਪ੍ਰੈਸੀਡੈਂਟ ਆਪਣੀ ਮਰਜ਼ੀ ਨਾਲ ਅਪੋਇੰਟ ਕਰਦੇ ਗਵਰਨਰ ਨੂੰ, ਤਾਂ ਓਬਵੀਅਸ ਜੀ ਗੱਲ ਹੈ, ਹਟਾਉਣਾ ਹੋਵੇ ਤਾਂ ਵੀ ਆਪਣੀ ਮਰਜ਼ੀ ਨਾਲ ਹਟਾ ਦੇਣਗੇ, ਠੀਕ ਹੈ। ਤਾਂ ਇਹਦਾ ਆਨਸਰ ਆਇਆ ਆਪਣਾ ਗਵਰਨਰ, ਕਿ ਦੇਰ ਇਜ਼ ਨੋ ਪ੍ਰੋਵੀਜ਼ਨ ਫॉर ਇੰਪੀਚਮੈਂਟ ਆਫ ਗਵਰਨਰ। ਗਵਰਨਰ ਵਾਸਤੇ ਕੋਈ ਸਪੈਸ਼ਲ ਕੋਈ ਇੰਪੀਚਮੈਂਟ ਪ੍ਰੋਵੀਜ਼ਨ ਨਹੀਂ ਹੈਗੀ, ਸਿੰਪਲੀ ਪ੍ਰੈਜ਼ੀਡੈਂਟ ਆਪਣੀ ਮਰਜ਼ੀ ਨਾਲ ਰਿਮੂਵ ਕਰ ਸਕਦੇ ਨੇ। ਤਾਂ ਇਹਦੇ ਆਪਾਂ ਯੂਜ਼ ਕਰਦੇ ਹਾਂ ਕਿ ਟਰਮ ਪਲੈਜ਼ਰ ਆਫ ਪ੍ਰੈਜ਼ੀਡੈਂਟ, ਠੀਕ ਹੈ। ਪਲੈਜ਼ਰ ਆਫ ਪ੍ਰੈਜ਼ੀਡੈਂਟ ਟਰਮ ਯੂਜ਼ ਕਰਦੇ ਹਾਂ ਕਿ ਪ੍ਰੈਜ਼ੀਡੈਂਟ ਆਪਣੀ ਮਰਜ਼ੀ ਨਾਲ ਕਦੋਂ ਵੀ ਹਟਾ ਸਕਦੇ ਨੇ ਗਵਰਨਰ ਨੂੰ, ਠੀਕ ਹੈ। ਇਨ ਇੰਡੀਆ ਪਾਵਰ ਆਫ ਜੁਡੀਸ਼ੀਅਲ ਰਿਵਿਊ ਇਜ਼ ਰਿਸਟ੍ਰਿਕਟਡ ਬਿਕੋਜ਼ ਜੁਡੀਸ਼ੀਅਲ ਰਿਵਿਊ ਤੁਹਾਨੂੰ ਪਤਾ ਹੈ, ਠੀਕ ਹੈ ਨਾ, ਜਦੋਂ ਕਿ ਜੁਡੀਸ਼ਰੀ ਹੈ ਜਿਹੜੀ ਉਹ ਚੈੱਕਸ ਐਂਡ ਬੈਲੈਂਸਿਸ ਲਗਾ ਸਕੇ ਲੈਜਿਸਲੇਚਰ ਦੇ ਉੱਪਰ ਅਤੇ ਐਗਜ਼ੈਕਟਿਵ ਦੇ ਉੱਪਰ। ਬਟ ਇਹ ਜੁਡੀਸ਼ੀਅਲ ਰਿਵਿਊ ਰਿਸਟ੍ਰਿਕਟਡ ਹੈਗਾ। ਵਾਈ ਐਗਜ਼ੈਕਟਿਵ ਸੁਪਰੀਮ ਕਦੇ ਵੀ ਨਹੀਂ, ਦੇਖੋ ਐਗਜ਼ੈਕਟਿਵ ਕਦੇ ਵੀ ਸੁਪਰੀਮ ਨਹੀਂ ਹੋ ਸਕਦੀ ਆਪਣੇ ਦੇਸ਼ ਦੇ ਵਿੱਚ, ਜਿਹੜੀ ਸਰਕਾਰ ਹੈ ਕਦੇ ਵੀ ਸੁਪਰੀਮ ਨਹੀਂ ਹੋ ਸਕਦੀ। ਸੇਮ ਗੋਜ਼ ਵਿਦ ਦਾ ਲੈਜਿਸਲੇਚਰ ਵੀ ਕਦੇ ਸੁਪਰੀਮ ਨਹੀਂ ਹੋ ਸਕਦੀ। ਮਤਲਬ ਕੀ ਹੈ, ਪਾਰਲੀਮੈਂਟ ਹੈ ਜਿਹੜੀ ਉਹ ਸੁਪਰੀਮ ਬੋਡੀ ਨਹੀਂ ਹੈਗੀ ਆਪਣੇ ਦੇਸ਼ ਦੇ ਵਿੱਚ। ਯੂਕੇ ਦੇ ਵਿੱਚ ਸੁਪਰੀਮ ਬੋਡੀ ਹੈ, ਜੇ ਆਪਾਂ ਯੂਕੇ ਦੀ ਗੱਲ ਕਰੀਏ ਤਾਂ ਯੂਕੇ ਦੀ ਜਿਹੜੀ ਪਾਰਲੀਮੈਂਟ ਹੈ ਦੈਟ ਇਜ਼ ਸੁਪਰੀਮ ਬੋਡੀ, ਉਹ ਸਭ ਤੋਂ ਉੱਪਰਲੀ ਬੋਡੀ ਹੈਗੀ ਯੂਕੇ ਦੇ ਵਿੱਚ, ਠੀਕ ਹੈ। ਬਟ ਇੰਡੀਆ ਦੇ ਵਿੱਚ ਇੱਦਾਂ ਕੁਛ ਨਹੀਂ ਹੈਗਾ। ਇੰਡੀਆ ਦੇ ਵਿੱਚ ਕੌਨਸਟੀਟਿਊਸ਼ਨ ਸੁਪਰੀਮ ਹੈਗਾ, ਬਿਲਕੁਲ ਹੈਗਾ ਜੀ, ਬਿਲਕੁਲ ਹੈਗਾ। ਤਾਂ ਇਹਦਾ ਆਨਸਰ ਕੌਨਸਟੀਟਿਊਸ਼ਨ ਸੁਪਰੀਮ ਹੈਗਾ। ਜੱਜਿਸ ਆਰ ਟ੍ਰਾਂਸਫਰੇਬਲ ਨਹੀਂ, ਬਲਕਿ ਬਹੁਤ ਹੀ ਨੈਗੇਟਿਵ ਜਿਹੀ ਸਟੇਟਮੈਂਟ ਆਉਂਦੀ ਹੈ। ਦੇਖੋ ਹੁਣ ਇਸ ਕੁਐਸਚਨ ਦੇ ਵਿੱਚ ਅਗਰ ਤੁਸੀਂ ਮੈਨੂੰ ਕੁਐਸਚਨ ਵੀ ਨਾ ਦਿੰਦੇ, ਸਿਰਫ ਆਪਸ਼ਨ ਦੱਸ ਦਿੰਦੇ, ਤਾਂ ਵੀ ਮੈਂ ਇਸ ਦਾ ਆਨਸਰ ਕਰ ਦਿੰਦਾ, ਕਿਉਂਕਿ ਇਹ ਦੋਨੇ ਜਿਹੜੀਆਂ ਸਟੇਟਮੈਂਟਸ ਨੇ ਇਹੀ ਗਲਤ ਨੇ ਹੈਗੀਆਂ। ਐਗਜ਼ੈਕਟਿਵ ਇਜ਼ ਸੁਪਰੀਮ, ਮੈਨੂੰ ਕੁਐਸਚਨ ਨਾ ਦੱਸੋ ਤੁਸੀਂ, ਮੈਨੂੰ ਇਹ ਸਟੇਟਮੈਂਟ ਹੀ ਮੈਨੂੰ ਪਤਾ ਹੈ ਗਲਤ ਹੈਗੀ। ਐਗਜ਼ੈਕਟਿਵ ਸੁਪਰੀਮ ਹੋ ਹੀ ਨਹੀਂ ਸਕਦੀ, ਠੀਕ ਹੈ। ਲੈਜਿਸਲੇਚਰ ਸੁਪਰੀਮ ਹੋ ਹੀ ਨਹੀਂ ਸਕਦੀ। ਕੌਨਸਟੀਟਿਊਸ਼ਨ ਹੀ ਸੁਪਰੀਮ, ਇਹ ਬਿਲਕੁਲ ਹੈਗੀ ਹੈ। ਇਹ ਚਾਹੇ ਤੁਸੀਂ ਕੋਈ ਸਟੇਟਮੈਂਟ ਦਿਓ ਚਾਹੇ ਨਾ ਦਿਓ, ਕੌਨਸਟੀਟਿਊਸ਼ਨ ਹਮੇਸ਼ਾ ਸੁਪਰੀਮ ਹੀ ਰਹੇਗਾ, ਠੀਕ ਹੈ ਨਾ। ਹੁਣ ਅੱਛਾ, ਜੱਜਿਸ ਦਾ ਟ੍ਰਾਂਸਫਰੇਬਲ, ਇਹ ਕੋਈ ਬਿਲਕੁਲ ਹੀ ਵੇਗ ਜੀ ਸਟੇਟਮੈਂਟ ਹੈਗੀ, ਠੀਕ ਹੈ ਨਾ, ਤਾਂ ਕੋਈ ਮਤਲਬ ਨਹੀਂ ਬਣਦਾ। ਤਾਂ ਇਹਦਾ ਆਨਸਰ ਆਏਗਾ ਕੌਨਸਟੀਟਿਊਸ਼ਨ ਇਜ਼ ਸੁਪਰੀਮ। ਅੱਛਾ, ਕੌਨਸਟੀਟਿਊਸ਼ਨ ਦੇ ਵਿੱਚ ਵੀ ਹੋਰ ਕੌਣ ਸੁਪਰੀਮ ਹੈ? ਪੀਪਲ ਆਫ ਦਾ ਇੰਡੀਆ, ਭਾਰਤ ਦੇ ਨਾਗਰਿਕ ਸਭ ਤੋਂ ਜ਼ਿਆਦਾ ਮਤਲਬ ਸੁਪਰੀਮ ਆਪਾਂ ਕਹਾਂਗੇ। ਈਵਨ ਕਿ ਜਿਹੜੀ ਆਪਾਂ ਜੇ ਕੋਈ ਤੁਹਾਨੂੰ ਕੁਐਸਚਨ ਆਉਂਦਾ ਹੈ ਫਰੋਮ ਹੂਮ, ਕਿ ਜਿਹੜਾ ਆਪਣੀ ਪੋਲੀਟੀਕਲ ਪਾਵਰ ਹੈ ਕਿਸ ਤੋਂ ਡਰਾਈਵ ਹੁੰਦੀ ਹੈ, ਠੀਕ ਹੈ। ਜੇ ਤੁਹਾਨੂੰ ਕੁਐਸਚਨ ਆਵੇ ਕਿ ਆਪਣੀ ਪੋਲੀਟੀਕਲ ਪਾਵਰ ਹੈ ਕਿੱਥੋਂ ਡਰਾਈਵ ਹੁੰਦੀ ਹੈ, ਤਾਂ ਉਹਦਾ ਆਨਸਰ ਆਏਗਾ ਦਾ ਪੀਪਲ ਤੋਂ ਪੋਲੀਟੀਕਲ ਪਾਵਰ ਡਰਾਈਵ ਹੁੰਦੀ ਹੈ। ਬਿਕਾਜ਼ ਕਿ ਆਪਾਂ ਵੋਟ ਕਰਦੇ ਹਾਂ, ਪੀਪਲ ਵੋਟ ਕਰਦੇ ਨੇ, ਠੀਕ ਹੈ ਨਾ। ਤਾਂ ਇੱਕ ਕੁਐਸਚਨ ਆ ਜਾਂਦਾ, ਕਈ ਵਾਰੀ ਆ ਜਾਂਦਾ, ਮੈਂ ਕਈ ਕੋਈ ਐਗਜ਼ਾਮ ਦੇ ਵਿੱਚ ਵੀ ਨੋਟਿਸ ਕੀਤਾ ਕਿ ਉਹਦੇ ਵਿੱਚ ਕੁਐਸਚਨ ਹੁੰਦਾ ਹੈ ਕਿ ਫਰੋਮ ਹੋਮ ਦਾ ਪੋਲੀਟੀਕਲ ਪਾਵਰ ਇਜ਼ ਡਰਾਈਵਡ ਇਨ ਇੰਡੀਆ, ਤਾਂ ਉਹਦਾ ਆਨਸਰ ਆਏਗਾ ਦਾ ਪੀਪਲ, ਠੀਕ ਹੈ। ਕਿਉਂਕਿ ਪ੍ਰੀਐਂਬਲ ਦੇ ਵਿੱਚ ਵੀ ਲਿਖਿਆ ਹੋਇਆ ਵੀ ਦਾ ਪੀਪਲ, ਹੈ ਨਾ। ਤਾਂ ਪੀਪਲ ਨੂੰ ਇੱਕ ਬਹੁਤ ਵੱਡਾ ਰੋਲ ਪਲੇ ਕਰਵਾਇਆ ਗਿਆ ਕੌਨਸਟੀਟਿਊਸ਼ਨ ਦੇ ਵਿੱਚ। ਚਲੋ, ਇਨ ਇੰਡੀਆ ਪਾਵਰ ਆਫ ਜੁਡੀਸ਼ੀਅਲ ਰਿਵਿਊ ਇਜ਼ ਰਿਸਟ੍ਰਿਕਟਡ ਬਿਕੋਜ਼, ਕੁਐਸਚਨ ਰਿਪੀਟ ਹੋ ਗਿਆ, ਰਿਪੀਟ ਹੈ ਜੀ ਇਹ। ਵਿਚ ਵਨ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ, ਠੀਕ ਹੈ। ਕਰੈਕਟ ਸਟੇਟਮੈਂਟ ਦੇਖਣੀ ਆਪਾਂ ਨੇ। Constituent Assembly of India was elected by provincial assemblies in the year 1946। ਕੌਂਸਟੀਟਿਊਂਟ ਅਸੈਂਬਲੀ ਸੀ ਜਿਹੜੀ ਕਿ ਆਪਣੀ ਸੰਵਿਧਾਨ ਜਿਹਨੇ ਡਰਾਫਟ ਕਰਨ ਦੀ ਵਿੱਚ ਹੈਲਪ ਕੀਤੀ ਸੀ, ਠੀਕ ਹੈ। ਦੈਟ ਵਾਸ ਇਲੈਕਟਡ ਸੀਗੀ ਬਾਏ ਪ੍ਰੋਵਿੰਸ਼ੀਅਲ ਅਸੈਂਬਲੀਜ਼ ਇਨ ਦਾ ਈਅਰ 1946। ਬਿਲਕੁਲ ਪ੍ਰੋਵਿੰਸ਼ੀਅਲ ਅਸੈਂਬਲੀ, ਦੇਖੋ ਦੋਨੇ ਚੀਜ਼ਾਂ ਸੀਗੀਆਂ, ਇਲੈਕਸ਼ਨ ਵੀ ਸੀਗੇ, ਇਲੈਕਟਡ ਮੈਂਬਰਸ ਵੀ ਸੀਗੇ, ਅਤੇ ਬਿਨਾਂ ਇਲੈਕਟਡ ਮੈਂਬਰਸ ਵੀ ਸੀਗੇ, ਦੋਨੋਂ ਤਰ੍ਹਾਂ ਦੀਆਂ ਚੀਜ਼ਾਂ ਸੀਗੀਆਂ। ਤਾਂ ਇਹ ਸਟੇਟਮੈਂਟ ਅੱਧੀ ਤਾਂ ਠੀਕ ਹੈਗੀ ਹੈ, ਹਾਫ ਠੀਕ ਹੈਗੀ ਹੈ। ਚਲੋ ਅੱਗੇ ਦੇਖਦੇ ਆਪਾਂ। ਨਹਿਰੂ, ਜਿਨਾ, ਪਟੇਲ ਵਰ ਮੈਂਬਰਸ ਆਫ ਕੌਂਸਟੀਟਿਊਂਟ ਅਸੈਂਬਲੀ। ਨਹੀਂ ਜੀ, ਜਿਨਾ ਮੈਂਬਰ ਨਹੀਂ ਸੀਗਾ, ਠੀਕ ਹੈ। ਥੋੜ੍ਹੇ ਜਿਹੇ ਯਾਦ ਹੋਵੇ, ਜਿਹੜੀ ਕੌਂਸਟੀਟਿਊਂਟ ਅਸੈਂਬਲੀ ਕਦੋਂ ਬਣੀ ਸੀਗੀ? ਨਵੰਬਰ ਦੇ ਵਿੱਚ ਬਣੀ ਸੀਗੀ, ਨਵੰਬਰ 1946 ਦੇ ਵਿੱਚ, ਠੀਕ ਹੈ। ਦਸੰਬਰ 1946 ਦੇ ਵਿੱਚ ਇਹਦੀ ਫਸਟ ਸੀਟਿੰਗ ਹੋਈ ਸੀਗੀ, ਠੀਕ ਹੈ। ਕੌਂਸਟੀਟਿਊਂਟ ਅਸੈਂਬਲੀ ਦੀ ਗੱਲ ਕਰ ਰਿਹਾ ਮੈਂ, ਕੌਂਸਟੀਟਿਊਂਟ ਅਸੈਂਬਲੀ ਦੀ ਗੱਲ ਕਰ ਰਿਹਾ, ਠੀਕ ਹੈ। ਨਵੰਬਰ ਦੇ ਵਿੱਚ ਕੇਮ ਇਨਟੂ ਐਗਜ਼ਿਸਟੈਂਸ। ਦੇਖੋ ਕਿਸ ਦੇ ਅੰਡਰ ਆਈ ਸੀ ਇਹ ਆਪਣੇ ਕੋਲ ਇੱਕ ਕੈਬਨਿਟ ਮਿਸ਼ਨ ਪਲਾਨ ਆਇਆ ਸੀਗਾ, CMP ਕੈਬਨਿਟ ਮਿਸ਼ਨ ਪਲਾਨ ਆਇਆ ਸੀ 1946 ਦੇ ਵਿੱਚ ਹੀ ਆਇਆ ਸੀ, ਮਾਰਚ ਜਾਂ ਅਪ੍ਰੈਲ ਦੇ ਵਿੱਚ ਆਇਆ ਸੀਗਾ। ਤਾਂ ਉਸ ਕੈਬਨਿਟ ਮਿਸ਼ਨ ਨੇ ਕੀ ਕਿਹਾ ਕਿ ਇੱਕ ਕੌਂਸਟੀਟਿਊਂਟ ਅਸੈਂਬਲੀ ਹੋਣੀ ਚਾਹੀਦੀ ਹੈ ਜਿਹੜੀ ਕਿ ਕੌਂਸਟੀਟਿਊਸ਼ਨ ਬਣਾਵੇ, ਠੀਕ ਹੈ ਨਾ। ਸੰਵਿਧਾਨ ਬਣਾਉਣ ਵਾਸਤੇ ਇੱਕ ਤੁਸੀਂ ਕੌਂਸਟੀਟਿਊਂਟ ਅਸੈਂਬਲੀ ਬਣਾਓ, ਇਹ ਕੈਬਨਿਟ ਮਿਸ਼ਨ ਪਲਾਨ ਕਹਿ ਰਿਹਾ ਹੈਗਾ, ਠੀਕ ਹੈ। ਤਾਂ ਉਸ ਦੇ ਅੰਡਰ ਇਹ ਕੌਂਸਟੀਟਿਊਂਟ ਅਸੈਂਬਲੀ ਬਣੀ ਸੀ ਕੁਝ ਮਹੀਨਿਆਂ ਬਾਅਦ, ਨਵੰਬਰ ਦੇ ਵਿੱਚ। ਦਸੰਬਰ ਦੇ ਵਿੱਚ ਉਹਦੀ ਪਹਿਲੀ ਸੀਟਿੰਗ ਹੋਈ, ਠੀਕ ਹੈ। ਤਾਂ ਬਟ ਉਦੋਂ ਕੀ ਹੋਇਆ ਸੀਗਾ, ਉਦੋਂ ਮੁਸਲਿਮ ਲੀਗ ਨੇ ਬਾਈਕਾਟ ਕੀਤਾ ਸੀਗਾ ਇਸ ਅਸੈਂਬਲੀ ਦਾ, ਕਿ ਅਸੀਂ ਅਸੈਂਬਲੀ ਦੇ ਵਿੱਚ ਪਾਰਟ ਨਹੀਂ ਲੈਂਦੇ।
ਤਾਂ ਮੁਸਲਿਮ ਲੀਗ ਨੇ ਬਾਈਕਾਟ ਕੀਤਾ ਤਾਂ ਜਿੰਨਾ ਕਿਵੇਂ ਪਾਰਟੀਸਪੇਟ ਕਰ ਲੂਗਾ, ਠੀਕ ਹੈ ਨਾ, ਤਾਂ ਜਿੰਨਾ ਨਹੀਂ ਆਏਗਾ, ਇਹ ਗਲਤ ਹੈ। ਫਸਟ ਸੈਸ਼ਨ ਆਫ ਕੌਂਸਟੀਟਿਊਸ਼ਨ ਅਸੈਂਬਲੀ ਹੈਲਡ ਇਨ ਜਨਵਰੀ, ਨਹੀਂ ਆਪਾਂ ਇੱਥੇ ਕਰਿਆ ਕਿ ਜਿਹੜਾ ਪਹਿਲਾ ਸੈਸ਼ਨ ਸੀ ਦਸੰਬਰ ਦੇ ਵਿੱਚ ਹੋ ਗਿਆ ਸੀਗਾ, ਨਵੰਬਰ ਦੇ ਵਿੱਚ ਬਣੀ ਕੌਂਸਟੀਟਿਊਸ਼ਨ ਅਸੈਂਬਲੀ ਤੇ ਦਸੰਬਰ ਦੇ ਵਿੱਚ ਜਿਹੜਾ ਪਹਿਲਾ ਸੈਸ਼ਨ ਹੋ ਗਿਆ ਸੀਗਾ, ਇਹ ਵੀ ਗਲਤ ਹੈ। ਕੌਂਸਟੀਟਿਊਸ਼ਨ ਆਫ ਇੰਡੀਆ ਵਾਜ਼ ਅਡੋਪਟਡ ਔਨ 26 ਜਨਵਰੀ 1950, ਦੇਖੋ ਅਡੋਪਟਡ ਧਿਆਨ ਨਾਲ ਦੇਖੋ, ਅਡੋਪਟਡ ਇੱਕ ਤਾਂ ਹੈਗਾ ਕੇਮ ਇਨਟੂ ਫੋਰਸ, ਬਟ ਜਿਹੜਾ ਤੁਸੀਂ ਪ੍ਰੀਐਂਬਲ ਤੁਹਾਨੂੰ ਪੜ੍ਹਾਊਂਗਾ ਮੈਂ ਅੱਗੇ, ਅਡੋਪਟਡ ਸੀਗਾ ਉਹ ਅਸੀਂ 26 ਨਵੰਬਰ 1949 ਇਸ ਡੇਟ ਨੂੰ ਹੀ ਅਡੋਪਟ ਕਰ ਲਿਆ ਸੀਗਾ। 26 ਜਨਵਰੀ ਨੂੰ ਸਿਰਫ ਇਟ ਕੇਮ ਇਨਟੂ ਫੋਰਸ ਲਾਗੂ ਹੋਇਆ ਸੀਗਾ, ਬਟ ਅਸੀਂ ਅਡੋਪਟ ਤਾਂ ਪਹਿਲਾਂ ਹੀ ਕਰ ਲਿਆ ਸੀ 26 ਜਨਵਰੀ 1949, ਈਵਨ ਕਿ ਜਿਹੜੀ ਡੇਟ ਕੌਂਸਟੀਟਿਊਸ਼ਨ ਦੇ ਵਿੱਚ ਲਿਖੀ ਹੋਈ ਹੈ ਉਹ ਵੀ 26 ਨਵੰਬਰ 1949 ਹੀ ਲਿਖੀ ਹੋਈ ਹੈ ਕਿ ਜਿਹੜੇ ਡੇਟ ਨੂੰ ਅਸੀਂ ਅਡੋਪਟ ਕੀਤਾ ਸੀਗਾ, ਠੀਕ ਹੈ, ਤਾਂ ਇਹ ਵੀ ਗਲਤ ਹੈ ਸਟੇਟਮੈਂਟ। ਤਾਂ ਓਬਵੀਅਸਲੀ ਗੱਲ ਹੈ ਆਪਣਾ ਇਹ ਸਟੇਟਮੈਂਟ ਹੀ ਕਰੈਕਟ ਜਾਂਦੀ ਹੈ, ਠੀਕ ਹੈ। ਵੀ ਕੌਂਸਟੀਟਿਊਸ਼ਨ ਅਸੈਂਬਲੀ ਵਾਜ਼ ਇਲੈਕਟਡ ਬਾਏ ਪ੍ਰੋਵਿੰਸ਼ੀਅਲ ਅਸੈਂਬਲੀਜ਼, ਮਤਲਬ ਪ੍ਰੋਵਿੰਸ਼ੀਅਲ ਮਤਲਬ ਕਿ ਜਿਵੇਂ ਸਟੇਟਸ ਹੋਈਆਂ ਆਪਣੀਆਂ, ਤਾਂ ਜਿਹੜੀਆਂ ਪ੍ਰੋਵਿੰਸ਼ੀਅਲ ਅਸੈਂਬਲੀ ਸੀ ਉਹਨਾਂ ਨੇ ਹੀ ਚੁਣ ਕੇ ਆਪਣੇ ਕੌਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਭੇਜਿਆ, ਠੀਕ ਹੈ, ਤਾਂ ਇਹੀ ਆਨਸਰ ਬਣੇਗਾ ਆਪਣਾ ਇਹ, ਠੀਕ। ਵਿਚ ਆਫ ਦ ਫੋਲੋਇੰਗ ਇਜ਼ ਨੋਟ ਅ ਫੀਚਰ ਆਫ ਗਵਰਨਮੈਂਟ ਆਫ ਇੰਡੀਆ ਐਕਟ 1935, ਨੋਟ ਅ ਫੀਚਰ, ਨੋਟ ਫੀਚਰ ਨਹੀਂ ਹੈਗਾ ਗਵਰਨਮੈਂਟ ਆਫ ਇੰਡੀਆ ਐਕਟ 1935, ਡਾਇਰਕੀ ਐਟ ਸੈਂਟਰ ਐਜ਼ ਵੈਲ ਐਜ਼ ਪ੍ਰੋਵਿੰਸਿਸ, ਨਹੀਂ ਪ੍ਰੋਵਿੰਸਿਸ ਦੇ ਵਿੱਚ ਨਹੀਂ ਸੀ ਜੀ, ਇੱਥੋਂ ਹੀ ਇਹੀ ਪਹਿਲਾ ਹੀ ਆਨਸਰ ਠੀਕ ਹੈ, ਪਹਿਲਾ ਹੀ ਆਪਸ਼ਨ ਆਏਗਾ ਆਪਣਾ, ਠੀਕ ਹੈ। ਡਾਇਰਕੀ ਐਟ ਸੈਂਟਰ ਤਾਂ ਠੀਕ ਹੈ ਬਿਲਕੁਲ ਹੈਗੀ ਸੀਗੀ, ਜਿਹੜਾ 1935 ਜਿਹੜਾ ਐਕਟ ਸੀਗਾ ਗਵਰਨਮੈਂਟ ਆਫ ਇੰਡੀਆ ਐਕਟ, ਡਾਇਰਕੀ ਐਟ ਸੈਂਟਰ ਹੈਗੀ ਸੀ ਬਟ ਪ੍ਰੋਵਿੰਸਿਸ ਦੇ ਵਿੱਚ ਨਹੀਂ ਸੀਗੀ, ਠੀਕ ਹੈ। ਹੋਰ ਆਪਾਂ ਅੱਗੇ ਦੇਖ ਲੈਂਦੇ ਹਾਂ, ਬਾਈਕੈਮਰਲ ਲੈਜਿਸਲੇਚਰ ਬਿਲਕੁਲ ਹੈਗਾ ਸੀਗਾ, ਪ੍ਰੋਵਿੰਸ਼ੀਅਲ ਆਟੋਨਮੀ ਬਿਲਕੁਲ ਸੀਗੀ ਔਰ ਹੁਣ ਦੇਖੋ ਇਹ ਸਾਰਿਆਂ ਨੇ ਆਪਾਂ ਮਤਲਬ ਦੇਖ ਲੈਣਾ ਇੱਕ ਵਾਰੀ ਆਪਾਂ, ਠੀਕ ਹੈ। ਜਿਹੜਾ ਡਾਇਰਕੀ ਸੀਗਾ, ਡਾਇਰਕੀ ਦਾ ਮਤਲਬ ਕੀ ਹੈ ਦੇਖੋ, ਹੁਣ ਜਿਵੇਂ ਆਪਣੀ ਅੱਜ ਕੱਲ੍ਹ ਦੀਆਂ ਲਿਸਟ ਨਹੀਂ ਗੀਆਂ, ਜਿਵੇਂ ਯੂਨੀਅਨ ਲਿਸਟ ਤੇ ਕੰਕਰੈਂਟ ਲਿਸਟ, ਹੈ ਨਾ, ਇੱਦਾਂ ਦੀ ਲਿਸਟ ਨਹੀਂ ਗੀਆਂ, ਤਾਂ ਉਸ ਟਾਈਮ 'ਤੇ ਕੀ ਸੀਗਾ, ਸਭ ਤੋਂ ਪਹਿਲਾਂ ਡਾਇਰਕੀ ਜਦੋਂ ਆਈ 1909 ਦੇ ਵਿੱਚ, 1919 ਦੇ ਵਿੱਚ ਆਈ, 1919 ਦੇ ਵਿੱਚ ਆਈ, ਉਹਦੇ ਵਿੱਚ ਕੀ ਸੀ, ਦੋ ਤਰ੍ਹਾਂ ਦੇ ਸਬਜੈਕਟ ਸੀਗੇ, ਟਰਾਂਸਫਰਡ ਤੇ ਰਿਜ਼ਰਵਡ, ਠੀਕ ਹੈ। ਇਹ ਸੈਂਟਰ ਆਪਣਾ ਸਟੇਟਸ ਦੀ ਗੱਲ ਹੋ ਰਹੀ ਹੈ, 1919 ਦੇ ਵਿੱਚ ਪ੍ਰੋਵਿੰਸਿਸ ਦੇ ਵਿੱਚ ਡਾਇਰਕੀ ਆਈ ਸੀਗੀ, ਠੀਕ ਹੈ, 1919 ਦੇ ਵਿੱਚ, ਠੀਕ, 1935 ਦੀ ਹੁਣ ਇਹ ਕੁਐਸਚਨ ਹੈਗਾ 1935 ਦਾ, ਬਟ ਮੈਂ ਤੁਹਾਨੂੰ ਥੋੜ੍ਹਾ ਹੋਰ ਡੀਪ 'ਚ ਲੈ ਕੇ ਜਾ ਰਿਹਾ। 1919 ਦੇ ਵਿੱਚ ਡਾਇਰਕੀ ਸੀਗੀ ਸਟੇਟਸ ਦੇ ਵਿੱਚ, ਪ੍ਰੋਵਿੰਸਿਸ ਦੇ ਵਿੱਚ, ਤਾਂ ਉਹਦੇ ਵਿੱਚ ਟਰਾਂਸਫਰ ਤੇ ਰਿਜ਼ਰਵ ਸਬਜੈਕਟ ਸੀਗੇ। ਜਿਹੜੇ ਰਿਜ਼ਰਵ ਸਬਜੈਕਟ ਸੀਗੇ ਉਹ ਤਾਂ ਸਿਰਫ ਔਰ ਸਿਰਫ ਮਤਲਬ ਤੁਸੀਂ ਐਂ ਲਗਾਓ ਵੀ ਗਵਰਨਰ ਜਨਰਲ ਹੀ ਆਪਣੇ ਜਿਹੜੇ ਗਵਰਨਰ ਸੀ ਉਹੀ ਲਾਜ਼ ਬਣਾ ਸਕਦੇ ਸੀਗੇ। ਜਿਹੜੇ ਟਰਾਂਸਫਰਡ ਸਬਜੈਕਟ ਸੀਗੇ ਉਹਨਾਂ 'ਤੇ ਲਾਜ਼ ਬਣਾਉਣ ਵਾਸਤੇ ਜਿਹੜੇ ਮਿਨਿਸਟਰ ਸੀਗੇ ਉਹ ਰਿਸਪੋਂਸੀਬਲ ਸੀਗੇ, ਠੀਕ ਹੈ, ਰਿਸਪੋਂਸੀਬਲ ਮਿਨਿਸਟਰਸ ਸੀਗੇ ਜਿਹੜੇ ਕਿ ਸਬਜੈਕਟ ਸੀਗੇ ਟਰਾਂਸਫਰ ਕੀਤੇ ਹੋਏ, ਠੀਕ ਹੈ। ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰੋ, ਬਾਕੀ ਜ਼ਿਆਦਾ ਡਿਟੇਲ 'ਚ ਆਪਾਂ ਜਦੋਂ ਬੈਕਗਰਾਊਂਡ ਕਰਾਂਗੇ, ਹਿਸਟੋਰੀਕਲ ਬੈਕਗਰਾਊਂਡ ਕਰਾਂਗੇ ਉਦੋਂ ਸਮਝ ਆ ਜਾਏਗਾ, ਠੀਕ ਹੈ। ਤਾਂ ਥੋੜ੍ਹਾ ਜਿਹਾ ਬਸ ਇੱਕ ਤੁਸੀਂ ਇੰਨਾ ਕੁ ਧਿਆਨ ਰੱਖੋ, ਜਿਹੜੀ ਡਾਇਰਕੀ ਹੈ, ਦੇਖੋ ਡਾਈ ਦਾ ਕੀ ਮਤਲਬ ਹੈ, ਡਾਈ ਦਾ ਮਤਲਬ ਹੈ ਟੂ, ਆਰਕੀ ਦਾ ਮਤਲਬ ਕੀ ਹੈ, ਰੂਲ, ਤਾਂ ਦੈਟ ਇਜ਼ ਡਿਊਲ ਰੂਲ, ਇਹ ਡਿਊਲ ਰੂਲ ਦੀ ਗੱਲ ਹੋ ਰਹੀ ਹੈ, ਠੀਕ ਹੈ। ਤਾਂ ਜਿਹੜੇ ਕਿ ਕੁਛ ਸਬਜੈਕਟਸ ਨੇਗੇ ਉਹ ਤਾਂ ਸਾਡੀ ਪਹੁੰਚ ਤੋਂ ਬਾਹਰ ਨੇ, ਜਿਹੜੇ ਰਿਸਪੋਂਸੀਬਲ ਮਿਨਿਸਟਰਸ ਨੇ ਉਹਨਾਂ ਦੀ ਪਹੁੰਚ ਤੋਂ ਬਾਹਰ ਨੇ, ਜਿਹੜੇ ਕੁਛ ਸਬਜੈਕਟਸ ਨੇ ਉਹ ਰਿਸਪੋਂਸੀਬਲ ਮਿਨਿਸਟਰ ਦੇ ਦਾਇਰੇ ਦੇ ਵਿੱਚ ਨੇਗੇ, ਠੀਕ ਹੈ। ਹੁਣ ਰਿਸਪੋਂਸੀਬਲ ਮਿਨਿਸਟਰ ਕੀ ਹੁੰਦਾ ਇਹ ਆਪਾਂ ਅੱਗੇ ਪੜ੍ਹ ਲਾਂਗੇ, ਠੀਕ ਹੈ। ਬਸ ਤੁਸੀਂ ਇੰਨਾ ਯਾਦ ਰੱਖਣਾ, ਡਾਇਰਕੀ ਦੇ ਵਿੱਚ ਦੋ ਤਰ੍ਹਾਂ ਦੇ ਸਬਜੈਕਟਸ ਨੇਗੇ, ਠੀਕ ਹੈ, ਡੂਅਲ ਰੂਲ ਹੈਗਾ ਸਿੰਪਲੀ। ਹੁਣ 1919 ਦੇ ਵਿੱਚ ਇਹ ਡਾਇਰਕੀ ਸੀ ਪ੍ਰੋਵਿੰਸਿਸ ਦੇ ਵਿੱਚ, ਠੀਕ ਹੈ ਨਾ, ਸਿੰਪਲੀ। 1935 ਦੇ ਵਿੱਚ ਕੀ ਕਰਤਾ, ਡਾਇਰਕੀ ਐਟ ਸੈਂਟਰ ਤਾਂ ਕਰਤੀ, ਬਟ ਜਿਹੜੀ ਪ੍ਰੋਵਿੰਸਿਸ ਦੇ ਵਿੱਚ ਪਹਿਲਾਂ ਸੀਗੀ ਉਹਨੂੰ ਹਟਾਤਾ, ਠੀਕ ਹੈ, ਤਾਂ ਇਹ ਸਟੇਟਮੈਂਟ ਗਲਤ ਬਣ ਜਾਂਦੀ ਹੈਗੀ। 1935 ਵਾਲੇ ਐਕਟ ਦੇ ਵਿੱਚ ਪ੍ਰੋਵਿੰਸਿਸ ਦੇ ਵਿੱਚ ਡਾਇਰਕੀ ਨਹੀਂ ਰਹੀ, 1919 ਦੇ ਵਿੱਚ ਡਾਇਰਕੀ ਪ੍ਰੋਵਿੰਸਿਸ ਦੇ ਵਿੱਚ ਸੀਗੀ, ਬਟ 1935 ਦੇ ਵਿੱਚ ਪ੍ਰੋਵਿੰਸਿਸ ਦੇ ਵਿੱਚ ਨਹੀਂ ਸੀਗੀ, ਠੀਕ ਹੈ। ਬਾਈਕੈਮਰਲ ਲੈਜਿਸਲੇਚਰ ਹੈਗਾ ਹੈ, ਠੀਕ ਹੈ, ਬਿਲਕੁਲ ਹੈਗਾ। ਬਾਈਕੈਮਰਲ ਮਤਲਬ ਦੋ ਹਾਊਸਿਸ ਸੀਗੇ ਫੈਡਰਲ ਲੈਵਲ 'ਤੇ, ਇੱਕ ਤਾਂ ਦੇਖੋ ਫੈਡਰਲ ਲੈਜਿਸਲੇਟਿਵ ਅਸੈਂਬਲੀ ਸੀਗੀ, ਇੱਕ ਕਾਊਂਸਲ ਆਫ ਸਟੇਟਸ ਕਹਿ ਸਕਦੇ ਆਪਾਂ, ਜਿਵੇਂ ਅੱਜ ਦੇ ਆਪਣੇ ਹਾਊਸਿਸ ਨੇ ਦੋਨੋਂ, ਲੋਕ ਸਭਾ ਤੇ ਰਾਜ ਸਭਾ, ਉਸ ਤਰ੍ਹਾਂ ਦਾ ਕੁਛ ਸਿਸਟਮ ਸੀਗਾ ਉਸ ਟਾਈਮ ਵੀ, ਠੀਕ ਹੈ, 1935 ਦੇ ਵਿੱਚ ਵੀ। ਪ੍ਰੋਵਿੰਸ਼ੀਅਲ ਅਟੋਨਮੀ, ਪ੍ਰੋਵਿੰਸ਼ੀਅਲ ਨੂੰ ਥੋੜ੍ਹੀ ਜਿਹੀ ਅਟੋਨਮੀ ਹੋਰ ਮਿਲੀ ਇਹਦੇ ਵਿੱਚ ਆ ਕੇ, 1935 ਦੇ ਐਕਟ ਦੇ ਵਿੱਚ ਆ ਕੇ ਪ੍ਰੋਵਿੰਸਿਸ ਨੇ, ਜਿਹੜੇ ਸਟੇਟਸ ਨੇ, ਉਹਨਾਂ ਨੂੰ ਥੋੜ੍ਹੀ ਅਟੋਨਮੀ ਜ਼ਿਆਦਾ ਮਿਲੀ, ਸੈਲਫ ਰੂਲ ਜ਼ਿਆਦਾ ਮਿਲਿਆ। ਹੁਣ ਕੀ ਸੀਗਾ, ਜਿਹੜੇ ਪ੍ਰੋਵਿੰਸਿਸ ਸੀਗੀਆਂ, ਠੀਕ ਹੈ, ਆਪਣਾ ਭਾਰਤ ਦੇਸ਼ ਹੈਗਾ, ਠੀਕ ਹੈ, ਬੰਗਾਲ ਸਟੇਟ ਹੈਗੀ, ਮਦਰਾਸ ਸਟੇਟ ਹੈਗੀ, ਤਾਂ ਜਿਹੜੀਆਂ ਪ੍ਰੋਵਿੰਸਿਸ ਨੇਗੀਆਂ ਇਹ ਸਿੱਧਾ ਕਰਾਊਨ ਤੋਂ ਹੀ, ਮਤਲਬ ਪਹਿਲਾਂ ਕੀ ਸੀਗਾ, ਪਹਿਲਾਂ ਜਿਹੜਾ ਗਵਰਨਰ ਜਨਰਲ ਬੈਠਾ ਸੀਗਾ ਉਰੇ, ਗਵਰਨਰ ਜਨਰਲ ਬੈਠਾ ਸੀ, ਉਹ ਬਹੁਤ ਇੰਟਰਫੇਅਰ ਕਰਦਾ ਸੀਗਾ ਸਾਰੀਆਂ ਪ੍ਰੋਵਿੰਸਿਸ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ, ਠੀਕ ਹੈ। ਕੋਈ ਵੀ ਸਿਸਟਮ ਕਰਨਾ, ਕੋਈ ਵਾਰ ਕਰਨੀ ਹੈ, ਕੋਈ ਸਿਵਲ ਐਡਮਿਨਿਸਟ੍ਰੇਸ਼ਨ ਹੈ, ਤਾਂ ਗਵਰਨਰ ਜਨਰਲ ਦੀ ਇੰਟਰਫੇਅਰੈਂਸ ਜ਼ਿਆਦਾ ਹੁੰਦੀ ਸੀ। ਬਟ 1935 ਦੇ ਐਕਟ ਤੋਂ ਬਾਅਦ ਕੀ ਹੋਇਆ, ਜਿਹੜੀਆਂ ਪ੍ਰੋਵਿੰਸਿਸ ਸੀਗੀਆਂ ਇਹ ਡਾਇਰੈਕਟਲੀ ਕਰਾਊਨ ਤੋਂ ਹੀ ਆਪਣੀਆਂ ਜਿਹੜੀ ਪਾਵਰ ਬੋਰੋ ਕਰਦੀਆਂ ਸੀਗੀਆਂ, ਠੀਕ ਹੈ, ਡਾਇਰੈਕਟਲੀ ਕਰਾਊਨ ਦੇ ਰਿਪਰੈਜ਼ੈਂਟੇਟਿਵ ਬਣ ਗਈਆਂ ਸੀਗੀਆਂ, ਮਤਲਬ ਗਵਰਨਰ ਜਨਰਲ ਨੂੰ ਵਿੱਚੋਂ ਹਟਾਤਾ ਸੀਗਾ, ਕਹਿਣ ਦਾ ਮਤਲਬ,
ਔਨ ਪੇਪਰ ਜ਼ਿਆਦਾ ਫਰਕ ਨਹੀਂ ਪਿਆ, ਬਟ ਕੁਛ ਨਾ ਕੁਛ ਫਰਕ ਪਿਆ ਸੀਗਾ ਕਿ ਹੁਣ ਗਵਰਨਰ ਜਨਰਲ ਜ਼ਿਆਦਾ ਇੰਟਰਫੇਅਰ ਨਹੀਂ ਕਰ ਸਕਦਾ, ਠੀਕ ਹੈ ਨਾ। ਸਿੱਧਾ ਸਿੱਧਾ ਕਰਾਊਨ ਹੀ ਰੂਲ ਕਰੂ, ਕਰਾਊਨ ਤੋਂ ਹੀ ਜਿਹੜੀ ਪਾਵਰ ਹੈ ਉਹ ਬੋਰੋ ਕਰ ਰਹੀ ਸੀਗੀ, ਪ੍ਰੋਵਿੰਸਿਸ ਕਰ ਰਹੀਆਂ ਸੀਗੀਆਂ। ਤਾਂ ਕੁਛ ਲੈਵਲ ਆਫ ਆਟੋਨੋਮੀ ਜ਼ਰੂਰ ਆਈ, ਠੀਕ ਹੈ। ਪਹਿਲਾਂ ਗਵਰਨਰ ਜਨਰਲ ਹਰ ਛੋਟੀ ਵੱਡੀ ਚੀਜ਼ ਦੇ ਵਿੱਚ ਇੰਟਰਫੇਅਰ ਕਰਦਾ ਸੀਗਾ, ਹੁਣ ਨਹੀਂ ਹੈਗੀ ਇਹ ਚੀਜ਼, ਠੀਕ ਹੈ। ਤਾਂ ਪ੍ਰੋਵਿੰਸ਼ੀਅਲ ਆਟੋਨੋਮੀ ਬਿਲਕੁਲ ਆਈ 1935 ਦੇ ਐਕਟ ਦੇ ਵਿੱਚ। ਇੱਕ ਆਲ ਇੰਡੀਆ ਫੈਡਰੇਸ਼ਨ ਬਣਾਉਣ ਦੀ ਵੀ ਗੱਲ ਕੀਤੀ ਗਈ, ਠੀਕ ਹੈ। ਆਲ ਇੰਡੀਆ ਫੈਡਰੇਸ਼ਨ ਦੇ ਵਿੱਚ ਕੀ ਕੁਛ ਸੀਗਾ, ਇਹ ਸਾਰੀਆਂ ਪ੍ਰੋਵਿੰਸਿਸ, ਠੀਕ ਹੈ, ਜਿਹੜੇ ਹੋਰ ਪ੍ਰਿੰਸਲੀ ਸਟੇਟਸ ਵੀ ਸੀਗੀਆਂ, ਮਤਲਬ ਜਿਹੜੇ ਰਜਵਾੜੇ ਸੀਗੇ, ਰਾਜੇ ਰਜਵਾੜੇ ਸੀਗੇ, ਉਹਨਾਂ ਦੇ ਨੋਮੀਨੀ ਅਤੇ ਬ੍ਰਿਟਿਸ਼ ਸਰਕਾਰ ਦੇ ਨੁਮਾਇੰਦੇ। ਤਾਂ ਇਹਨਾਂ ਸਭ ਨੂੰ ਮਿਲਾ ਕੇ ਇੱਕ ਆਲ ਇੰਡੀਆ ਫੈਡਰੇਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹਦੇ ਵਿੱਚ ਇਹ ਸਾਰੇ ਰਿਪਰੈਜ਼ੈਂਟੇਟਿਵ ਹੋਣਗੇ, ਠੀਕ ਹੈ ਨਾ। ਬਟ ਇੱਕ ਇੰਟਰਸਟਿੰਗ ਫੈਕਟ ਇਹ ਹੈਗਾ ਕਿ ਜਿਹੜਾ ਵੀ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਫੈਡਰਲ ਲੈਵਲ 'ਤੇ ਜੋ ਵੀ ਸਿਸਟਮ ਬਣਾਇਆ ਇਹਨਾਂ ਨੇ, ਉਹ ਕਦੇ ਵੀ ਇੰਪਲੀਮੈਂਟ ਹੋਇਆ ਹੀ ਨਹੀਂ ਹੈਗਾ, ਕਿਉਂਕਿ ਕਦੇ ਵੀ ਫੈਡਰਲ ਲੈਵਲ 'ਤੇ ਸਹਿਮਤੀ ਨਹੀਂ ਹੋਈ ਹੈਗੀ ਸਾਰੇ ਪਾਰਟੀਸਪੈਂਟਸ ਦੀ, ਠੀਕ ਹੈ। ਪ੍ਰੋਵਿੰਸ਼ੀਅਲ ਲੈਵਲ 'ਤੇ ਜਿਹੜਾ ਕੁਛ ਸੀਗਾ ਉਹ ਇੰਪਲੀਮੈਂਟ ਹੋ ਗਿਆ ਸੀ, ਬਟ ਫੈਡਰਲ ਲੈਵਲ 'ਤੇ ਕਦੇ ਇੰਪਲੀਮੈਂਟ ਹੋਇਆ ਹੀ ਨਹੀਂ। ਸੇਮ ਗੋਜ਼ ਵਿਦ ਦਾ ਆਲ ਇੰਡੀਆ ਫੈਡਰੇਸ਼ਨ, ਇਹ ਕਦੇ ਕੇਮ ਇਨਟੂ ਐਗਜ਼ਿਸਟੈਂਸ ਹੋਈ ਹੀ ਨਹੀਂ ਹੈਗੀ, ਠੀਕ ਹੈ ਨਾ, ਐਗਜ਼ਿਸਟੈਂਸ ਹੀ ਨਹੀਂ ਆਈ ਕਦੇ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ। ਚਲੋ, which the one of the following schedules of the constitution contains provisions of regarding anti defection law, ADL, anti defection law, ठीक है। 10th ਸ਼ਡਿਊਲ ਦੇ ਵਿੱਚ ਆਉਂਦਾ ਜੀ, ਆਪਾਂ ਨੂੰ ਪਤਾ ਹੈ, ਠੀਕ ਹੈ। 10th ਸ਼ਡਿਊਲ ਦੇ ਵਿੱਚ ਐਂਟੀ ਡਿਫੈਕਸ਼ਨ ਲਾਅ ਆਉਂਦਾ ਹੈ। ਕਦੋਂ ਐਡ ਹੋਇਆ ਸੀ ਜੀ ਇਹ? 52nd ਅਮੈਂਡਮੈਂਟ 1985 ਦੇ ਵਿੱਚ ਇਹ ਐਡ ਹੋਇਆ ਸੀ ਜੀ। ਕਿਹੜੀ ਸਰਕਾਰ ਸੀ ਉਦੋਂ? ਰਾਜੀਵ ਗਾਂਧੀ ਸਰਕਾਰ ਸੀਗੀ, ਠੀਕ ਹੈ। ਰਾਜੀਵ ਗਾਂਧੀ ਸਰਕਾਰ ਦੇ ਵਿੱਚ ਐਂਟੀ ਡਿਫੈਕਸ਼ਨ ਲਾਅ ਆਇਆ। ਦੇਖੋ, ਤੁਸੀਂ ਨਾ ਕੋਸ਼ਿਸ਼ ਕਰਿਆ ਕਰੋ ਕਿ ਪ੍ਰਧਾਨ ਮੰਤਰੀ ਜਾਂ ਸਰਕਾਰਾਂ ਹੋਰ ਇੱਦਾਂ ਦੀ ਸਟੋਰੀਜ਼ ਤੁਹਾਡੇ ਦਿਮਾਗ 'ਚ ਹੋਣ, ਇੱਥੋਂ ਆਪਾਂ ਨੂੰ ਪਤਾ ਲੱਗ ਜਾਏਗਾ, ਥੋੜ੍ਹਾ ਜਿਹਾ ਆਈਡੀਆ ਹੋ ਜਾਂਦਾ ਹੈਗਾ ਨਾ, ਠੀਕ ਹੈ ਨਾ। ਤਾਂ ਦੇਖੋ, ਪਹਿਲਾਂ ਕੀ ਸੀ, ਆਇਆ ਰਾਮ ਗਿਆ ਰਾਮ, ਹੈ ਨਾ। ਜਿਹੜੇ ਆਪਣੇ ਪਾਰਲੀਮੈਂਟੇਰੀਅਨ ਸੀਗੇ, ਉਹ ਕਦੇ ਕਿਸੇ ਪਾਰਟੀ 'ਤੇ ਕਦੇ ਕਿਸੇ ਪਾਰਟੀ ਦੇ ਵਿੱਚ, ਤਾਂ ਬੜੀ ਹੀ ਇਮੋਰਲ ਜੀ ਪੋਲੀਟਿਕਸ ਹੋ ਰਹੀ ਸੀਗੀ, ਠੀਕ ਹੈ। ਰਾਜੀਵ ਗਾਂਧੀ ਸੀਗੇ, ਯੰਗ ਸੀਗੇ, ਤਾਂ ਕੁਛ ਚੇਂਜ ਲਿਆਉਣ ਦੀ ਕੋਸ਼ਿਸ਼ ਕੀਤੀ ਗਈ, ਠੀਕ ਹੈ। ਤਾਂ ਆਪਾਂ ਇੱਦਾਂ ਸਟੋਰੀਜ਼ ਨਾਲ ਯਾਦ ਰੱਖ ਸਕਦੇ ਹਾਂ ਕਿ ਉਸ ਟਾਈਮ 'ਤੇ ADL ਆਇਆ, ਐਂਟੀ ਡਿਫੈਕਸ਼ਨ ਲਾਅ ਆਇਆ, ਠੀਕ ਹੈ। ਤਾਂ 10th ਸ਼ਡਿਊਲ ਐਡ ਕੀਤਾ ਗਿਆ, ਇਹ ਚੀਜ਼ ਹੈਗੀ ਆ ਬਸ, ਠੀਕ ਹੈ। ਹੋਰ ਤਾਂ ਹੈ ਨਹੀਂ ਇਹ 'ਚ ਕੁਛ। ਅਤੇ ਇੱਕ 91st ਅਮੈਂਡਮੈਂਟ ਹੋਈ ਸੀ ਉਦੋਂ ਬਾਅਦ 'ਚ, ਉਹਦੇ ਨਾਲ ਥੋੜ੍ਹਾ ਜਿਹਾ ਹੋਰ ਵੀ ਸਟ੍ਰਿਕਟ ਹੋ ਗਿਆ ਸੀ, ਆਪਾਂ ਅੱਗੇ ਪੜ੍ਹ ਲਾਂਗੇ। 91st ਅਮੈਂਡਮੈਂਟ 2003, ਇਹ ਵਾਜਪਾਈ ਸਰਕਾਰ ਦੇ ਵੇਲੇ ਆਈ ਸੀਗੀ, ਠੀਕ ਹੈ। ਚਲੋ, ਹੂ ਇਜ਼ ਕੰਸੀਡਰਡ ਟੂ ਬੀ ਦਾ ਆਰਕੀਟੈਕਟ ਆਫ ਕੌਂਸਟੀਟਿਊਸ਼ਨ? ਸਿੰਪਲ ਜੀ ਗੱਲ, ਆਪਾਂ ਨੂੰ ਪਤਾ BR ਅੰਬੇਦਕਰ, ਕਿਉਂਕਿ ਜਿਹੜੀ ਡਰਾਫਟਿੰਗ ਕਮੇਟੀ ਸੀਗੀ ਕੌਂਸਟੀਟਿਊਸ਼ਨ ਦੀ, ਉਸ ਦੇ ਚੇਅਰਮੈਨ ਸੀਗੇ BR ਅੰਬੇਦਕਰ। ਤਾਂ ਇਹਨਾਂ ਨੂੰ ਹੀ ਆਰਕੀਟੈਕਟ ਕਿਹਾ ਜਾਂਦਾ BR ਅੰਬੇਦਕਰ ਨੂੰ, ਠੀਕ ਹੈ, ਕੌਂਸਟੀਟਿਊਸ਼ਨ। ਚਲੋ, ਮੈਂਬਰਸ ਆਫ ਡਰਾਫਟਿੰਗ ਕਮੇਟੀ ਆਪਾਂ ਦੇਖ ਲੈਂਦੇ ਹਾਂ, ਠੀਕ ਹੈ, ਸਾਰੇ ਮੈਂਬਰਸ। ਹੁਣ ਤੁਹਾਨੂੰ ਮੈਂ ਦੱਸਿਆ ਵੀ ਇੱਥੇ ਜਿਹੜੇ BR ਅੰਬੇਦਕਰ ਨੇ ਉਹ ਚੇਅਰਮੈਨ ਨੇ ਡਰਾਫਟਿੰਗ ਕਮੇਟੀ ਦੇ, ਤਾਂ ਇਸੇ ਕਰਕੇ ਇਹਨਾਂ ਨੂੰ ਆਰਕੀਟੈਕਟ ਕਿਹਾ ਜਾਂਦਾ ਹੈ ਕੌਂਸਟੀਟਿਊਸ਼ਨ ਦਾ। ਹੁਣ ਸਾਰੇ ਮੈਂਬਰਸ ਕਿਹੜੇ ਕਿਹੜੇ ਨੇ? ਦੇਖੋ, ਇੱਕ ਤਾਂ BR ਅੰਬੇਦਕਰ ਆਪਾਂ ਕਰ ਲਿਆ, ਹੈ ਨਾ, ਚੇਅਰਮੈਨ ਨੇ ਜਿਹੜੇ, ਠੀਕ ਹੈ। ਉਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮੈਂਬਰਸ ਨੇ? ਇੱਕ ਤਾਂ ਅਲਾਦੀ ਕ੍ਰਿਸ਼ਨਾ ਸਵਾਮੀ ਅਈਅਰ, N ਗੋਪਾਲਾ ਸਵਾਮੀ ਅਯੰਗਰ। ਹੁਣ ਇਹਨੂੰ ਆਪਾਂ ਕਿਵੇਂ ਯਾਦ ਰੱਖ ਸਕਦੇ ਹਾਂ? ਦੇਖੋ, ਇੱਕ ਤਾਂ ਅਈਅਰ ਅਤੇ ਅਯੰਗਰ, ਇਹ ਦੋਨੇ ਇੱਕ ਗਰੁੱਪ ਬਣ ਗਿਆ ਇਹਨਾਂ ਦਾ, ਠੀਕ ਹੈ। ਆਪਾਂ ਮੈਂਬਰਸ ਆਫ ਡਰਾਫਟਿੰਗ ਕਮੇਟੀ ਕਰ ਰਹੇ ਹਾਂ, ਟੋਟਲ 7 ਨੰਬਰ ਆਫ ਮੈਂਬਰਸ ਨੇ, ਠੀਕ ਹੈ। ਅਈਅਰ ਅਤੇ ਅਯੰਗਰ, ਇੱਕ ਤਾਂ ਇਹ ਗਰੁੱਪ ਯਾਦ ਹੋ ਗਿਆ, ਠੀਕ ਹੈ। ਇੱਕ KM ਮੁਨਸ਼ੀ ਅਤੇ ਸੈਯਦ ਮੁਹੰਮਦ ਸਦੁੱਲਾ, ਠੀਕ ਹੈ। ਇੱਥੋਂ ਆਪਾਂ ਕੀ ਯਾਦ ਕਰਾਂਗੇ? ਇੱਕ ਮੁਨਸ਼ੀ ਹੋ ਗਿਆ, ਇੱਕ ਸਾਧੂ ਹੋ ਗਿਆ, ਇੱਕ ਇਹ ਆਪਾਂ ਯਾਦ ਰੱਖਾਂਗੇ ਗਰੁੱਪ, ਠੀਕ ਹੈ। ਅੰਬੇਦਕਰ ਤਾਂ ਆਪਣੇ ਯਾਦ ਹੀ ਹੈਗਾ। ਇੱਕ ਗਰੁੱਪ ਆਪਣੇ ਅਈਅਰ ਅਤੇ ਅਯੰਗਰ ਯਾਦ ਹੋ ਗਿਆ, ਇੱਕ ਗਰੁੱਪ ਯਾਦ ਹੋ ਗਿਆ ਮੁਨਸ਼ੀ ਅਤੇ ਸਾਧੂ, ਠੀਕ ਹੈ। ਹੁਣ 2 ਹੋਰ ਰਹਿ ਗਏ, 5 ਹੋ ਗਏ, 2 ਹੋਰ ਰਹਿ ਗਏ। ਇੱਕ ਸੀਗਾ N ਮਾਧਵ ਰਾਓ, ਹੀ ਰਿਪਲੇਸਡ BL ਮਿੱਤਰ। ਦੇਖੋ, ਪਹਿਲਾਂ ਇਨੀਸ਼ੀਅਲੀ BL ਮਿੱਤਰ ਸਾਹਿਬ ਸੀਗੇ, ਬਟ ਉਸ ਤੋਂ ਬਾਅਦ 'ਚੋਂ ਇਹਨਾਂ ਨੇ ਰਿਜ਼ਾਈਨ ਕਰਤਾ ਸੀ ਕਿਸੇ ਕਾਰਨ ਕਰਕੇ, ਬਿਮਾਰ ਸੀ ਜਾਂ ਕੁਛ ਹੋਰ ਸੀਗੇ, ਤਾਂ ਫਿਰ ਉਦੋਂ BL ਮਿੱਤਰ ਨੂੰ ਰਿਪਲੇਸ ਕਰਕੇ N ਮਾਧਵ ਰਾਓ ਆਏ ਬਾਅਦ ਦੇ ਵਿੱਚ। ਉਸੇ ਤਰ੍ਹਾਂ DP ਖੇਤਾਨ ਸੀਗੇ ਪਹਿਲਾਂ, ਫਿਰ ਇਹਨਾਂ ਦੀ ਡੈਥ ਹੋ ਗਈ ਸੀਗੀ, ਅਤੇ ਉਦੋਂ ਬਾਅਦ 'ਚੋਂ ਇਹਨਾਂ ਨੂੰ ਰਿਪਲੇਸ ਕਰਨ ਵਾਸਤੇ TT ਕ੍ਰਿਸ਼ਨਾਮਚਾਰੀ ਆਏ ਸੀਗੇ, ਠੀਕ ਹੈ। ਹੁਣ ਇਹਨਾਂ ਨੂੰ ਆਪਾਂ ਕਿਵੇਂ ਯਾਦ ਰੱਖਾਂਗੇ? ਦੇਖੋ, ਮੈਂ ਕਿਵੇਂ ਯਾਦ ਰੱਖਿਆ ਹੋਇਆ, ਮੇਰੇ ਕਜ਼ਨ ਦਾ ਨਾਮ ਮਾਧਵ ਹੈਗਾ, ਠੀਕ ਹੈ। ਉਹਦੇ ਬਹੁਤ ਜ਼ਿਆਦਾ ਫਰੈਂਡ ਸਰਕਲ ਉਹ ਬਹੁਤ ਵੱਡਾ ਉਹਦਾ, ਤਾਂ ਮੈਂ ਕੀ ਯਾਦ ਰੱਖਿਆ, N ਮਾਧਵ ਰਾਓ ਇੱਥੇ ਆ ਗਿਆ, ਤਾਂ ਉਹਦੇ ਬਾਹਲੇ ਮਿੱਤਰ ਨੇਗੇ, ਠੀਕ ਹੈ। ਮਤਲਬ ਕੁਛ ਵੀ ਤੁਸੀਂ ਆਪਣੇ ਕੰਟੈਕਸਟ ਦੇ ਵਿੱਚ ਯਾਦ ਰੱਖ ਸਕਦੇ ਹੋ, ਨਿਮੋਨਿਕਸ ਬਣਾਓ ਜਾਂ ਕਿਸੇ ਵੀ ਤਰ੍ਹਾਂ ਦੇ ਆਪਣੇ ਸਰਾਊਂਡਿੰਗਸ ਦੇ ਵਿੱਚੋਂ ਕੋਈ ਹਿੰਟ ਲੈ ਕੇ ਚੀਜ਼ਾਂ ਯਾਦ ਰੱਖ ਸਕਦੇ ਹੋ ਤੁਸੀਂ, ਠੀਕ ਹੈ। ਹੁਣ TT ਹੈ, TT ਦੇ ਬਰੀਫਸ ਆਉਂਦੇ ਨੇ, TT ਬ੍ਰਾਂਡ ਹੈ, ਬਰੀਫਸ ਆਉਂਦੇ ਨੇ, ਠੀਕ ਹੈ। ਕਤਾਨ ਹੈ, ਕਤਾਨ ਬ੍ਰਾਂਡ ਦੇ ਇਲੈਕਟ੍ਰੀਕਲ ਆਈਟਮਸ ਆਉਂਦੀਆਂ ਨੇਗੀਆਂ, ਤਾਂ ਇਹ ਦੋਨੇ ਕਮਰਸ਼ੀਅਲ ਪ੍ਰੋਡਕਟਸ ਹੋ ਗਏ, ਠੀਕ ਹੈ। ਤਾਂ ਮੈਂ ਇੱਦਾਂ ਯਾਦ ਰੱਖਿਆ ਹੋਇਆ ਹੈਗਾ। TT ਕ੍ਰਿਸ਼ਨਾਮਚਾਰੀ ਸੀਗੇ ਪਹਿਲਾਂ, ਬਾਅਦ ਦੇ ਵਿੱਚ ਪਹਿਲਾਂ ਕਿਹੜੇ ਸੀਗੇ? DP ਖੇਤਾਨ ਸੀਗੇ। ਤਾਂ ਇਹ ਜਿਹੜੇ 7 ਮੈਂਬਰਸ ਨੇ ਆਪਣੇ ਡਰਾਫਟਿੰਗ ਕਮੇਟੀ ਦੇ ਮੈਂਬਰਸ ਨੇ, ਠੀਕ ਹੈ। ਅੰਬੇਦਕਰ ਸਾਹਿਬ ਚੇਅਰਮੈਨ ਹੈ ਹੀ ਗਏ ਨੇ। ਹੁਣ ਅਗੇਨ ਆਪਾਂ ਇੱਕ ਵਾਰ ਦੇਖ ਲਈਏ, ਅਈਅਰ ਅਤੇ ਅਯੰਗਰ ਨੇ ਜਿਹੜੇ, ਉਹ ਇੱਕ ਇਹ ਗਰੁੱਪ ਬਣ ਗਿਆ, ਮੁਨਸ਼ੀ ਅਤੇ ਸਾਧੂ ਦਾ ਗਰੁੱਪ ਬਣ ਗਿਆ, ਠੀਕ ਹੈ। ਮਾਧਵ ਦਾ ਮਿੱਤਰ ਦਾ ਗਰੁੱਪ ਬਣ ਗਿਆ, ਅਤੇ TT ਅਤੇ ਖੇਤਾਨ ਦਾ ਗਰੁੱਪ ਬਣ ਗਿਆ। ਚਲੋ, ਹੁਣ ਅੱਛਾ, ਪਹਿਲਾਂ ਆਪਾਂ ਨੇ ਕੀ ਦੇਖਿਆ ਹੈਗਾ ਕਿ ਆਰਕੀਟੈਕਟ ਕੌਣ ਸੀਗੇ,
ठीक है। आर्कीटैक्ट कौन सीगे कॉन्स्टिट्यूशन के, वो तो सीगे बी आर अंबेडकर। हुण आपां देखदे हां कॉन्स्टिट्यूशनल एडवाइज़र कौन सीगे कॉन्स्टिट्यूशन असैंबली दे। देखो क्योंकि बहुत नीटी ग्रिटी सीगियां, कुछ ना कुछ लोड़ पैंदी सीगी एडवाइज़र होण दी, एडवाइज़ करन दी, तां एक एडवाइज़र जरूरी सीगे, तां ओह एडवाइज़र आए बी एन राउ। ये भी काफ़ी इंपॉर्टेंट क्वेश्चन बनता जी, ठीक है। बी एन राउ सी जिहड़े ओह कॉन्स्टिट्यूशनल एडवाइज़र सीगे, ठीक है, कॉन्स्टिट्यूशन असैंबली वास्ते। चलो, ड्राफ्टिंग कमेटी ऑफ द कॉन्स्टिट्यूशन डिड नॉट हैव नोट हैगा नहीं हैगा मैंबर। देखो हुण आपां ने पढ़ के आए आपां 7 मैंबर, हुण आपां याद करने की कोशिश करांगे। देखो मुंशी भी हैगा सिक्क, अयंगर भी हैगा सिक्क, ठीक है। ए कृष्ण स्वामी अलादी कृष्ण स्वामी अय्यर, ठीक है, ये भी हैगा सिक्क, ठीक है। सरदार पटेल साहब नहीं सीगे, ठीक है। तो आपां नूं पता लग गया ड्राफ्टिंग कमेटी का किहड़ा मैंबर नहीं सीगा, तो सरदार पटेल ये आंसर अपना बन दिंदा है कि सरदार पटेल मैंबर नहीं सीगे ड्राफ्टिंग कमेटी के। 7 नंबर वो मैंबर सी, आपां देख लिया, ठीक है। कॉन्स्टिट्यूशन इज़ डिक्लेयर्ड टू हैव अडोप्टेड इनैक्टेड बाय। देखो कॉन्स्टिट्यूशन है जिहड़ा इज़ डिक्लेयर्ड टू बी अडोप्टेड एंड इनैक्टेड बाय। देखो तुहानूं एक प्रियंबल दिखाना मैं, आ हैगा प्रियंबल साडा। प्रियंबल का मतलब की है, देखो प्री मतलब पहला, तो किसी डॉकूमेंट तो पहला आने वाला जो डॉकूमेंट है उन्होंने आप प्रियंबल कहांगे, एज इंट्रोडक्शन कह सकते हैं आप बेसिकली, ठीक है। ये की लिखा हुआ है वी द पीपल, असी लोग, ठीक है। वी द पीपल एक इंडियन सिटीजन की गल कर रहे हैं, वी द पीपल ऑफ इंडिया, ठीक है। असी तां ही मैं कह रहा कि पीपल को बहुत ही वड्डा रोल प्ले करने लिए कहा गया संविधान के, ठीक है। तो इत्थे की लिखा गया वी द पीपल, नीचे आओ तुसीं सीधा, हेयर बाय अडोप्ट, कि असी लोग अडोप्ट कर रहे हैं, हेयर बाय अडोप्ट इनैक्ट आवर सैल्फ दिस कॉन्स्टिट्यूशन, कि असी लोग अडोप्ट कर रहे हैं, अपने आप अडोप्ट कर रहे हैं, तो असी अपने आप को ये कॉन्स्टिट्यूशन दे रहे हैं, ठीक है। एंड गिव टू आवर सैल्फ, अपने आप को दे रहे हैं दिस कॉन्स्टिट्यूशन। तो की पता लगता है कि ये द पीपल ही ने जिहड़े उही अडोप्ट कर रहे हैं, उही इनैक्ट कर रहे हैं, ठीक है। तो अपना आंसर इत्थे की बनेगा जी, द पीपल ऑफ इंडिया, ठीक है। अगेन पढ़ लो एक बार होर, कॉन्स्टिट्यूशन इज़ डिक्लेयर्ड टू हैव बीन अडोप्टेड एंड इनैक्टेड बाय द पीपल ऑफ इंडिया। सिंपल जी गल है बिल्कुल। प्रियंबल बहुत इंपॉर्टेंट डॉकूमेंट है एग्जामिनेशन पॉइंट ऑफ व्यू तो, ठीक है। चलो, इंडिया हैज़ बीन डिस्क्राइब्ड बाय द कॉन्स्टिट्यूशन एज, देखो आर्टिकल 1 है अपना, आर्टिकल 1 वो की कहता है इंडिया दैट इज़ भारत, दोनों नाम लिखे हुए हैं, इंडिया भी लिखा हुआ है, भारत भी लिखा हुआ है कॉन्स्टिट्यूशन में, आर्टिकल एक नंबर आर्टिकल के, इंडिया दैट इज़ भारत इज़ अ यूनियन ऑफ स्टेट्स लिखा होएगा, तो इसका आंसर आता अपना यूनियन ऑफ स्टेट्स। पहली गल का आंसर अपना यूनियन ऑफ स्टेट्स आएगा कि कॉन्स्टिट्यूशन के इंडिया को किमें डिस्क्राइब किया गया, इंडिया को डिस्क्राइब इस तरह किया गया कि इंडिया दैट इज़ भारत इज़ अ यूनियन ऑफ स्टेट्स, ठीक है। तो ये अपना आंसर तो हो गया एक बार। हुण देखो फेडरेशन ऑफ स्टेट्स तो यूनियन ऑफ स्टेट्स के फर्क ही होगा। देखो बी आर अंबेडकर साहब इस चीज़ को सिग्नीफाई करते हैं, डिफाइन करते हैं कि जी फेडरेशन ऑफ स्टेट्स हैगी, ये तो यूनाइटेड स्टेट्स का कॉन्सैप्ट है, यू एस ए का कॉन्सैप्ट है, क्योंकि जी उन्होंने स्टेट्स सी यू एस ए दियाँ वो आपस के देखो एवं सीगियां पहला, ठीक है। स्टेट्स इंडिपेंडेंट हैगियां सी पहला, तो आपस के संधि करके आपस के ट्रीटीज करके, ठीक है, समझौते करके ये एक कॉमन ग्रुप बनया यू एस ए, यूनाइटेड स्टेट्स। देखो नाम भी इदा आता यूनाइटेड स्टेट्स ऑफ अमेरिका, अमेरिकन दी स्टेट्स यूनाइटेड होके, ठीक है। तो एक एग्रीमेंट के तौर पर इकट्ठियां हुई, बट इंडिया के केस इदा नहीं सीगा, ठीक है। इंडिया एक होल ग्रुप सीगा, ठीक है। उस ग्रुप मतलब राजे रजवाड़े तो बहुत है, स्टेट्स बहुत हैगियां, पर एज सच कोई एग्रीमेंट के नाल इकट्ठे नहीं होए सीगे, ठीक है ना। इंडिया एक आपस अपने आप एक एंटिटी हैगी सीगी, ठीक है ना। अच्छा दूजी गल होर, ਜਿਹੜੇ यू एस ए के स्टेट्स ने इन्हों को अलग होने की ताकत हैगी है कि अज भी ये मतलब यू एस ए तो अलग हो सकते हैं, ठीक है। बट इंडिया के ऐसा कुछ नहीं है, ठीक है। इंडिया की एक यूनीफाइड बॉडी हैगी, हमेशा रहेगी। आप इंटीग्रिटी की गल करते हैं, अखंड भारत की गल करते हैं, तो वह इंटीग्रल रहना चाहिए हमेशा इंडिया, ठीक है। तो इस करके यूनीयन ऑफ स्टेट्स कहा गया रादर दैन फैडरेशन ऑफ स्टेट्स, क्योंकि साडियां स्टेट्स कोई संधि करके एक दूजे नाल नहीं आई, ठीक है। चलो, विच ऑफ द फॉलोइंग पॉइंट्स इन द इंडियन कॉन्स्टिट्यूशन इज सिमिलर टू यूनाइटेड स्टेट्स ऑफ अमेरिका, ठीक है। देखो यू एस ए तो की बोरो किया, अपने रूल ऑफ लॉ कितों बोरो किया, यूके तो, ब्रिटेन तो बोरो किया, हाँ जी। फंडामेंटल राइट्स अपना आंसर बनता अपना इत्थे, ठीक है। देखो यू एस ए एक चैप्टर है स्पैशली कॉन्स्टिट्यूशन के बिल ऑफ राइट्स, बिल ऑफ राइट्स ये उन्होंने फंडामेंटल राइट्स ने, इतों ही आपने बोरो किया अपना फंडामेंटल राइट्स। हाँ ये क्वेश्चन बिल्कुल सही है, ये आंसर बिल्कुल सही है कि जो अपने फंडामेंटल राइट्स ने अपने वो अमेरिका तो बोरो किए हैं, अमेरिका के बिल ऑफ राइट्स ने। DPSP कितों बोरो किए हैं अपने आयरलैंड तो, ठीक है। चलो ये चीज़ है, बाकी ये भी इंपॉर्टेंट टॉपिक बन जाता है काफ़ी कुछ कि जो डिफरेंट प्रोविजनस ने वो कितों कितों बोरो कीतियां ने, ठीक है। ये आप करांगे। कॉन्स्टिट्यूएंट असैंबली वॉज मैट ऑन द फर्स्ट टाइम,
सब तो पहली बार कॉन्स्टिट्यूशन असैंबली कदों मिली, आप पहला करके हटे जी ये चीज़, ठीक है। डिसैंबर 1946 ਦੇ ਵਿੱਚ ਆਪਾਂ ਇਹ ਆंसर अपना आ जाता जी, ठीक है। डिसैंबर बनी कदों सी जी, नवंबर 1946 ਦੇ ਵਿੱਚ, ठीक है। तो पहली सीटिंग हुई सी जी दिसंबर 9 दिसंबर 1946 ਦੇ ਵਿੱਚ, ठीक है। क्योंकि किहदे नाल बनी सी ਇਹ कैबिनेट मिशन प्लान, कैबिनेट मिशन प्लान 1946 ਦੇ ਵਿੱਚ ਆਇਆ ਸੀਗਾ, ठीक है। द प्रीएम्बल एनश्राइन्स द आइडियल्स ऑफ लिबर्टी इक्वैलिटी एंड फ्रैटरनिटी। देखो हम आप प्रीएम्बल वाल चलीए, पढ़ लो पहले लिबर्टी इक्वैलिटी फ्रैटरनिटी। देखो लिबर्टी का मतलब की है सिंपली आज़ादी मान सकते समझ सकते हो, ठीक है। इक्वैलिटी बराबरता, फ्रैटरनिटी भाईचारा। हुण ये आइडियल्स ने, पहले तो आप प्रीएम्बल से चलीए। देखो लिबर्टी, ठीक है, इक्वैलिटी फ्रैटरनिटी, ये तीन कॉन्सैप्ट्स ने। ये क्वेश्चन कह रहे हैं आपां कि असी यह कॉन्सैप्ट इंस्पायर्ड बाय कितों असी इंस्पायर होए इस तो, ठीक है ना। तो यदा आंसर आएगा जी रशियन फ्रेंच रेवोल्यूशन आएगा जी इसका आंसर, ठीक है। कि असी लिबर्टी इक्वैलिटी तो फ्रैटरनिटी के जो कॉन्सैप्ट ने वो असी फ्रेंच रेवोल्यूशन तो बोरो किए हैं। कदों हुई सी फ्रेंच रेवोल्यूशन 1789 के, ठीक है। रशियन रेवोल्यूशन कदों हुई सी 1917 के, ठीक है। चलो बाकी ज़्यादा इंपोर्टेंट नहीं है। अच्छा रशियन रेवोल्यूशन तो असी की बोरो किया, जस्टिस बोरो की, जस्टिस सोशल इकनॉमिक पॉलीटिकल, ये तीनों जस्टिस ने जी असी वो रशियन रेवोल्यूशन तो बोरो की अपने, ठीक है। दोबारा प्रीएम्बल देखते एक बार आप जी आह जस्टिस हैगी सोशल इकनॉमिक पॉलीटिकल, ये असी रशियन रेवोल्यूशन तो बोरो की, ठीक है। ये जो निचले तीन से लिबर्टी इक्वैलिटी फ्रैटरनिटी ये असी फ्रेंच रेवोल्यूशन तो बोरो की, ठीक है। Which part of the constitution reflects the mind and ideals of the framers होगा थे, framers of constitution, फ्रेम जिन्होंने फ्रेम किया मतलब कि अपने फाउंडिंग फादर्स सिंपली जिन्होंने कॉन्स्टिट्यूशन लिखा। फ्रेमर्स ऑफ कॉन्स्टिट्यूशन के आइडियल्स में कौन रिफ्लैक्ट कर रहा है, प्रीएम्बल, फंडामेंटल राइट्स, DPSPs, एमरजेंसी। देखो इन्होंने चारों के प्रीएम्बल ही मोस्ट अप्रोप्रिएट आंसर बनता है, ठीक है। हम दोबारा एक बार आप प्रीएम्बल देखिए, पहले तो क्वेश्चन ध्यान सुनो कि जोड़े अपने कॉन्स्टिट्यूशन मेकरस सीगे, ठीक है, जोड़े लीडर्स सीगे उन्होंने मन नूं, उन्होंने माइंड नूं ते उन्होंने आइडियल्स नूं कौन किहड़ा पार्ट जिहड़ा रिफ्लैक्ट कर रहा है, ठीक है। देखो एमरजेंसी प्रोविजन कदे भी नहीं हो सकदियां, ठीक है ना, क्योंकि वो बड़े प्रोग्रेसिव लोग सीगे, ठीक है ना, तो कदे भी नहीं हो सकती ये चीज़। डायरेक्टिव प्रिंसिपल्स शायद हो सकता है, फंडामेंटल राइट्स भी शायद हो सकता है, प्रीएम्बल भी, ये तिन्हां चों हो सकता है, बट मोस्ट अप्रोप्रिएट जिहड़ा हैगा वो प्रीएम्बल बनता है। वो देखते हैं आप किवें। देखो ये बड़िया प्रोग्रेसिव गल्लां कीतियां गईयां ने अगेन जस्टिस की, लिबर्टी की, इक्वैलिटी फ्रैटरनिटी की। क्योंकि देखो अंग्रेजी राज के अंडर रह के तो लिबर्टी इक्वैलिटी की तो गल मतलब बहुत इंपोर्टेंस देने लग गए थे अपने इंडियन लीडर्स, ठीक है ना। क्योंकि सानू इनइक्वैलिटी डिवाइड एंड रूल दिखाया गया हमेशा, तो असी इक्वैलिटी की गल हमेशा कर रहे थे। तो इस तरह होर भी जो फंक्शन ने सोवरेनिटी, डेमोक्रेसी, ठीक है, ये सारिया चीज़ा ने जड़ियाँ अपने जोड़े लीडर्स से कॉन्स्टिट्यूशन मेकरस से उन्होंने जोड़े आइडियल्स से उन्होंने रिफ्लैक्ट कर दिया। एक चीज़ तो तुम होर समझ सकते हो, देखो प्रीएम्बल की है, इंट्रोडक्शन हैगी कॉन्स्टिट्यूशन की, ठीक है। अपना जो संविधान है उसकी इंट्रोडक्शन हैगी प्रीएम्बल। तो एक प्रीएम्बल इन्नी सोहनी डॉकूमेंट हैगी, बल्कि वर्ल्ड वाइड सारे दुनिया भर के इनू एक्लेम किया गया, ठीक है। इनू इसकी शलाघा की गई है, एप्रीसीएशन मिली इनू कि बहुत प्यारा डॉकूमेंट बनाया गया जो भारत का कॉन्स्टिट्यूशन का प्रीएम्बल है, ठीक है। तो ये सारे उस आइडियल्स में रिफ्लैक्ट कर रहा है जोड़ा कि कॉन्स्टिट्यूशन के ऑलरेडी है, ठीक है ना। तो एक बहुत वधिया इंट्रोडक्शन बनाई गई है। तो इतों भी आप समझ सकते हैं कि जोड़े आइडियल्स ने फ्रेमर्स के तो वह प्रीएम्बल में रिफ्लैक्ट करते हैं, ठीक है। प्रीएम्बल उन्होंने रिफ्लैक्ट करता है। द प्रीएम्बल ऑफ द कॉन्स्टिट्यूशन ऑफ इंडिया वॉज अमेंडेड बाय कि सिर्फ एको बार अमेंड होया जी अपना प्रीएम्बल है कि अमेंडमेंट अमेंड होया जी वो 42nd अमेंडमेंट 1976, ठीक है। ये 42nd अमेंडमेंट में मिनी कॉन्स्टिट्यूशन भी कहा जाता, मिनी कॉन्स्टिट्यूशन भी कहा जाता, तुहानूं पता ही होगा वैसे इस चीज़ का, ठीक है। इंदिरा गांधी के टाइम पर हुई सी ये एमरजेंसी के टाइम पर। अच्छा एमरजेंसी का टाइम पीरियड की सीगा जी, किहड़ी डेट में लगी सी 25 जून 1975 में एमरजेंसी लगी सी, ठीक है जी। ये सी उस दौरान दे विच अच्छा खड़ी कदों सी 1977 के विच, जनवरी 1977 के विच, ठीक है। तो 1976 ये आंदा गा, इस करके जी अमेंडमेंट है ये एमरजेंसी के दौरान लगी सी। तो प्रीएम्बल सिर्फ और सिर्फ एक बार अमेंड होएगा, वो 42nd अमेंडमेंट के नाल होएगा। किहड़े पार्ट अमेंड होए सी देख लेना आप एक बारी। उस दे विच एक तो वर्ड सोशलिस्ट, ठीक है, सोशलिस्ट वर्ड,
ਇੱਕ ਵਰਡ ਸੋਸ਼ਲਿਸਟ, ਠੀਕ ਹੈ, ਇੱਕ ਵਰਡ ਸੈਕੂਲਰ, ਦੋ ਵਰਡ ਤਾਂ ਇਹ, ਠੀਕ ਹੈ, ਤੇ ਨਾਲ ਹੀ ਇੰਟੈਗਰਿਟੀ ਆਫ ਦ ਨੇਸ਼ਨ, ਇੰਟੈਗਰਿਟੀ। ਇਹ ਤਿੰਨ ਵਰਡ ਐਡ ਹੋਏ ਸੀਗੇ ਬੇਸਿਕਲੀ, ਠੀਕ ਹੈ। ਪਹਿਲਾਂ ਇੱਥੇ ਕੀ ਲਿਖਿਆ ਹੋਇਆ ਸੀ, ਸਿਰਫ ਸੋਵਰਨ ਡੈਮੋਕ੍ਰੈਟਿਕ ਰਿਪਬਲਿਕ ਲਿਖਿਆ ਹੋਇਆ ਸੀਗਾ, ਬਟ 42nd ਅਮੈਂਡਮੈਂਟ ਦੇ ਵਿੱਚ ਅਸੀਂ ਸੋਸ਼ਲਿਸਟ ਤੇ ਸੈਕੂਲਰ ਵਰਡ ਐਡ ਕਰਤੇ। ਨੀਚੇ ਕੀ ਸੀਗਾ, ਇੰਡੀਵਿਜੂਅਲ ਐਂਡ ਦਾ ਯੂਨਿਟੀ ਆਫ ਦ ਨੇਸ਼ਨ ਲਿਖਿਆ ਹੋਇਆ ਸੀ, ਇਕੱਲਾ ਯੂਨਿਟੀ ਆਫ ਦਾ ਨੇਸ਼ਨ ਲਿਖਿਆ ਹੋਇਆ ਸੀ, ਬਟ ਅਸੀਂ ਐਂਡ ਇੰਟੀਗ੍ਰਿਟੀ ਇਹ ਦੋ ਵਰਡ ਐਡ ਕਰਤੇ। ਯੂਨਿਟੀ ਐਂਡ ਇੰਟੀਗ੍ਰਿਟੀ ਆਫ ਦ ਨੇਸ਼ਨ ਮਤਲਬ ਅਖੰਡਤਾ ਹੋਣੀ ਚਾਹੀਦੀ ਹੈ ਭਾਰਤ ਦੇ ਵਿੱਚ, ਠੀਕ ਹੈ। ਤਾਂ ਇਹ ਚੀਜ਼ ਸੀਗੀ ਜੀ, ਠੀਕ ਹੈ ਜੀ। ਦੈਟਸ ਆਲ। ਇਹ ਆਪਣੇ 30 ਕੁਐਸਚਨ ਸੀਗੇ ਪੋਲਿਟੀ ਦੇ, ਠੀਕ ਹੈ। ਹੋਪ ਤੁਹਾਨੂੰ ਸਮਝ ਆਇਆ ਹੋਵੇਗਾ ਸਾਰਾ ਕੁਛ। ਬਾਕੀ ਅਗੇਨ ਪੋਲਿਟੀ ਬਹੁਤ ਵਾਸਟ ਸਬਜੈਕਟ ਹੈ, ਬਹੁਤ ਸਕੋਰਿੰਗ ਸਬਜੈਕਟ ਵੀ ਹੈਗਾ, ਈਜ਼ੀ ਸਬਜੈਕਟ ਵੀ ਹੈਗਾ। ਮੈਂ ਕਹਾਂਗਾ ਕਿ ਅਗਰ ਅੱਛੀ ਤਰ੍ਹਾਂ ਆਪਾਂ ਸਿੱਖਿਆ ਹੋਵੇ, ਠੀਕ ਹੈ। ਅਗੇਨ ਤੁਸੀਂ ਇਸ ਤੋਂ ਹੈਲਪ ਲਓ, ਟੈਸਟ ਸੀਰੀਜ਼ ਤੋਂ ਹੈਲਪ ਲਓ ਅਤੇ ਆਪਣੀ ਰਿਵੀਜ਼ਨ ਹਮੇਸ਼ਾ ਤਿਆਰ ਰੱਖੋ, ਠੀਕ ਹੈ ਜੀ। ਚਲੋ ਜੀ, ਮਿਲਦੇ ਹਾਂ ਫਿਰ ਆਪਾਂ, ਠੀਕ ਹੈ ਜੀ। ਥੈਂਕ ਯੂ।